ਗੁੱਡ ਮਾਰਨਿੰਗ ਆਲ ਆਫ ਯੂ। ਅੱਜ ਦੀ ਕਰੰਟ ਅਫੇਅਰ ਕਲਾਸ ਵਿੱਚ ਆਪਾਂ ਕਵਰ ਕਰਾਂਗੇ 12 ਫੈਬ ਤੋਂ ਲੈ ਕੇ 18 ਫੈਬ ਦਾ ਕਰੰਟ ਅਫੇਅਰ ਐਂਡ ਕਾਫੀ ਇੰਪੋਰਟੈਂਟ ਨਿਊਜ਼ ਹੋਣਗੀਆਂ ਅੱਜ ਦੀ ਕਰੰਟ ਅਫੇਅਰ ਕਲਾਸ ਵਿੱਚ। ਸੋ ਸਟਾਰਟ ਕਰਦੇ ਆਪਣੀ ਅੱਜ ਦੀ ਫਸਟ ਨਿਊਜ਼ ਤੋਂ ਵਿਚ ਇਜ਼ ਰਿਲੇਟਡ ਟੂ ਇੰਡੈਕਸ ਹੈਨਲੇ ਪਾਸਪੋਰਟ ਇੰਡੈਕਸ। ਕਾਫੀ ਇੰਪੋਰਟੈਂਟ ਨਿਊਜ਼ ਹੈ, ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਇੰਡੈਕਸ ਤੋਂ ਇੱਕ ਕੁਐਸਚਨ ਬਣ ਜਾਂਦਾ ਹੈ। ਸੋ ਹੈਨਲੇ ਪਾਸਪੋਰਟ ਇੰਡੈਕਸ ਸਭ ਤੋਂ ਪਹਿਲਾਂ ਪ੍ਰੀਪੇਅਰ ਕੌਣ ਕਰਦਾ ਹੈ? ਹੈਨਲੇ ਐਂਡ ਪਾਰਟਨਰ, ਜਿਹਦੇ ਵਿੱਚ 199 ਕੰਟਰੀਜ਼ ਨੂੰ ਰੈਂਕ ਕੀਤਾ ਜਾਂਦਾ ਗਾ। ਠੀਕ ਹੈ ਜੀ। ਐਂਡ ਡਾਟਾ ਕਿੱਥੋਂ ਲਿਆ ਜਾਂਦਾ ਗਾ? ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਯਾਨੀ ਕਿ IATA ਤੋਂ ਡਾਟਾ ਗੈਦਰ ਕਰਕੇ ਇਹ ਜੋ ਰੈਂਕਿੰਗ ਆ ਉਹ ਦਿੱਤੀ ਜਾਂਦੀ ਹੈ। ਐਂਡ ਇਸ ਰੈਂਕਿੰਗ ਦੇ ਅਕੋਰਡਿੰਗ ਜੋ ਇੰਡੀਆ ਦਾ ਇਸ ਵਾਰ ਰੈਂਕ ਰਿਹਾ ਗਾ ਉਹ ਰਿਹਾ 75th। ਲਾਸਟ ਟਾਈਮ 85th ਰੈਂਕ ਸੀਗਾ, ਇਸ ਵਾਰ 75th ਰੈਂਕ ਇੰਡੀਆ ਦਾ ਇੰਪੋਰਟੈਂਟ ਹੈ, ਕਾਫੀ ਯਾਦ ਰੱਖਣਾ। ਉਸ ਤੋਂ ਬਾਅਦ ਫਸਟ 'ਤੇ ਕੌਣ ਰਿਹਾ? ਸਿੰਗਾਪੁਰ। Singapore remained its first position strongest passport with visa free access to 192 countries। ਠੀਕ ਹੈ ਜੀ। ਸੋ ਸਿੰਗਾਪੁਰ ਦਾ ਜਿਹੜਾ ਪਾਸਪੋਰਟ ਹੈਗਾ ਉਹ ਸਟਰੋਂਗੈਸਟ ਪਾਸਪੋਰਟ ਮੰਨਿਆ ਜਾਂਦਾ ਵਰਲਡ ਦੇ ਵਿੱਚ, ਜਿਹਦੇ ਵਿੱਚ 192 ਕੰਟਰੀਜ਼ ਦੇ ਵਿੱਚ ਵੀਜ਼ਾ ਫ੍ਰੀ ਐਕਸੈਸ ਹੈਗਾ। ਠੀਕ ਹੈ ਜੀ। ਸੈਕਿੰਡ ਨੰਬਰ 'ਤੇ ਜਾਪਾਨ ਦਾ ਪਾਸਪੋਰਟ ਆਉਂਦਾ ਐਂਡ ਥਰਡ ਨੰਬਰ 'ਤੇ ਸਾਊਥ ਕੋਰੀਆ ਦਾ ਪਾਸਪੋਰਟ ਆਉਂਦਾ। ਠੀਕ ਹੈ। ਇੰਡੀਆ ਦੀ ਪੋਜੀਸ਼ਨ 75th ਹੈ, ਤੁਸੀਂ ਯਾਦ ਰੱਖਿਓ। ਨੈਕਸਟ ਇਜ਼ ਸਖੀ ਆਟੋ ਸਰਵਿਸ ਬਾਏ ਵੂਮੈਨ ਫॉर ਵੂਮੈਨ ਲੌਂਚਡ ਇਨ ਬੈਂਗਲੁਰੂ। ਸੋ ਬੈਂਗਲੋਰ ਦੇ ਵਿੱਚ ਇੱਕ ਆਟੋ ਸਰਵਿਸ ਲੌਂਚ ਕੀਤੀ ਹੈ, ਜਿਹਨੂੰ ਚਲਾਉਣਗੀ ਵੀ ਔਰਤਾਂ ਅਤੇ ਉਹਦੇ ਵਿੱਚ ਜੋ ਪੈਸੇਂਜਰਸ ਹੋਣਗੀਆਂ ਉਹ ਵੀ ਵੂਮੈਨਸ ਹੀ ਹੋਣਗੀਆਂ। ਠੀਕ ਹੈ ਜੀ। ਸੋ ਕਾਫੀ ਵਧੀਆ ਇਨੀਸ਼ੀਏਟਿਵ ਹੈਗਾ ਵੂਮੈਨ ਸਿਕਿਉਰਿਟੀ ਨੂੰ ਲੈ ਕੇ, ਇਹ ਬੈਂਗਲੋਰ ਦੇ ਵਿੱਚ ਸਟਾਰਟ ਕੀਤਾ ਗਿਆ। ਨੈਕਸਟ ਇਜ਼ ਇੰਡੀਅਨ ਆਰਮੀ ਟੂ ਹੋਸਟ ਫਸਟ ਐਵਰ IMACC 2026 ਇਨ ਈਸਟਰਨ ਹਿਮਾਲਿਆਜ਼। ਠੀਕ ਹੈ ਜੀ। IMACC ਦੀ ਫੁੱਲ ਫੋਰਮ ਕੀ ਹੈਗੀ ਹੈ? ਇੰਟਰਨੈਸ਼ਨਲ ਮਿਲਟਰੀ ਐਡਵੈਂਚਰ ਚੈਲੰਜ ਕੱਪ 2026। ਇਹ ਇੰਡੀਆ ਪਹਿਲੀ ਵਾਰ ਹੋਸਟ ਕਰਿਆ ਕਿੱਥੇ? ਈਸਟਰਨ ਹਿਮਾਲਿਆਜ਼ ਦੇ ਵਿੱਚ। ਠੀਕ ਹੈ ਜੀ। ਬਸ ਇਹ ਤੁਸੀਂ ਯਾਦ ਰੱਖਣਾ ਕਿ ਕਿੱਥੇ ਹੋਸਟ ਕੀਤਾ ਗਿਆ ਅਤੇ ਇਹਦੀ ਫੁੱਲ ਫੋਰਮ ਕੀ ਹੈਗੀ ਹੈ। ਨੈਕਸਟ ਇਜ਼ ਸੇਵਾ ਤੀਰਥ। ਵੈਰੀ ਵੈਰੀ ਇੰਪੋਰਟੈਂਟ ਨਿਊਜ਼। ਸੇਵਾ ਤੀਰਥ ਨੂੰ ਇਨੈਗੂਰੇਟ ਕੀਤਾ ਆਪਣੇ ਪ੍ਰਾਈਮ ਮਿਨਿਸਟਰ ਨੇ, ਵਿਚ ਵਿਲ ਹਾਊਸ ਦੀ PMO। ਠੀਕ ਹੈ ਜੀ। PMO ਜੋ ਪ੍ਰਾਈਮ ਮਿਨਿਸਟਰ ਆਫਿਸ ਹੈਗਾ ਉਹ ਹੁਣ ਸੇਵਾ ਤੀਰਥ ਦੇ ਵਿੱਚ ਹੋਊਗਾ। ਐਂਡ ਇਹਦੇ ਨਾਲ ਹੀ PMO ਦੇ ਨਾਲ ਹੀ ਉੱਥੇ ਹੋਰ ਕੀ ਹੋਊਗਾ? ਨੈਸ਼ਨਲ ਸਿਕਿਉਰਿਟੀ ਕਾਊਂਸਲ ਸੈਕਟਰੀਏਟ ਹੋਊਗਾ ਐਂਡ ਕੈਬਨਿਟ ਸੈਕਟਰੀਏਟ ਵੀ ਉੱਥੇ ਹੀ ਹਾਊਸ ਹੋਊਗਾ। ਠੀਕ ਹੈ ਜੀ। ਸੋ ਇਹ 3 ਆਫਿਸ ਆਪਣੇ ਸੇਵਾ ਤੀਰਥ ਕੰਪਲੈਕਸ ਦੇ ਵਿੱਚ ਹੋਣਗੇ। ਠੀਕ ਹੈ। ਨੈਕਸਟ ਇਜ਼ ਦ ਨੇਮ ਇਨਸਕ੍ਰਾਈਬਡ ਇਨ ਦੇਵਾਨਗਰੀ ਸਕ੍ਰਿਪਟ ਔਨ ਦਾ ਵੋਲ ਆਫ ਦੀ ਕੰਪਲੈਕਸ ਐਂਡ ਬਿਲੋ ਇਟ ਇਜ਼ ਦਾ ਮੋਟੋ। ਇਹਦਾ ਮੋਟੋ ਕੀ ਰੱਖਿਆ ਗਿਆ? ਨਾਗਰਿਕ ਦੇਵ ਭਵਾ ਯਾਨੀ ਕਿ ਸਿਟੀਜ਼ਨ ਇਜ਼ ਕੀਨ ਟੂ ਗੋਡ। ਇਹੋ ਜਿਹੀ ਬਿਲਡਿੰਗ ਹੈ, ਤੁਸੀਂ ਵੇਖ ਸਕਦੇ ਹੋ। ਇਹ ਆਪਣਾ ਸੇਵਾ ਤੀਰਥ ਹੈਗਾ ਐਂਡ ਨਾਗਰਿਕੋ ਦੇਵ ਭਵਾ ਇਹਦਾ ਮੋਟਿਵ ਰੱਖਿਆ ਗਿਆ। ਇਹਦੇ ਵਿੱਚ PMO ਆਫਿਸ ਹੋਊਗਾ। ਠੀਕ ਹੈ। ਸਿਕਿਉਰਿਟੀ ਕਾਊਂਸਲ ਦਾ ਸੈਕਟਰੀਏਟ ਹੋਊਗਾ ਐਂਡ ਕੈਬਨਿਟ ਸੈਕਟਰੀਏਟ ਹੋਊਗਾ। ਠੀਕ ਹੈ। ਨੈਕਸਟ ਇਜ਼ ਦ ਸੇਵਾ ਤੀਰਥ ਕੰਪਲੈਕਸ ਲੋਕੇਟਿਡ ਔਨ ਦਾਰਾ ਸਿੱਖੋ ਰੋਡ 'ਤੇ ਲੋਕੇਟਿਡ ਹੈਗਾ। ਇਹਦੇ ਵਿੱਚ 3 ਇੰਟਰਗ੍ਰੇਟਿਡ ਬਿਲਡਿੰਗਸ ਹੈਗੀਆਂ। ਫਸਟ ਆਪਾਂ ਵੇਖ ਲਿਆ PMO ਹੈਗਾ, ਸੈਕਿੰਡ ਇਜ਼ ਕੈਬਨਿਟ ਸੈਕਟਰੀਏਟ ਆਪਾਂ ਵੇਖ ਚੁੱਕੇ ਹਾਂ ਆਲਰੇਡੀ, ਐਂਡ ਥਰਡ ਇਜ਼ ਨੈਸ਼ਨਲ ਸਿਕਿਉਰਿਟੀ ਕਾਊਂਸਲ ਦਾ ਸੈਕਟਰੀਏਟ ਇਹਦੇ ਵਿੱਚ ਹੋਊਗਾ। ਠੀਕ ਹੈ। ਨੈਕਸਟ ਇਜ਼ PM ਰਾਹਤ ਸਕੀਮ। ਸੋ ਸੇਵਾ ਤੀਰਥ ਦੇ ਵਿੱਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਸਕੀਮ ਲਾਂਚ ਕੀਤੀ ਹੈ ਆਪਣੇ PM ਨੇ, ਦੈਟ ਇਜ਼ PM ਰਾਹਤ ਸਕੀਮ। PM ਰਾਹਤ ਸਕੀਮ ਦੇ ਵਿੱਚ ਕੀ ਹੈਗਾ ਕਿ ਕਿਸੇ ਪਰਸਨ ਦਾ ਐਕਸੀਡੈਂਟ ਹੋ ਜਾਂਦਾ ਹੈ ਅਤੇ ਪੈਸਿਆਂ ਦੀ ਕਮੀ ਕਰਕੇ ਉਹਦੀ ਜਾਨ ਨਾ ਜਾਵੇ, ਉਹਦੇ ਲਈ ਇਹ ਸਕੀਮ ਲਾਂਚ ਕੀਤੀ ਗਈ ਹੈ। ਇਹਦੇ ਵਿੱਚ 1.5 ਲੱਖ ਦਾ ਜੋ ਟ੍ਰੀਟਮੈਂਟ ਹੈਗਾ ਕੈਸ਼ਲੈਸ ਉਹ ਦਿੱਤਾ ਜਾਊਗਾ ਮੈਡੀਕਲ ਹੈਲਪ ਲਈ। ਠੀਕ ਹੈ ਜੀ। ਇਹ ਸਕੀਮ ਦੇ ਵਿੱਚ ਇਹ ਹੈਗਾ ਮੈਂਸ਼ਨ। ਨੈਕਸਟ ਇਜ਼ ਹਿਊਮਨ ਕੈਪੇਬਿਲਿਟੀ ਇਨੀਸ਼ੀਏਟਿਵ ਯਾਨੀ ਕਿ HCI ਕਾਨਫਰੰਸ। ਸਭ ਤੋਂ ਪਹਿਲਾਂ ਕਿੱਥੇ ਹੋ ਰਹੀ ਹੈ ਇਹ HCI ਕਾਨਫਰੰਸ? ਇਹ ਹੋ ਰਹੀ ਹੈ ਸਾਊਦੀ ਅਰੇਬੀਆ ਰਿਆਦ ਦੇ ਵਿੱਚ। ਠੀਕ ਹੈ ਜੀ। ਐਂਡ ਇਹਦੀ ਥੀਮ ਕੀ ਹੈਗੀ ਹੈ? ਦਾ ਹਿਊਮਨ ਕੋਡ। ਐਂਡ ਇਹਦੇ ਵਿੱਚ UK ਨੂੰ ਡੈਜ਼ਿਗਨੇਟ ਕੀਤਾ ਗਾ ਐਜ਼ ਅ ਕੰਟਰੀ ਆਫ ਓਨਰ। ਸੋ ਫੈਕਟ ਬੇਸ ਨਿਊਜ਼ ਹੈਗੀ ਹੈ। ਸਭ ਤੋਂ ਪਹਿਲਾਂ ਕਾਨਫਰੰਸ ਹੋ ਕਿੱਥੇ ਰਹੀ ਹੈ? ਰਿਆਦ ਸਾਊਦੀ ਅਰੇਬੀਆ ਦੇ ਵਿੱਚ। ਉਸ ਤੋਂ ਬਾਅਦ ਇਹਦੀ ਥੀਮ ਕੀ ਹੈਗੀ? ਦਾ ਹਿਊਮਨ ਕੋਡ ਐਂਡ ਕੰਟਰੀ ਆਫ ਓਨਰ ਕਿਹਨੂੰ ਡੈਜ਼ਿਗਨੇਟ ਕੀਤਾ ਗਿਆ? UK ਨੂੰ। Next news is Russia blocks WhatsApp and urges the citizen to use its state-backed Max Messenger app। ਸੋ ਰਸ਼ੀਆ ਨੇ WhatsApp ਨੂੰ ਬਲੌਕ ਕਰਤਾ ਗਾ ਐਂਡ ਉਹਨਾਂ ਦੀ ਆਪਦੀ ਐਪ ਹੈਗੀ ਹੈ ਮੈਸੇਜਿੰਗ ਲਈ, ਦੈਟ ਇਜ਼ ਮੈਕਸ ਮੈਸੇਂਜਰ ਐਪ। ਡਾਇਰੈਕਟ ਕੁਐਸਚਨ ਆ ਸਕਦਾ ਕਿ ਮੈਕਸ ਮੈਸੇਂਜਰ ਐਪ ਕਿਹੜੀ ਕੰਟਰੀ ਦੀ ਹੈ? ਦੈਟ ਵਿਲ ਆਨਸਰ ਵਿਲ ਬੀ ਰਸ਼ੀਆ, ਰਾਈਟ। ਉਸ ਤੋਂ ਬਾਅਦ ਤਰੀਕ ਰਹਿਮਾਨ ਬਿਕੇਮ ਨਿਊ ਪ੍ਰਾਈਮ ਮਿਨਿਸਟਰ ਆਫ ਬੰਗਲਾਦੇਸ਼। ਸੋ ਬੰਗਲਾਦੇਸ਼ ਦੇ ਵਿੱਚ ਫਿਲਹਾਲ ਦੇ ਵਿੱਚ ਚੁਣਾਵ ਹੋਏ ਸੀਗੇ ਐਂਡ ਉਹਦੇ ਵਿੱਚ ਜੋ BNP ਪਾਰਟੀ ਹੈਗੀ ਹੈ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ, ਉਹਦੇ ਜੋ ਲੀਡਰ ਹੈਗੇ ਤਾਰਿਕ ਰਹਿਮਾਨ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਚੁਣ ਲਿਆ ਗਿਆ। ਐਂਡ ਤਾਰਿਕ ਰਹਿਮਾਨ ਕੌਣ ਹੈਗੇ ਆ?
ਜੀਆ ਖਾਲਿਦਾ ਦਾ ਜੇ ਤੁਸੀਂ ਨਾਮ ਸੁਣਿਆ ਹੋਵੇ, ਉਹਨਾਂ ਦੇ ਹੀ ਇਹ ਬੇਟੇ ਨੇ, ਠੀਕ ਹੈ ਜੀ, ਜਿਨ੍ਹਾਂ ਦੀ ਰਿਸੈਂਟਲੀ ਡੈਥ ਹੋਈ ਸੀਗੀ ਜੀਆ ਖਾਲਿਦਾ ਦੀ। ਐਂਡ ਉਹਨਾਂ ਦੇ ਬੇਟੇ ਨੂੰ ਤਾਰਿਕ ਰਹਿਮਾਨ ਨੂੰ ਜੋ ਹੈ ਨਵਾਂ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਬੰਗਲਾਦੇਸ਼ ਦਾ, ਠੀਕ ਹੈ ਜੀ। ਆਵਾਮੀ ਲੀਗ ਨੂੰ ਹਰਾਇਆ ਗਿਆ। ਆਵਾਮੀ ਲੀਗ ਕਿਹਦੀ ਪਾਰਟੀ ਹੈ? ਹਸੀਨਾ ਦੀ, ਠੀਕ ਹੈ ਜੀ। ਸੋ ਇਹ ਵੀ ਤੁਸੀਂ ਯਾਦ ਰੱਖਣੀ ਹੈ। ਨੈਕਸਟ ਇਜ਼ ਐਕਸਰਸਾਈਜ਼ ਰੁਦਰ ਸ਼ਕਤੀ ਕਿੱਥੇ ਹੋ ਰਹੀ ਹੈ? ਪੋਖਰਨ ਰਾਜਸਥਾਨ ਦੇ ਵਿੱਚ ਹੋ ਰਹੀ ਹੈ। ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਪੋਖਰਨ ਕਾਫੀ ਫੇਮਸ ਜਗ੍ਹਾ ਹੈ, ਇੱਥੇ ਹਿਸਟਰੀ ਦੇ ਵਿੱਚ ਕਿਹੜਾ ਮੇਜਰ ਇਵੈਂਟ ਹੋਇਆ ਸੀਗਾ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾਗਾ। ਸੋ ਐਕਸਰਸਾਈਜ਼ ਰੁਦਰ ਸ਼ਕਤੀ ਕਿੱਥੇ ਹੋ ਰਹੀ ਹੈ? ਆਪਣੀ ਪੋਖਰਨ ਰਾਜਸਥਾਨ ਦੇ ਵਿੱਚ। ਨੈਕਸਟ ਇਜ਼ ਆਪਰੇਸ਼ਨ ਸੁਰੱਖਿਆ ਇਜ਼ ਲੌਂਚਡ ਬਾय ਬੈਂਗਲੁਰੂ ਸਿਟੀ ਪੁਲਿਸ ਟੂ ਕਰਬ ਨਾਈਟ ਟਾਈਮ ਕ੍ਰਾਈਮ ਇਨ ਬੈਂਗਲੁਰੂ। ਸੋ ਬੈਂਗਲੌਰ ਦੇ ਵਿੱਚ ਜੋ ਰਾਤ ਦੇ ਟਾਈਮ 'ਤੇ ਜੋ ਕ੍ਰਾਈਮਸ ਹੁੰਦੇ ਆ ਉਹਨਾਂ ਨੂੰ ਰੋਕਣ ਲਈ ਜੋ ਹੈ ਆਪਰੇਸ਼ਨ ਸੁਰੱਖਿਆ ਚਲਾਇਆ ਗਿਆ, ਠੀਕ ਹੈ ਜੀ। ਨੈਕਸਟ ਇਜ਼ 12 ਫੈਬਰਰੀ ਡਾਰਵਿਨ ਡੇ। ਐਸ ਸੱਚ ਇੰਪੋਰਟੈਂਟ ਨਹੀਂ ਹੈ ਯਾਦ ਰੱਖਣਾ, ਬਟ ਆਪਾਂ ਨੂੰ ਇੰਪੋਰਟੈਂਟ ਆਪਣੇ ਲਈ ਕੀ ਹੈਗਾ? ਡਾਰਵਿਨ ਦਾ ਪਤਾ ਹੋਣਾ ਚਾਹੀਦਾ। ਚਾਰਲਸ ਡਾਰਵਿਨ ਕੌਣ ਸੀਗੇ? ਉਹਨਾਂ ਦੀ ਮੇਜਰ ਬੁੱਕ ਕਿਹੜੀ ਸੀਗੀ? ਸੋ ਚਾਰਲਸ ਡਾਰਵਿਨ ਜਾਣੇ ਜਾਂਦੇ ਆਪਣੀ ਫੇਮਸ ਬੁੱਕ ਲਈ। ਉਹ ਬੁੱਕ ਦਾ ਨਾਮ ਤੁਸੀਂ ਯਾਦ ਰੱਖਣਾ, ਔਨ ਦਾ ਓਰੀਜਨ ਆਫ ਸਪੀਸ਼ੀਜ਼ ਬਾय ਦਾ ਮੀਨਸ ਆਫ ਨੈਚੁਰਲ ਸਿਲੈਕਸ਼ਨ। ਕਾਫੀ ਇੰਪੋਰਟੈਂਟ ਬੁੱਕ ਹੈ ਐਂਡ ਕਾਫੀ ਵਾਰ ਪਹਿਲਾਂ ਕੁਐਸਚਨ ਵੀ ਆਏ ਹੋਏ ਐਗਜ਼ਾਮ ਦੇ ਵਿੱਚ। ਨੈਕਸਟ ਇਜ਼ ਇੰਪੋਰਟੈਂਟ ਨਿਊਜ਼ ਰਿਲੇਟਿਡ ਟੂ ਡੇ। 13 ਫੈਬਰਰੀ ਨੂੰ ਆਪਾਂ ਵਰਲਡ ਰੇਡੀਓ ਡੇ ਸੈਲੀਬ੍ਰੇਟ ਕਰਦੇ ਹਾਂ ਐਂਡ ਇਸ ਵਾਰ ਦੀ ਥੀਮ ਕੀ ਸੀਗੀ? ਰੇਡੀਓ ਐਂਡ ਆਰਟੀਫਿਸ਼ੀਅਲ ਇੰਟੈਲੀਜੈਂਸ। AI ਇਜ਼ ਅ ਟੂਲ ਨੋਟ ਅ ਵੋਇਸ। ਸੋ AI 'ਤੇ ਜੋ ਆਪਣੀ ਗੌਰਮੈਂਟ ਬਹੁਤ ਜ਼ਿਆਦਾ ਫੋਕਸ ਕਰ ਰਹੀ ਹੈ ਐਂਡ ਸਿਰਫ ਆਪਣੀ ਗੌਰਮੈਂਟ ਨਹੀਂ, ਵਰਲਡ ਦੇ ਵਿੱਚ ਵੀ ਕਾਫੀ ਫੋਕਸ ਹੋ ਰਿਹਾ ਹੈਗਾ AI 'ਤੇ। ਸੋ ਥੀਮ ਇਹਦੀ ਯਾਦ ਰੱਖਣੀ ਜੋ ਹੈ ਸੌਖੀ ਹੈਗੀ ਹੈ। ਉਸ ਤੋਂ ਬਾਅਦ ਇੱਕ ਫੈਕਟ ਹੈਗਾ, ਰਾਮ ਸਿੰਘ ਬੋਧ ਫਰੋਮ ਅਮਰੋਹਾ UP, ਇਹਨਾਂ ਨੂੰ ਰੇਡੀਓ ਮੈਨ ਆਫ ਇੰਡੀਆ ਕਿਹਾ ਜਾਂਦਾ ਕਿਉਂਕਿ ਇਹਨਾਂ ਕੋਲ ਲਾਰਜੈਸਟ ਕਲੈਕਸ਼ਨ ਹੈਗਾ ਰੇਡੀਓ ਦਾ। ਇਹਨਾਂ ਦੇ ਘਰ ਦੇ ਵਿੱਚ ਨੀਅਰ ਅਬਾਊਟ 1257 ਰੇਡੀਓ ਜੋ ਹੈ ਹੈਗੇ ਨੇ, ਠੀਕ ਹੈ। ਇਸ ਕਰਕੇ ਇਹਨਾਂ ਦਾ ਨਾਮ ਗਿਨੀਜ਼ ਵਰਲਡ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਸ਼ਾਮਿਲ ਹੈਗਾ ਐਂਡ ਇਸੇ ਕਰਕੇ ਇਹਨਾਂ ਨੂੰ ਰੇਡੀਓ ਮੈਨ ਆਫ ਇੰਡੀਆ ਕਿਹਾ ਜਾਂਦਾ। ਨੈਕਸਟ ਇਜ਼ 13 ਫੈਬਰਰੀ ਨੈਸ਼ਨਲ ਵਿਮਨਸ ਡੇ। ਕਾਫੀ ਇੰਪੋਰਟੈਂਟ ਹੈ। ਨੈਸ਼ਨਲ ਵੂਮੈਨਸ ਡੇ ਆਪਾਂ 13 ਫੈਬਰਰੀ ਕਿਉਂ ਮਨਾਉਂਦੇ ਆ? ਟੂ ਕੋਮੈਮੋਰੇਟ ਦੀ ਬਰਥ ਐਨੀਵਰਸਰੀ ਆਫ ਸਰੋਜਨੀ ਨਾਇਡੂ, ਠੀਕ ਹੈ ਜੀ। ਸਰੋਜਨੀ ਨਾਇਡੂ ਨੂੰ ਨਾਈਟਿੰਗੇਲ ਆਫ ਇੰਡੀਆ ਵੀ ਕਿਹਾ ਜਾਂਦਾ ਕਿਉਂਕਿ ਇਹ ਪੋਇਟ ਸੀਗੇ, ਠੀਕ ਹੈ ਜੀ, ਐਂਡ ਇਹ ਲੀਡਰ ਵੀ ਸੀਗੇ। ਇਹ ਆਪਣਾ ਜੋ ਕਾਨਪੁਰ ਸੈਸ਼ਨ ਹੋਇਆ ਸੀਗਾ 1925 ਦਾ INC ਦਾ, ਉਹਦੇ ਵਿੱਚ ਫਸਟ ਵਿਮਨ ਪ੍ਰੈਜ਼ੀਡੈਂਟ ਬਣੇ ਸੀਗੇ ਇੰਡੀਅਨ ਨੈਸ਼ਨਲ ਕਾਂਗਰਸ ਦੇ, ਇੰਡੀਅਨ ਵੂਮਨ, ਠੀਕ ਹੈ। ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਫਸਟ ਵੂਮਨ ਪ੍ਰੈਜ਼ੀਡੈਂਟ ਆਫ INC ਕੌਣ ਸੀਗੇ? ਇਹ ਸੀਗੇ ਫਸਟ ਇੰਡੀਅਨ ਵੂਮਨ ਪ੍ਰੈਜ਼ੀਡੈਂਟ ਆਫ INC ਜੋ ਕਿ ਕਾਨਪੁਰ ਦੇ 1925 ਸੈਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਬਣੇ ਸੀਗੇ। ਨੈਕਸਟ ਇਜ਼ ਇੰਡੀਪੈਂਡੈਂਸ ਤੋਂ ਬਾਅਦ ਇਹ ਫਸਟ ਗਵਰਨਰ ਵੀ ਰਹੇ ਆ UP ਦੇ ਐਂਡ ਸਰੋਜਨੀ ਨਾਇਡੂ ਦੇ ਵਰਕਸ ਆਪਣੇ ਲਈ ਇੰਪੋਰਟੈਂਟ ਹੈਗੇ ਆ। ਫਸਟ ਇਜ਼ ਦਾ ਗੋਲਡਨ ਥ੍ਰੈਸ਼ਹੋਲਡ ਜੋ ਕਾਫੀ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਗਿਆ। ਸੈਕਿੰਡ ਇਜ਼ ਦਾ ਬਰਡ ਆਫ ਟਾਈਮ ਸੌਂਗਸ ਆਫ ਲਾਈਫ ਡੈਥ ਐਂਡ ਸਪਰਿੰਗ। ਥਰਡ ਵਰਕ ਇਜ਼ ਦਾ ਬ੍ਰੋਕਨ ਵਿੰਗਸ ਸੌਂਗਸ ਆਫ ਲਵ ਡੈਥ ਐਂਡ ਡੈਸਟੀਨੀ ਐਂਡ ਫੋਰਥ ਇਜ਼ ਦਾ ਫੀਦਰ ਆਫ ਦੀ ਡੌਨ। ਸੋ ਇਹ ਸਾਰੇ ਵਰਕ ਇਹਨਾਂ ਦੇ ਕਾਫੀ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖਿਓ। ਉਸ ਤੋਂ ਬਾਅਦ ਇਹ ਵਾਲੀ ਜੋ ਇਨਫੋਰਮੇਸ਼ਨ ਹੈ ਵੀ ਕਾਫੀ ਇੰਪੋਰਟੈਂਟ ਹੈ। ਨੈਕਸਟ ਇਜ਼ India dominates in Asian Rifle Pistol Championship 2026 concluded in New Delhi with 94 medals including 51 gold, 23 silver and 20 bronze. So last ਜੋ ਆਪਣੀ ਕਲਾਸ ਹੋਈ ਸੀਗੀ ਉਹਦੇ ਵਿੱਚ ਆਪਾਂ ਇੱਕ ਨਿਊਜ਼ ਕਵਰ ਕੀਤੀ ਸੀਗੀ ਐਂਡ ਉਹ ਨਿਊਜ਼ ਸੀਗੀ ਕਿ ਜੋ ਓਲੰਪਿਕਸ ਨੈਕਸਟ ਆਪਣੇ ਹੋਣੇ ਆ ਉਹਦੇ ਲਈ ਕੁਆਲੀਫਾਈਂਗ ਰਾਊਂਡ ਚੱਲ ਰਹੇ ਨੇ ਸ਼ੂਟਿੰਗ ਦੇ, ਉਹ ਆਪਣੇ ਨਿਊ ਦਿੱਲੀ ਦੇ ਵਿੱਚ ਚੱਲ ਰਹੇ ਆ, ਉਸੇ ਤੋਂ ਰਿਲੇਟਡ ਨਿਊਜ਼ ਹੈਗੀ ਹੈ। ਸੋ ਉਸ ਚੈਂਪੀਅਨਸ਼ਿਪ ਦੇ ਵਿੱਚ ਜੋ ਫਸਟ ਪੋਜੀਸ਼ਨ ਆਈ ਉਹ ਇੰਡੀਆ ਦੀ ਆਈ ਹੈ ਐਂਡ 51 ਗੋਲਡ ਜੋ ਹੈ ਇੰਡੀਆ ਨੇ ਹਾਸਿਲ ਕੀਤੇ ਨੇ। ਬਸ ਇੰਨਾ ਤੁਸੀਂ ਯਾਦ ਰੱਖਿਓ, ਬਾਕੀ ਕਿਹੜੇ ਪਰਸਨ ਦੇ ਗੋਲਡ ਆਏ ਉਹ ਮੈਟਰ ਨਹੀਂ ਕਰਦਾ ਕਿਉਂਕਿ ਕੁਆਲੀਫਾਈਂਗ ਰਾਊਂਡ ਹੈਗੇ ਆ। ਨੈਕਸਟ ਇਜ਼ IAF यानी कि इंडियन एयरफोर्स कंडक्ट्स जॉइंट एक्सरसाइज विद रॉयल थाई यानी कि थाईलैंड एयरफोर्स इन इंडियन ओशन रीजन। सो थाईलैंड ਦੀ एयरफोर्स ਦੇ ਨਾਲ ਇੰਡੀਅਨ 에ਅਰਫੋਰਸ ਜੋ ਹੈ ਇੱਕ ਐਕਸਰਸਾਈਜ਼ ਕਰ ਰਹੀ ਹੈ ਇੰਡੀਅਨ ਓਸ਼ਨ ਰੀਜਨ ਦੇ ਵਿੱਚ। ਨੈਕਸਟ ਇਜ਼ ਇੰਡੀਆ ਜਾਪਾਨ ਐਂਡ ਇੰਡੋਨੇਸ਼ੀਆ ਇਹਨਾਂ ਨੇ ਇੱਕ ਟ੍ਰਾਈਲੇਟਰਲ ਨੇਵਲ ਐਕਸਰਸਾਈਜ਼ ਕੀਤੀ ਹੈ ਅੰਡੇਮਾਨ ਸੀ ਦੇ ਵਿੱਚ। ਜਸਟ ਫੈਕਟ ਬੇਸ ਇਹਨਾਂ ਦਾ ਕੋਈ ਨਾਮ ਨਹੀਂ ਹੈਗਾ, ਦੋਵੇਂ ਐਕਸਰਸਾਈਜ਼ ਦਾ ਕੋਈ ਨਾਮ ਨਹੀਂ ਹੈਗਾ, ਜਸਟ ਤੁਸੀਂ ਯਾਦ ਰੱਖਣਾ ਹੈ ਕਿ ਐਕਸਰਸਾਈਜ਼ ਹੋ ਕਿੱਥੇ ਰਹੀ ਹੈ, ਜਗ੍ਹਾ ਦਾ ਨਾਮ ਤੁਸੀਂ ਯਾਦ ਰੱਖਣਾ ਹੈ। ਨੈਕਸਟ ਇਜ਼ ਪੁਲਿਸ ਅੱਕਾ ਇਨੀਸ਼ੀਏਟਿਵ ਲਾਂਚਡ ਇਨ ਤਮਿਲਨਾਡੂ। ਸੋ ਤਮਿਲਨਾਡੂ ਦੇ ਵਿੱਚ ਪੁਲਿਸ ਅੱਕਾ ਇਨੀਸ਼ੀਏਟਿਵ ਲਾਂਚ ਹੋਇਆਗਾ। ਇਹਦੇ ਵਿੱਚ ਕੀ ਹੋਊਗਾ ਕਿ 8 ਵਿਮਨ ਕੌਂਸਟੇਬਲ ਇਹਨਾਂ ਨੂੰ ਪੁਲਿਸ ਅੱਕਾ ਡੈਜ਼ਿਗਨੇਟ ਕੀਤਾ ਜਾਊਗਾ। 8 ਵਿਮਨ ਕੌਂਸਟੇਬਲ ਜਿਹੜੀ ਹੈਗੀ ਆ ਉਹ ਜੋ ਕੋਲੇਜਿਸ ਡਿਸਟ੍ਰਿਕਟ ਦੇ ਵਿੱਚ ਕੋਲੇਜਿਸ ਨੇ ਉਹਦੇ ਵਿੱਚ ਜਾ ਕੇ ਫੀਮੇਲ ਸਟੂਡੈਂਟਸ ਨੂੰ ਪੁੱਛਣਗੇ ਵੀ ਸਭ ਕੁਛ ਇੱਥੇ ਠੀਕ ਠਾਕ ਹੈਗਾ, ਉਹਨਾਂ ਦੀ ਸੇਫਟੀ ਉਹਨਾਂ ਦੀ ਸਿਕਿਉਰਿਟੀ ਲਈ ਜੋ ਹੈ ਇਹ ਸਾਰੀ ਪਹਿਲ ਜੋ ਕੀਤੀ ਗਈ ਤਮਿਲਨਾਡੂ ਗੌਰਮੈਂਟ ਦੁਆਰਾ।
ਨੈਕਸਟ ਇਜ਼ 12 ਫੈਬਰੀ ਮਹਾਰਿਸ਼ੀ ਦਇਆਨੰਦ ਸਰਸਵਤੀ ਬਰਥ ਐਨੀਵਰਸਰੀ ਜੋ ਹੈ ਸੈਲੀਬ੍ਰੇਟ ਕਰਦੇ ਆਪਾਂ। ਐਂਡ ਮਹਾਰਿਸ਼ੀ ਦਇਆਨੰਦ ਸਰਸਵਤੀ ਬਾਰੇ ਆਪਾਂ ਪੜ੍ਹ ਲੈਂਦੇ ਹਾਂ। ਇਹਨਾਂ ਦਾ ਜਨਮ 12 ਫਰਵਰੀ 1824 ਨੂੰ ਟੰਕਾਰਾ ਡਿਸਟ੍ਰਿਕਟ ਦੇ ਵਿੱਚ ਹੋਇਆ ਸੀਗਾ, ਜੋ ਕਿ ਗੁਜਰਾਤ ਦੇ ਵਿੱਚ ਹੈਗਾ। 1875 ਦੇ ਵਿੱਚ ਇਹਨਾਂ ਨੇ ਆਰੀਆ ਸਮਾਜ ਦੀ ਸ਼ੁਰੂਆਤ ਕੀਤੀ ਸੀਗੀ, ਕਿੱਥੇ ਬੰਬੇ ਦੇ ਵਿੱਚ। ਲੇਟਰ ਔਨ ਇਹਨਾਂ ਨੇ ਸ਼ਿਫਟ ਕਰ ਲਿਆ ਸੀਗਾ। ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਇਹਨਾਂ ਨੇ ਹੈੱਡਕੁਆਟਰ ਆਪਣਾ ਕਿੱਥੇ ਸ਼ਿਫਟ ਕੀਤਾ ਸੀਗਾ। ਨੈਕਸਟ ਇਜ਼ ਜੋ ਅੱਜ ਆਪਾਂ ਡੀਏਵੀ ਸਕੂਲਸ ਜਾਂ ਫਿਰ ਡੀਏਵੀ ਕਾਲਜ ਦੇਖਦੇ ਆ, ਠੀਕ ਹੈ, ਉਹ ਵੀ ਸਵਾਮੀ ਦਇਆਨੰਦ ਸਰਸਵਤੀ ਦਾ ਹੀ ਵਿਜ਼ਨ ਸੀਗਾ। ਐਂਡ ਪਰੋਪਕਾਰਨੀ ਸਭਾ ਜੋ ਹੈ 1882-83 ਦੇ ਵਿੱਚ ਬਣਾਈ ਗਈ ਸੀਗੀ। ਇਹਦਾ ਪਰਪਸ ਕੀ ਸੀਗਾ? ਟੂ ਪਬਲਿਸ਼ ਐਂਡ ਪ੍ਰੀਚ ਹਿਜ਼ ਵਰਕਸ ਐਂਡ ਵੈਦਿਕ ਟੈਕਸਟ, ਠੀਕ ਹੈ ਜੀ। ਇਹਨਾਂ ਦਾ ਕਾਫੀ ਫੇਮਸ ਨਾਰਾ ਸੀਗਾ ਗੋ ਬੈਕ ਟੂ ਵੇਦਾਸ, ਗੋ ਬੈਕ ਟੂ ਵੇਦਾਸ, ਠੀਕ ਹੈ। ਵੇਦ ਨੂੰ ਇਹ ਕਾਫੀ ਮੰਨਦੇ ਸੀਗੇ। ਨੈਕਸਟ ਇਜ਼ ਇਹਨਾਂ ਦਾ ਲਿਟਰੇਰੀ ਕੰਟਰੀਬਿਊਸ਼ਨ ਸਤਿਆਰਥ ਪ੍ਰਕਾਸ਼, ਜਿਹਨੂੰ ਲਾਈਟ ਆਫ ਟਰੂਥ ਕਿਹਾ ਜਾਂਦਾ ਹੈ, ਇਹਨਾਂ ਦਾ ਵਰਕ ਹੈਗਾ। ਸੰਸਕਾਰ ਵਿਧੀ ਐਂਡ ਰਿਗਵੇਦ ਭਾਸ਼ਮ, ਇਹ ਵੀ ਇਹਨਾਂ ਦਾ ਵਰਕ ਦੇ ਵਿੱਚ ਇਨਕਲੂਡ ਹੈਗਾ। ਨੈਕਸਟ ਇਜ਼ ਚਿੰਨਾਕੇਸ਼ਵਰ ਟੈਂਪਲ। ਚਿੰਨਾਕੇਸ਼ਵਰ ਟੈਂਪਲ ਨਿਊਜ਼ ਦੇ ਵਿੱਚ ਕਿਉਂ ਸੀਗਾ? ਕਿਉਂਕਿ ਇਸ ਤੋਂ ਪਹਿਲਾਂ ਜੋ ਆਪਾਂ ਨਿਊਜ਼ ਦੇਖੀ ਹੈ ਸੇਵਾ ਤੀਰਥ ਬਾਰੇ, ਸੇਵਾ ਤੀਰਥ ਦੀ ਜੋ ਬਿਲਡਿੰਗ ਹੈ ਉਹ ਚਿੰਨਾਕੇਸ਼ਵਰ ਟੈਂਪਲ ਦੇ ਆਰਕੀਟੈਕਚਰ ਤੋਂ ਇੰਸਪਾਇਰ ਕਰਕੇ ਬਣਾਈ ਗਈ ਹੈ। ਸੋ ਇਸ ਟੈਂਪਲ ਬਾਰੇ ਆਪਾਂ ਥੋੜ੍ਹਾ ਪੜ੍ਹ ਲੈਂਦੇ ਹਾਂ, ਠੀਕ ਹੈ ਜੀ। 12th ਸੈਂਚੁਰੀ ਦਾ ਟੈਂਪਲ ਹੈਗਾ, ਕਿਹੜੀ ਸਟੇਟ ਦੇ ਵਿੱਚ ਹੈਗਾ? ਕਰਨਾਟਕ ਦੇ ਵਿੱਚ, ਠੀਕ ਹੈ ਜੀ। ਐਂਡ ਲੋਰਡ ਵਿਸ਼ਨੂੰ ਨੂੰ ਡੈਡੀਕੇਟ ਕੀਤਾ ਗਿਆ। ਉਸ ਤੋਂ ਬਾਅਦ ਕੰਸਟਰਕਟ ਕਿਹਨੇ ਕਰਵਾਇਆ ਸੀਗਾ? ਕਿੰਗ ਵਿਸ਼ਨੂੰ ਵਰਧਨ ਇਨ 1117 CE ਨੇ ਇਸ ਨੂੰ ਕੰਸਟਰਕਟ ਕਰਾਇਆ ਸੀਗਾ। ਐਂਡ ਇੰਪੋਰਟੈਂਟ ਆਪਣੇ ਲਈ ਤਾਂ ਵੀ ਬਣ ਜਾਂਦਾ ਕਿਉਂਕਿ ਇਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਲਿਸਟਡ ਹੈਗਾ, ਠੀਕ ਹੈ ਜੀ। ਐਂਡ ਹੋਇਸਾਲਾ ਆਰਕੀਟੈਕਚਰ 'ਤੇ ਬੇਸਡ ਹੈਗਾ। ਸੋ ਤੁਸੀਂ ਯਾਦ ਰੱਖਣਾ ਸਭ ਤੋਂ ਪਹਿਲਾਂ ਚਿੰਨਾਕੇਸ਼ਵਰ ਟੈਂਪਲ ਕਿੱਥੇ ਲੋਕੇਟਡ ਹੈਗਾ? ਕਰਨਾਟਕ ਦੇ ਵਿੱਚ। ਕਿਹੜੀ ਡਾਇਟੀ ਨੂੰ ਡੈਡੀਕੇਟਡ ਹੈਗਾ? ਕਿਹਨਾਂ ਨੇ ਬਣਵਾਇਆ ਸੀਗਾ, ਠੀਕ ਹੈ ਜੀ। ਐਂਡ ਆਪਣਾ ਜੋ ਸੇਵਾ ਤੀਰਥ ਕੰਪਲੈਕਸ ਜਿਹਦੇ ਵਿੱਚ ਨਿਊ PMO ਆਫਿਸ ਆਪਣਾ ਹੋਣ ਜਾ ਰਿਹਾ, ਉਹ ਕਿਹੜੇ ਤੋਂ ਇੰਸਪਾਇਰ ਹੈ? ਕਿਹੜੇ ਟੈਂਪਲ ਤੋਂ ਇੰਸਪਾਇਰ ਹੈ? ਚਿੰਨਾਕੇਸ਼ਵਰ ਟੈਂਪਲ। Next is Department of Post release set of 8 commemorative postage stamp on puppets of India। ਸੋ ਇਹਦੇ ਲਈ ਆਪਣੇ ਲਈ ਇੰਪੋਰਟੈਂਟ ਹੈਗਾ ਕਲਚਰ ਬੇਸਡ ਨਿਊਜ਼ ਹੈਗੀਆਂ ਜੋ 8 ਸਟੈਂਪਸ ਹੈਗੀਆਂ, ਜੋ 8 ਪਪੇਟਸ ਹੁੰਦੇ ਆ, ਉਹ ਕਿਹੜੀ ਕਿਹੜੀ ਸਟੇਟ ਦੇ ਵਿੱਚ ਕਿਹੜੇ ਕਿਹੜੇ ਪਪੇਟਸ ਫੇਮਸ ਹੈਗੇ। ਜਿਵੇਂ ਕਿ ਆਪਾਂ ਕਠਪੁਤਲੀ ਜੋ ਬਹੁਤ ਜ਼ਿਆਦਾ ਫੇਮਸ ਹੈ, ਜੋ ਸਾਰਿਆਂ ਨੂੰ ਪਤਾ ਹੋਣਾ, ਕਠਪੁਤਲੀ ਦਾ ਨਾਮ ਸਾਰਿਆਂ ਨੇ ਸੁਣਿਆ ਹੋਣਾ, ਇਹ ਰਾਜਸਥਾਨ ਦੇ ਪਪੇਟਸ ਹੈਗੇ ਨੇ, ਠੀਕ ਹੈ। ਉਸ ਤੋਂ ਬਾਅਦ ਯਕਸ਼ਗਣ ਸੁਤਰਾਦਾ ਗੋਂਬਿਆਟਾ, ਇਹ ਕਰਨਾਟਕ ਦੇ ਨੇ। ਕਥੀ ਕੁੰਡੀ ਐਂਡ ਰਾਵਣ ਛਾਇਆ, ਇਹ ਉੜੀਸਾ ਦੇ ਨੇ। ਡਾਂਗਰ ਪੁਤੁਲ ਐਂਡ ਬੈਨਿਲ ਪੁਤੁਰ, ਇਹ ਆਪਣੇ ਵੈਸਟ ਬੰਗਾਲ ਦੇ ਨੇ। ਪਾਵਾ ਕਥਕਲੀ, ਇਹ ਕੇਰਲ ਦਾ ਹੈ। ਐਂਡ ਟੋਲੂ ਬੋਮਲਾਟਾ, ਇਹ ਆਂਧਰ ਪ੍ਰਦੇਸ਼ ਦੇ ਪਪੇਟਸ ਨੇ, ਠੀਕ ਹੈ। ਸੋ ਡਾਇਰੈਕਟ ਕਈ ਵਾਰ ਨਾ ਜੋ UPSC ਲੈਵਲ ਹੈ, PCS ਲੈਵਲ ਦੇ ਐਗਜ਼ਾਮ ਹੁੰਦੇ ਆ, ਸੋ ਡਾਇਰੈਕਟ ਮੈਚਿੰਗ ਦੇ ਵਿੱਚ ਕੁਐਸਚਨ ਕਈ ਵਾਰ ਆ ਜਾਂਦੇ ਆ ਕਲਚਰ ਤੋਂ ਰਿਲੇਟਡ, ਸੋ ਇਸ ਕਰਕੇ ਯਾਦ ਰੱਖ ਲਿਓ ਤੁਸੀਂ। ਨੈਕਸਟ ਇਜ਼ ਰਿਲੇਟਡ ਟੂ ਫੈਸਟੀਵਲ ਲੇ ਡੋਸਮੋਸ਼ੇ ਐਂਡ ਲਿਕੇਸਟੋਮੋਸ਼ੇ ਫੈਸਟੀਵਲ। ਇਹ ਸਟਾਰਟ ਹੋਇਆ ਲੱਦਾਖ ਦੇ ਵਿੱਚ, ਮਾਰਕਿੰਗ ਐਂਡ ਆਫ ਹਾਰਸ਼ ਵਿੰਟਰਸ, ਠੀਕ ਹੈ ਜੀ। ਸੋ ਵਿੰਟਰਸ ਜੋ ਹੈ ਉਹ ਖਤਮ ਹੋਣ ਵਾਲੇ ਨੇ, ਇਸੇ ਚੀਜ਼ ਨੂੰ ਸੈਲੀਬ੍ਰੇਟ ਕਰਨ ਲਈ ਜੋ ਹੈ ਫੈਸਟੀਵਲਸ ਮਨਾਏ ਜਾਂਦੇ ਲੱਦਾਖ ਰੀਜਨ ਦੇ ਵਿੱਚ। ਨੈਕਸਟ ਇਜ਼ ਏਅਰਸ਼ਿਪਸ ਬੇਸਡ ਹਾਈ ਐਲਟੀਟਿਊਡ ਸ਼ੂਡੋ ਸੈਟੇਲਾਈਟ, ਯਾਨੀ ਕਿ ASHAPS, ਕਾਫੀ ਇੰਪੋਰਟੈਂਟ ਹੈ, ਸਾਇੰਸ ਰਿਲੇਟਡ ਨਿਊਜ਼ ਆਪਣੀ ਹੈਗੀ ਹੈ। HAPS ਕੀ ਹੈਗੀ ਹੈ? ਇਹ ਸੋਲਰ ਪਾਵਰਡ ਅਨਮੈਨਡ ਏਰੀਅਲ ਵਹੀਕਲਸ ਹੈਗੇ ਹੈ which are designed to operate in the stratosphere at an altitude of approximately 18 to 20 ਕਿਲੋਮੀਟਰ। ਸੋ ਬੇਸਿਕਲੀ ਕੀ ਹੈਗਾ, ਜੋ ਹਾਈ ਐਲਟੀਟਿਊਡ ਸੂਡੋ ਸੈਟੇਲਾਈਟ ਹੈ, ਸੂਡੋ ਸੈਟੇਲਾਈਟ ਨਾਮ ਤੋਂ ਹੀ ਕਲੀਅਰ ਹੈ ਕਿ ਐਕਚੁਅਲ ਦੇ ਵਿੱਚ ਸੈਟੇਲਾਈਟ ਨਹੀਂ ਹੈਗੇ, ਕੀ ਹੈਗੇ? ਅਨਮੈਨਡ ਏਰੀਅਲ ਵਹੀਕਲ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਕੋਈ ਏਅਰਕ੍ਰਾਫਟ ਟਾਈਪ ਹੈ ਜਿਹਦੇ ਵਿੱਚ ਕੋਈ ਪਾਇਲਟ ਨਹੀਂ ਹੈਗਾ। ਅਨਮੈਨਡ ਦਾ ਮਤਲਬ ਕਿ ਕੋਈ ਉਹਦੇ ਵਿੱਚ ਪਰਸਨ ਨਹੀਂ ਹੈਗਾ। ਇਹ ਲੱਗਣਗੇ ਇੱਦਾਂ ਕਿ ਜਿਵੇਂ ਸੈਟੇਲਾਈਟ ਹੈਗੇ, ਬਟ ਐਕਚੁਅਲ ਦੇ ਵਿੱਚ ਆਪਣੇ ਜੋ ਹੈ ਏਰੀਅਲ ਵਹੀਕਲਸ ਹੋਣਗੇ, ਠੀਕ ਹੈ। ਐਂਡ ਇਹਨਾਂ ਦੀ ਲੋਕੇਸ਼ਨ ਕਿੱਥੇ ਹੋਊਗੀ? ਸਟ੍ਰੈਟੋਸਫੇਅਰ ਦੇ ਵਿੱਚ। ਐਂਡ ਦੇ ਕੈਨ ਰਿਮੇਨ ਏਅਰਬੋਰਨ ਫॉर ਮੰਥਸ ਔਰ ਈਵਨ ਈਅਰਸ, ਠੀਕ ਹੈ ਜੀ। ਇਹ ਸੋਲਰ ਤੋਂ ਚੱਲਦੇ, ਸੋਲਰ ਪਾਵਰ ਤੋਂ ਚੱਲਣਗੇ ਐਂਡ ਮੰਥਸ ਐਂਡ ਈਅਰਸ ਤੱਕ ਇਹ ਜੋ ਹੈ ਉਹ ਹਵਾ ਦੇ ਵਿੱਚ ਰਹਿ ਸਕਦੇ ਨੇ। ਐਂਡ ਇਹਨਾਂ ਦਾ ਪਰਪਸ ਕੀ ਬੇਸਿਕਲੀ ਜੋ ਆਪਣੇ ਬੋਰਡਰਿੰਗ ਏਰੀਆਜ਼ ਹੈਗੇ ਆ ਉੱਥੇ ਮੋਨੀਟਰਿੰਗ ਦਾ ਜੋ ਹੈ ਮੇਨ ਕੰਮ ਇਹਨਾਂ ਦਾ ਹੋਊਗਾ। ਨੈਕਸਟ ਇਜ਼ Tamil Brahmi inscription found in Egypt Valley of Kings shed light on ancient trade links। ਸੋ ਇਜਿਪਟ ਦੇ ਵਿੱਚ ਜੋ ਹੈ ਰਿਸਰਚਰਸ ਨੇ ਕੁਝ ਤਮਿਲ ਬ੍ਰਾਹਮੀ ਇਨਸਕ੍ਰਿਪਸ਼ਨਸ ਉੱਤੇ ਫਾਊਂਡ ਕੀਤੇ ਨੇ, ਠੀਕ ਹੈ ਜੀ, ਜੋ ਆਪਾਂ ਨੂੰ ਇਹ ਚੀਜ਼ ਦਰਸਾਉਂਦੀ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਇੰਡੀਆ ਐਂਡ ਇਜਿਪਟ ਦੇ ਜੋ ਹੈ ਟ੍ਰੇਡ ਲਿੰਕਸ ਰਹੇ ਹੋਣੇ, ਤਾਂ ਹੀ ਆਪਣੇ ਇਨਸਕ੍ਰਿਪਸ਼ਨ ਜੋ ਹੈਗਾ ਉਹ ਇਜਿਪਟ ਦੇ ਵਿੱਚ ਮਿਲੇ ਨੇ। ਸੋ ਕਲੋਜ਼ ਟੂ 30 ਇਨਸਕ੍ਰਿਪਸ਼ਨ ਇਨ ਤਮਿਲ ਬ੍ਰਾਹਮੀ ਪ੍ਰਾਕ੍ਰਿਤ,
ठीक है, एंड संस्कृत एंड टॉम एट टॉम्स इन द वैली ऑफ किंग्स इन इजिप्ट आइडेंटिफाइड बाय रिसर्चर्स। ठीक है जी, सो जस्ट फैक्ट बेस्ड न्यूज़ हैगी आ। नैक्सट इज़ वर्ल्ड्स लार्जेस्ट ग्रेन स्टोरेज प्लान इन कोऑपरेटिव सैक्टर। इस प्लान ਦੀ ਸ਼ੁਰੂਆਤ ਹੋਈ ਸੀਗੀ 24 ਫਰਵਰੀ 2024 ਦੇ ਵਿੱਚ, ਐਂਡ ਇਹਦਾ ਮਕਸਦ ਸੀਗਾ ਟੂ ਐਮਪਾਵਰ PACS, ਠੀਕ ਹੈ ਜੀ, ਬਾਈ ਸਟੈਬਲਿਸ਼ਿੰਗ ਡੀਸੈਂਟਰਲਾਈਜ਼ ਸਟੋਰੇਜ ਫੈਸਿਲਿਟੀਜ਼ ਪ੍ਰੋਸੈਸਿੰਗ ਯੂਨਿਟ। ਸੋ ਬੇਸਿਕਲੀ ਕੀ ਹੁੰਦਾ, ਜੋ ਫਾਰਮਰਸ ਨੇ ਉਹਨਾਂ ਕੋਲ ਇੱਕ ਮੇਜਰ ਇਸ਼ੂ ਹੁੰਦਾ ਹੈਗਾ ਆਪਣੀ ਗ੍ਰੇਨ ਨੂੰ ਸਟੋਰ ਕਰਨ ਦਾ, ਠੀਕ ਹੈ, ਕਿਉਂਕਿ ਉਹਨਾਂ ਕੋਲ ਸਟੋਰੇਜ ਫੈਸਿਲਿਟੀਜ਼ ਨਹੀਂ ਹੁੰਦੀਆਂ, ਗੋਡਾਊਨਸ ਜੋ ਆਲਰੇਡੀ ਫੁੱਲ ਹੁੰਦੇ ਆ। ਸੋ ਉਸ ਚੀਜ਼ ਨੂੰ ਸੋਲਵ ਕਰਨ ਲਈ ਜੋ ਹੈ ਲੈ ਕੇ ਆਇਆ ਸੀਗਾ ਕੋਆਪਰੇਟਿਵ ਸੈਕਟਰ ਦੇ ਵਿੱਚ ਸਕੀਮ ਆਈ ਸੀਗੀ ਆਪਣੀ। ਐਂਡ ਇਸ ਸਕੀਮ ਦੇ ਵਿੱਚ ਜੋ ਮੱਧ ਪ੍ਰਦੇਸ਼ ਦਾ ਬਾਲਾਘਾਟ ਡਿਸਟ੍ਰਿਕਟ ਹੈ ਉਹਨੂੰ ਪਾਇਲਟ ਡਿਸਟ੍ਰਿਕਟ ਸਿਲੈਕਟ ਕੀਤਾ ਗਿਆ। ਸੋ ਇਹਦੇ ਵਿੱਚ ਇਸ ਡਿਸਟ੍ਰਿਕਟ ਦੇ ਵਿੱਚ ਵਰਲਡ ਲਾਰਜੈਸਟ ਗ੍ਰੇਨ ਸਟੋਰੇਜ ਜੋ ਹੈ ਉਹ ਪਲਾਨ ਜੋ ਹੈ ਇਨੀਸ਼ੀਏਟ ਕੀਤਾ ਜਾਊਗਾ, ਮਤਲਬ ਕਿ ਉਹਦੀ ਸ਼ੁਰੂਆਤ ਇਸ ਡਿਸਟ੍ਰਿਕਟ ਤੋਂ ਹੋ ਰਹੀ ਹੈ, ਤੁਸੀਂ ਯਾਦ ਰੱਖਣਾ, ਜਸਟ ਫੈਕਟ ਬੇਸਡ ਨਿਊਜ਼ ਹੈ। ਨੈਕਸਟ ਇਜ਼ ਕਾਫੀ ਇੰਪੋਰਟੈਂਟ ਨਿਊਜ਼ ਇਜ਼ ਨਿਸ਼ਾਨ ਏ ਪਾਕਿਸਤਾਨ ਐਂਡ ਭਾਰਤ ਰਤਨ ਅਵਾਰਡ ਨਿਊਜ਼ ਦੇ ਵਿੱਚ ਸੀਗੇ। ਸੋ ਨਿਊਜ਼ ਦੇ ਵਿੱਚ ਕਿਉਂ ਸੀਗੇ, PM ਮਿਊਜ਼ੀਅਮ ਟੂ ਗੈਟ ਕਾਪੀਜ਼ ਆਫ ਮੋਰਾਰਜੀ ਦੇਸਾਈਜ਼ ਨਿਸ਼ਾਨ ਏ ਪਾਕਿਸਤਾਨ ਐਂਡ ਭਾਰਤ ਰਤਨ ਫਰੋਮ ਗੁਜਰਾਤ ਵਿਦਿਆਪੀਠ। ਠੀਕ ਹੈ ਜੀ, ਸੋ PM ਮਿਊਜ਼ੀਅਮ ਦੇ ਵਿੱਚ ਗੁਜਰਾਤ ਵਿਦਿਆਪੀਠ ਤੋਂ ਨਿਸ਼ਾਨ ਏ ਪਾਕਿਸਤਾਨ ਭਾਰਤ ਰਤਨ ਦੀ ਕਾਪੀਜ਼ ਨੂੰ ਬੁਲਾਇਆ ਗਿਆ, ਠੀਕ ਹੈ ਜੀ, ਮੰਗਵਾਇਆ ਗਿਆ। ਸੋ ਆਪਣੇ ਲਈ ਦੋਨੋਂ ਅਵਾਰਡ ਜਿਹੜੇ ਇੰਪੋਰਟੈਂਟ ਹੋ ਜਾਂਦੇ ਆ। ਸੋ ਸਭ ਤੋਂ ਪਹਿਲਾ ਫੈਕਟ ਇਹ ਹੈਗਾ ਕਿ ਇੰਡੀਆ ਦੇ ਉਹ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੂੰ ਪਾਕਿਸਤਾਨ ਦਾ ਹਾਈਐਸਟ ਸਿਵਿਲੀਅਨ ਅਵਾਰਡ ਜੋ ਕਿ ਨਿਸ਼ਾਨ ਏ ਪਾਕਿਸਤਾਨ ਹੈ ਐਂਡ ਹਿੰਦੁਸਤਾਨ ਦਾ ਜੋ ਹਾਈਐਸਟ ਸਿਵਿਲੀਅਨ ਅਵਾਰਡ ਹੈਗਾ ਭਾਰਤ ਰਤਨ, ਉਹ ਦੋਨੋਂ ਮਿਲੇ ਨੇ। ਇਹ ਓਨਲੀ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੂੰ ਦੋਵੇਂ ਅਵਾਰਡ ਮਿਲੇ ਨੇ, ਠੀਕ ਹੈ ਜੀ, ਮੋਰਾਰਜੀ ਦੇਸਾਈ, ਠੀਕ ਹੈ, ਇੱਥੇ ਮੈਂ ਮੈਂਸ਼ਨ ਕੀਤਾ ਹੋਇਆ ਥੀਸ ਆਰ ਦਾ ਹਾਈਐਸਟ ਸਿਵਿਲੀਅਨ ਅਵਾਰਡਸ ਆਫ ਇੰਡੀਆ ਐਂਡ ਪਾਕਿਸਤਾਨ ਵਿਚ ਵਾਜ਼ ਅਵਾਰਡਡ ਟੂ ਦ ਲੇਟ ਪ੍ਰਾਈਮ ਮਿਨਿਸਟਰ ਮੋਰਾਰਜੀ ਦੇਸਾਈ, ਐਂਡ ਦੇਸਾਈ ਇਜ਼ ਦਾ ਓਨਲੀ ਇੰਡੀਅਨ ਪ੍ਰਾਈਮ ਮਿਨਿਸਟਰ ਟੂ ਹੈਵ ਬੀਨ ਅਵਾਰਡਡ ਦੀ ਨਿਸ਼ਾਨ ਏ ਪਾਕਿਸਤਾਨ, ਜੋ ਕਿ 1991 ਦੇ ਵਿੱਚ ਮਿਲਿਆ ਸੀਗਾ, ਐਂਡ ਭਾਰਤ ਰਤਨ ਵੀ ਉਹਨਾਂ ਨੂੰ 1991 ਦੇ ਵਿੱਚ ਹੀ ਮਿਲਿਆ ਸੀਗਾ। ਠੀਕ ਹੈ, ਕਰੰਟਲੀ ਜੋ ਹੈ ਇਹ ਗੁਜਰਾਤ ਵਿਦਿਆਪੀਠ ਦੇ ਵਿੱਚ ਸੀਗੇ ਦੋਵੇਂ ਅਵਾਰਡ। ਇਹਨਾਂ ਦਾ ਰੈਪਲੀਕਾ ਜੋ ਹੈ ਉਹ PM ਮਿਊਜ਼ੀਅਮ ਦੇ ਵਿੱਚ ਮੰਗਵਾਇਆ ਗਿਆ, ਇਸ ਕਰਕੇ ਨਿਊਜ਼ ਦੇ ਵਿੱਚ ਸੀਗੇ। ਐਂਡ ਗੁਜਰਾਤ ਦੇ ਵਿੱਚ ਜੋ ਵਿਦਿਆਪੀਠ ਹੈਗੀ ਹੈ ਉਹਦੀ ਸ਼ੁਰੂਆਤ ਕਿਹਨੇ ਕੀਤੀ ਸੀਗੀ, ਮਹਾਤਮਾ ਗਾਂਧੀ ਜੀ ਨੇ ਕੀਤੀ ਸੀਗੀ। ਨੈਕਸਟ ਇਜ਼ ਨੌਰਥ ਈਸਟ ਫਸਟ ਐਮਰਜੈਂਸੀ ਲੈਂਡਿੰਗ ਫੈਸਿਲਿਟੀ ਇਨੈਗੂਰੇਟਡ ਇਨ ਅਸਾਮ। ਕਾਫੀ ਇੰਪੋਰਟੈਂਟ ਨਿਊਜ਼ ਹੈ ਇਹ ਵੀ। ਸੋ ਨੌਰਥ ਈਸਟ ਦੇ ਵਿੱਚ ਅਸਾਮ ਦੇ ਵਿੱਚ ਜੋ ਹੈ ਉਹ ਫਸਟ ਐਮਰਜੈਂਸੀ ਲੈਂਡਿੰਗ ਫੈਸਿਲਿਟੀ ਨੌਰਥ ਈਸਟ ਦੀ ਉਹ ਇਨੈਗੂਰੇਟ ਕੀਤੀ ਗਈ ਹੈ। ਇਹ ਐਮਰਜੈਂਸੀ ਲੈਂਡਿੰਗ ਕੀ ਹੁੰਦੀ ਹੈ, ਬੇਸਿਕਲੀ ਇੱਕ ਹਾਈਵੇ ਏਅਰ ਸਟ੍ਰਿਪ ਹੁੰਦੀ ਹੈ, ਜਿਵੇਂ ਕਿ ਆਪਾਂ ਹਾਈਵੇਜ਼ ਦੇਖਦੇ ਹਾਂ, ਹਾਈਵੇਜ਼ 'ਤੇ ਆਪਣੀ ਰੋਡਸ ਐਂਡ ਬੱਸਿਸ ਵਹੀਕਲਸ ਚੱਲਦੇ ਨੇ, ਉਵੇਂ ਹੀ ਇੱਕ ਹਾਈਵੇ ਹੁੰਦਾ ਗਾ, ਬਟ ਉਹਦੇ ਵਿੱਚ ਏਅਰ ਸਟ੍ਰਿਪ ਵੀ ਹੁੰਦੀ ਹੈ, ਯਾਨੀ ਕਿ ਉੱਥੇ ਤੁਸੀਂ ਏਅਰਕ੍ਰਾਫਟ ਵੀ ਤਾਰ ਸਕਦੇ ਹੋ। ਹਾਈਵੇ 'ਤੇ ਤੁਸੀਂ ਏਅਰਕ੍ਰਾਫਟ ਵੀ ਉੱਥੋਂ ਲੈਂਡ ਵੀ ਕਰ ਸਕਦੇ ਹੋ, ਉੱਥੇ ਜੋ ਟੇਕ ਆਫ ਵੀ ਕਰ ਸਕਦੇ ਆ। ਸੋ ਕੀ ਹੁੰਦਾ ਗਾ ਜਦੋਂ ਵੀ ਵਾਰ ਲਾਈਕ ਸਿਚੁਏਸ਼ਨ ਹੁੰਦੀ ਹੈ, ਸੋ ਪਹਿਲਾ ਜੋ ਟਾਰਗੇਟ ਹੁੰਦਾ ਐਨੀਮੀ ਕੰਟਰੀ ਦਾ ਉਹ ਆਪਣੇ ਏਅਰ ਬੇਸ ਹੁੰਦੇ ਆ, ਵੀ ਏਅਰ ਬੇਸ ਨੂੰ ਡਿਸਟਰੋਏ ਕਰ ਦਿਓ ਤਾਂ ਕਿ ਜੋ ਪਲੇਨਸ ਹੈ ਉਹ ਲੈਂਡ 'ਤੇ ਟੇਕ ਆਫ ਹੀ ਨਾ ਕਰ ਪਾਉਣ। ਤਾਂ ਉਸ ਚੀਜ਼ ਦੇ ਅਲਟਰਨੇਟਿਵ ਲਈ ਜੋ ਹੈ ਇਹ ਆਪਣੇ ਐਮਰਜੈਂਸੀ ਲੈਂਡਿੰਗ ਫੈਸਿਲਿਟੀਜ਼ ਬਣਾਈ ਜਾਂਦੀਆਂ ਨੇ, ਜੋ ਕੰਮ ਤਾਂ ਹਾਈਵੇ ਦਾ ਕਰਦੀ ਹੈ, ਬਟ ਉੱਥੇ ਜੇ ਲੋਡ ਪਵੇ ਤਾਂ ਆਪਾਂ ਏਅਰਕ੍ਰਾਫਟ ਨੂੰ ਵੀ ਲੈਂਡ ਕਰਾ ਸਕਦੇ ਹਾਂ। ਠੀਕ ਹੈ ਜੀ, ਸੋ ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਐਂਡ ਅਸਾਮ ਦੇ ਵਿੱਚ ਨੌਰਥ ਈਸਟ ਦਾ ਫਸਟ ਐਮਰਜੈਂਸੀ ਲੈਂਡਿੰਗ ਫੈਸਿਲਿਟੀ ਸ਼ੁਰੂਆਤ ਕੀ ਗਈ ਹੈ। ਨੈਕਸਟ ਇਜ਼ ਅਪੈਡਾ ਨਿਊਜ਼ ਦੇ ਵਿੱਚ ਸੀਗੀ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ। ਸੋ ਇਹਦੀ ਫੁੱਲ ਫਾਰਮ ਇੰਪੋਰਟੈਂਟ ਹੈਗੀ ਹੈ। ਨੈਕਸਟ ਕਦੋਂ ਬਣਾਈ ਗਈ ਸੀਗੀ, ਇਹ 1985 ਦੇ ਵਿੱਚ ਬਣਾਈ ਗਈ ਸੀਗੀ। ਐਂਡ ਇਟ ਇਜ਼ ਅ ਸਟੈਟੂਟਰੀ ਬੋਡੀ, ਸਟੈਟੂਟਰੀ ਮਤਲਬ ਕਿ ਜੋ ਕਿ ਐਕਟ ਆਫ ਪਾਰਲੀਮੈਂਟ ਤੋਂ ਬਣਾਈ ਜਾਂਦੀ ਹੈ। ਸੋ ਨਾਮ ਤੋਂ ਹੀ ਕਲੀਅਰ ਹੈ ਅਪੈਡਾ ਦਾ ਕੰਮ ਕੀ ਹੋਊਗਾ, ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ। ਸੋ ਜੋ ਵੀ ਆਪਣੇ ਐਗਰੀਕਲਚਰ ਜਾਂ ਫਿਰ ਉਹਨਾਂ ਦਾ ਜੋ ਫੂਡਸ ਬਣਦੇ ਆ, ਠੀਕ ਹੈ ਜੀ, ਜੋ ਪ੍ਰੋਸੈਸਡ ਫੂਡ ਹੁੰਦੇ ਆ ਉਹਨਾਂ ਦੇ ਐਕਸਪੋਰਟ ਨੂੰ ਫੈਸਿਲੇਟ ਕਰਨ ਲਈ ਜਾਂ ਫਿਰ ਉਹਨੂੰ ਹੋਰ ਜ਼ਿਆਦਾ ਵਧਾਵਾ ਦੇਣ ਲਈ ਜੋ ਹੈ ਬੋਡੀ ਰਿਸਪੋਂਸੀਬਲ ਹੁੰਦੀ ਹੈ। ਠੀਕ ਹੈ ਜੀ, ਐਂਡ ਇਹ ਜੋ ਬੋਡੀ ਬਣੀ ਸੀਗੀ ਇਹਨੇ ਰਿਪਲੇਸ ਕੀਤਾ ਸੀਗਾ ਪ੍ਰੋਸੈਸਡ ਫੂਡ ਐਕਸਪੋਰਟ ਪ੍ਰੋਮੋਸ਼ਨ ਕਾਊਂਸਿਲ ਨੂੰ। ਐਂਡ ਮਿਨਿਸਟਰੀ ਬਹੁਤ ਇੰਪੋਰਟੈਂਟ ਹੈ, ਨਾਮ ਤਾਂ ਆਪਾਂ ਨੂੰ ਲੱਗੂਗਾ ਕਿ ਮਿਨਿਸਟਰੀ ਆਫ ਐਗਰੀਕਲਚਰ ਦੇ ਅੰਡਰ ਇਹ ਬੋਡੀ ਆਉਂਦੀ ਹੈ, ਬਟ ਕਿਉਂਕਿ ਟ੍ਰੇਡ ਦਾ ਕੰਮ ਹੈਗਾ ਤਾਂ ਇਹ ਬੋਡੀ ਫੰਕਸ਼ਨ ਕਰਦੀ ਹੈ ਅੰਡਰ ਦਾ ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ ਦੇ ਵਿੱਚ। ਕਾਫੀ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਇਜ਼ ਭਾਰਤ ਵਿਸਤਾਰ। ਆਪਣਾ ਬਜਟ ਦੇ ਵਿੱਚ ਵੀ ਮੈਂ ਐਕਸਪਲੇਨ ਕੀਤਾ ਸੀਗਾ, ਇੱਥੇ ਵੀ ਐਕਸਪਲੇਨ ਕਰ ਦਿੰਦੀ ਹਾਂ। ਭਾਰਤ ਵਿਸਤਾਰ ਕੀ ਹੈਗਾ, ਇੱਕ ਮਲਟੀਲਿੰਗੁਅਲ AI ਟੂਲ ਹੈਗਾ
ठीक है, क्योंकि अपने जो इंडियन फार्मर्स हैं ਉਹਨਾਂ ਨੂੰ ਇੰਗਲਿਸ਼ ਜਾਂ ਫਿਰ ਸਾਰੇ ਫਾਰਮਰਸ ਨੂੰ ਹਿੰਦੀ ਵੀ ਨਹੀਂ ਆਉਂਦੀ, ਸੋ ਇਸ ਕਰਕੇ ਇਹਨੂੰ ਮਲਟੀਲਿੰਗੁਅਲ AI ਟੂਲ ਬਣਾਇਆ ਗਿਆ ਜੋ ਪੰਜਾਬ ਦੇ ਫਾਰਮਰਸ ਆ ਪੰਜਾਬੀ ਦੇ ਵਿੱਚ ਇਨਫੋਰਮੇਸ਼ਨ ਲੈ ਸਕਦੇ ਆ, ਠੀਕ ਹੈ, ਕੋਈ ਗੁਜਰਾਤ ਦਾ ਫਾਰਮਰਸ ਆ ਉਹਨਾਂ ਦੀ ਲੈਂਗੁਏਜ ਦੇ ਵਿੱਚ ਇਨਫੋਰਮੇਸ਼ਨ ਲੈ ਸਕਦਾ ਗਾ। ਸੋ ਬੇਸਿਕਲੀ ਇਹਦਾ ਕੰਮ ਕੀ ਹੋਊਗਾ, ਇੱਕ AI ਟੂਲ ਹੋਊਗਾ ਜੋ ਇਹ ਦੱਸੂਗਾ ਕਿ ਇਸ ਥਾਂ 'ਤੇ ਜੋ ਹੈ ਇਹ ਵਾਲੀ ਫਸਲ ਵਧੀਆ ਹੋ ਸਕਦੀ ਹੈ, ਜਿਵੇਂ ਕਿ ਬਲੈਕ ਸੋਇਲ ਦੇ ਵਿੱਚ ਕੋਟਨ ਵਧੀਆ ਹੋਊਗੀ, ਠੀਕ ਹੈ, ਲੋਮੀ ਸੋਇਲ ਦੇ ਵਿੱਚ ਮੰਨ ਲਓ ਰਾਈਸ ਵਧੀਆ ਹੁੰਦੇ ਆ। ਸੋ ਉਸ ਤਰੀਕੇ ਦੀ ਇਨਫੋਰਮੇਸ਼ਨ ਜੋ ਹੈ ਫਾਰਮਰਸ ਤੱਕ ਪਹੁੰਚੇ, ਉਹਦੇ ਲਈ ਜੋ ਹੈ AI ਦਾ ਆਪਾਂ ਯੂਜ਼ ਕਰ ਰਹੇ ਹੁਣ ਐਗਰੀਕਲਚਰ ਦੇ ਵਿੱਚ, ਠੀਕ ਹੈ ਜੀ। ਸੋ ਇਟ ਇਜ਼ ਐਨ ਇਨੀਸ਼ੀਏਟਿਵ ਅੰਡਰ ਦਾ ਡਿਜੀਟਲ ਐਗਰੀਕਲਚਰਲ ਮਿਸ਼ਨ ਐਂਡ ਵਾਜ਼ ਅਪਰੂਵਡ ਬਾਈ ਕੈਬਨਿਟ ਇਨ 2024। ਦ ਐਗਰੀਸਟੈਕ ਕੰਪਨੀਜ਼ 3 ਫਾਊਂਡੇਸ਼ਨ ਰਜਿਸਟਰੀ ਸੇ ਤੁਸੀਂ ਪੜ੍ਹ ਸਕਦੇ ਹੋ, ਕੋਈ ਜ਼ਿਆਦਾ ਆਪਣੇ ਲਈ ਇੰਪੋਰਟੈਂਟ ਨਹੀਂ ਹੈਗਾ, ਬਸ ਭਾਰਤ ਵਿਸਤਾਰ ਤੁਸੀਂ ਯਾਦ ਰੱਖਿਓ। ਭਾਰਤ ਵਿਸਤਾਰ ਦਾ ਮਕਸਦ ਕੀ ਹੈਗਾ ਕਿ ਐਗਰੀਕਲਚਰ ਦੇ ਵਿੱਚ AI ਦਾ ਯੂਜ਼ ਕਰਨਾ, ਵੀ AI ਦਾ ਯੂਜ਼ ਕਰਕੇ ਆਪਾਂ ਨੂੰ ਇਹ ਪਤਾ ਚੱਲ ਸਕੇ ਵੀ ਇੱਥੇ ਇਹੋ ਜਿਹੀ ਮਿੱਟੀ ਹੈਗੀ ਹੈ ਤਾਂ ਇੱਥੇ ਇਹੋ ਜਿਹੀ ਫਸਲ ਜੋ ਹੈ ਉਹ ਵਧੀਆ ਹੋਊਗੀ, ਉਹ ਇਹਦਾ ਮੇਨ ਪਰਪਸ ਹੈਗਾ। ਨੈਕਸਟ ਇਜ਼ BWF ਟੈਰਾ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ 2026 ਅਤੇ ਸਭ ਤੋਂ ਪਹਿਲਾਂ ਹੋਈ ਕਿੱਥੇ, ਮਨਾਮਾ ਬਹਿਰੀਨ ਦੇ ਵਿੱਚ ਹੋਈ ਹੈ ਐਂਡ ਇਹਦੇ ਵਿੱਚ ਚਾਈਨਾ ਨੇ ਟੋਪ ਕੀਤਾ ਗਾ, ਉਸ ਤੋਂ ਬਾਅਦ ਜਾਪਾਨ 2nd ਨੰਬਰ 'ਤੇ ਰਿਹਾ ਐਂਡ ਇੰਡੀਆ ਜੋ ਇਹਦੇ ਵਿੱਚ ਓਵਰਆਲ ਮੈਡਲ ਟੈਲੀ ਦੇ ਵਿੱਚ 3rd ਨੰਬਰ 'ਤੇ ਰਿਹਾ। ਟੋਟਲ 15 ਮੈਡਲਸ ਹੈਗੇ ਜਿਹਦੇ ਵਿੱਚ 2 ਗੋਲਡਸ ਇੰਡੀਆ ਦੇ, ਠੀਕ ਹੈ ਜੀ। ਐਂਡ ਇਹਦੇ ਵਿੱਚ ਪਰਸਨ ਪ੍ਰਮੋਦ ਭਗਤ ਦਾ ਨਾਮ ਤੁਸੀਂ ਯਾਦ ਰੱਖਿਓ, ਠੀਕ ਹੈ ਜੀ। ਇਹ ਪੈਰਾ ਸ਼ਟਲਰ ਨੇ ਪ੍ਰਮੋਦ ਭਗਤ ਜਿਨ੍ਹਾਂ ਨੂੰ ਗੋਲਡ ਮੈਡਲ ਮਿਲੇਗਾ ਬੈਡਮਿੰਟਨ ਦੇ ਵਿੱਚ। ਨੈਕਸਟ ਇਜ਼ ਮੈਗਨਸ ਕਾਰਲਸਨ ਜੋ ਕਿ ਨੋਰਵੇ ਦੇ ਪਲੇਅਰ ਨੇ, ਇਹਨਾਂ ਨੇ FIDE ਫਰੀ ਸਟਾਈਲ ਚੈਸ ਟਾਈਟਲ 2026 ਆਪਣੇ ਨਾਮ ਕੀਤਾ ਗਾ, ਠੀਕ ਹੈ। ਇਹ ਟਾਈਟਲ ਹੋਇਆ ਕਿੱਥੇ ਸੀਗਾ, ਜਰਮਨੀ ਦੇ ਵਿੱਚ ਇਹ ਹੋਇਆ ਸੀਗਾ। ਐਂਡ ਜੋ ਫਰੀ ਸਟਾਈਲ ਚੈਸ ਹੈਗਾ ਇਹਦਾ ਇੱਕ ਹੋਰ ਨਾਮ ਹੈਗਾ ਫਿਸ਼ਰ ਰੈਂਡਮ ਚੈਸ ਵੀ ਇਹਨੂੰ ਆਪਾਂ ਕਹਿ ਦਿੰਦੇ ਆ। ਨੈਕਸਟ ਸ਼ੇਅਰ ਫੀਜ਼ੈਂਟ ਇਹੋ ਜਿਹੇ ਦਿਖਦੇ ਨੇ, ਠੀਕ ਹੈ, ਇਹ ਕਾਫੀ ਨਿਊਜ਼ ਦੇ ਵਿੱਚ ਸੀਗੇ ਕਿਉਂਕਿ ਇਹਨਾਂ ਦੀ ਜੋ ਪੋਪੂਲੇਸ਼ਨ ਹੈ ਉਹ ਕਾਫੀ ਕਮ ਹੁੰਦੀ ਜਾ ਰਹੀ ਹੈ। ਪ੍ਰੈਜੈਂਟਲੀ ਇਹਨਾਂ ਦਾ ਜੋ IUCN ਸਟੇਟਸ ਹੈ ਉਹ ਵਲਨਰੇਬਲ ਹੈ ਐਂਡ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਵਿੱਚ ਸ਼ਡਿਊਲ 1 ਦੇ ਵਿੱਚ ਆਉਂਦੇ, ਯਾਨੀ ਕਿ ਇਹਨਾਂ ਦੀ ਹੰਟਿੰਗ ਅਲਾਉਡ ਨਹੀਂ ਹੈਗੀ, ਠੀਕ ਹੈ। ਇਹਨਾਂ ਦੀ ਜੋ ਪੋਪੂਲੇਸ਼ਨ ਹੈ ਕਮ ਹੋ ਰਹੀ ਹੈ, ਇਸ ਕਰਕੇ ਨਿਊਜ਼ ਦੇ ਵਿੱਚ ਸੀਗੇ। ਨੈਕਸਟ ਇਜ਼ ਓਪਰੇਸ਼ਨ ਸਟ੍ਰਾਈਪਸ। ਓਪਰੇਸ਼ਨ ਸਟ੍ਰਾਈਪਸ ਕੀ ਹੈਗਾ, ਇਟ ਇਜ਼ ਅ ਸਟ੍ਰੈਟੇਜਿਕ ਕੰਜ਼ਰਵੇਸ਼ਨ ਇਨੀਸ਼ੀਏਟਿਵ ਟੂ ਰੀਇੰਟਰੋਡਿਊਸ ਟਾਈਗਰਸ ਇਨਟੂ ਪ੍ਰੋਟੈਕਟਿਡ ਆਂਧਰਾ ਪ੍ਰਦੇਸ਼ ਹੈਬਿਟੇਟ। ਸੋ ਬੇਸਿਕਲੀ ਇਹ ਸਟੇਟ ਤੋਂ ਰਿਲੇਟਿਡ ਨਿਊਜ਼ ਹੈਗੇ। ਓਪਰੇਸ਼ਨ ਸਟ੍ਰਾਈਪਸ ਕਿਹੜੀ ਸਟੇਟ ਦਾ ਓਪਰੇਸ਼ਨ ਹੈਗਾ, ਆਂਧਰਾ ਪ੍ਰਦੇਸ਼ ਦਾ। ਇਹਦਾ ਮਕਸਦ ਕੀ ਹੈਗਾ ਕਿ ਜੋ ਟਾਈਗਰਸ ਨੇ, ਕਿਉਂਕਿ ਟਾਈਗਰਸ ਦੀ ਬੋਡੀ 'ਤੇ ਤੁਸੀਂ ਇਹੋ ਜਿਹੇ ਸਟ੍ਰਾਈਪਸ ਦੇਖੋਗੇ, ਟਾਈਗਰਸ ਨੂੰ ਦੁਬਾਰਾ ਰੀਇੰਟਰੋਡਿਊਸ ਕਰਾਉਣਾ ਨੈਸ਼ਨਲ ਪਾਰਕਸ ਦੇ ਵਿੱਚ, ਠੀਕ ਹੈ, ਇਹਦਾ ਮਕਸਦ ਹੈਗਾ। ਐਂਡ ਨਿਊਜ਼ ਦੇ ਵਿੱਚ ਕਿਉਂ ਸੀਗਾ ਓਪਰੇਸ਼ਨ ਸਟ੍ਰਾਈਪਸ, ਕਿਉਂਕਿ ਇੱਕ ਮੇਲ ਟਾਈਗਰ ਸੀਗਾ ਜਿਹਦਾ ਨਾਮ ਸੀਗਾ ਐਕਸਪਲੋਰਰ, ਉਹਨੂੰ ਰੀਇੰਟਰੋਡਿਊਸ ਕੀਤਾ ਗਿਆ ਪਾਪੀਕੋਂਡਾ ਨੈਸ਼ਨਲ ਪਾਰਕ ਦੇ ਵਿੱਚ, ਠੀਕ ਹੈ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਸੋ 2 ਚੀਜ਼ਾਂ ਆਪਣੇ ਲਈ ਇੰਪੋਰਟੈਂਟ ਹੈ। ਫਸਟ ਓਪਰੇਸ਼ਨ ਸਟ੍ਰਾਈਪ ਦਾ ਮਕਸਦ ਕੀ ਹੈਗਾ, ਕਿਹੜੀ ਸਟੇਟ ਦਾ ਓਪਰੇਸ਼ਨ ਹੈਗਾ। 3rd ਪਾਪੀਕੋਂਡਾ ਨੈਸ਼ਨਲ ਪਾਰਕ ਕਿੱਥੇ ਹੈਗਾ, ਆਂਧਰਾ ਪ੍ਰਦੇਸ਼ ਦੇ ਵਿੱਚ। ਨੈਕਸਟ ਇਜ਼ ਰਿਲੇਟਿਡ ਟੂ ਫੈਸਟੀਵਲ ਹੈ ਤਮਲਾਦੂ ਫੈਸਟੀਵਲ ਇਜ਼ ਸੈਲੀਬ੍ਰੇਟਿਡ ਇਨ ਅਰੁਣਾਚਲ ਪ੍ਰਦੇਸ਼, ਠੀਕ ਹੈ ਜੀ। ਤਮਲਾਦੂ ਫੈਸਟੀਵਲ ਯਾਦ ਰੱਖਿਓ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ। ਐਂਡ ਉੱਥੇ ਇੱਕ ਮਿਸ਼ਮੀ ਟਰਾਈਬ ਹੈਗੀ ਹੈ, ਕਾਫੀ ਫੇਮਸ ਟਰਾਈਬ ਹੈ ਅਰੁਣਾਚਲ ਪ੍ਰਦੇਸ਼ ਦੀ। ਮਿਸ਼ਮੀ ਟਰਾਈਬ ਜੋ ਹੈ ਉਹ ਇਸ ਫੈਸਟੀਵਲ ਨੂੰ ਸੈਲੀਬ੍ਰੇਟ ਕਰਦੀ ਹੈ। ਕਿਹੜੇ ਗੋਡ ਨੂੰ ਉਹ ਮੰਨਦੇ ਹੈ, ਲੋਰਡ ਜ਼ਬਮਾਲੋ, ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਨੈਕਸਟ ਇਜ਼ ਸਟਾਰਟਅਪ ਇੰਡੀਆ ਫੰਡਸ ਆਫ ਫੰਡਸ 2.0 ਸਕੀਮ, ਇਹ ਤੁਸੀਂ ਯਾਦ ਰੱਖਣੀ ਹੈ। ਸੋ ਇਹ ਰੀਸੈਂਟਲੀ ਕੈਬਨਿਟ ਨੇ ਅਪਰੂਵ ਕੀਤੇ ਸਟਾਰਟਅਪ ਇੰਡੀਆ ਫੰਡਸ ਆਫ ਫੰਡ। ਇਟ ਇਜ਼ ਅ 10,000 ਕਰੋੜ ਗੌਰਮੈਂਟ ਬੈਕਡ ਫੰਡ designed to mobilize long-term domestic capital by investing in alternative investment fund which in turn invest in startups। So basically ਕੀ ਹੈਗਾ ਕਿ ਜੋ ਆਪਣੇ ਨਵੇਂ ਸਟਾਰਟਅਪਸ 'ਤੇ ਵੀ ਇੰਡੀਆ ਜੋ ਹੈ ਕਾਫੀ ਜ਼ਿਆਦਾ ਫੋਕਸ ਕਰ ਰਿਹਾ ਹੈਗਾ। ਸੋ ਜੋ ਨਵੇਂ ਸਟਾਰਟਅਪਸ ਹੁੰਦੇ ਆ ਉਹਨਾਂ ਨੂੰ ਫੰਡਸ ਦੀ ਕਮੀ ਹੁੰਦੀ ਹੈ, ਫੰਡਸ ਦੀ ਲੋੜ ਹੁੰਦੀ ਹੈ ਹਮੇਸ਼ਾ। ਸੋ ਉਹ ਫੰਡਸ ਦੀ ਲੋੜ ਲਈ ਜੋ ਹੈ ਇੱਕ ਆਪਣਾ ਫੰਡ ਬਣਿਆ ਹੋਇਆ ਆਲਰੇਡੀ, ਆਲਟਰਨੇਟਿਵ ਇਨਵੈਸਟਮੈਂਟ ਫੰਡ, ਠੀਕ ਹੈ। ਸੋ ਇਹ ਵਾਲੀ ਜੋ ਸਕੀਮ ਹੈਗੀ ਹੈ ਸਟਾਰਟਅਪ ਇੰਡੀਆ ਫੰਡਸ ਆਫ ਫੰਡ, ਇਹਦੇ ਅੰਦਰ ਜੋ ਗੌਰਮੈਂਟ ਆਫ ਇੰਡੀਆ ਹੈ ਉਹ 10,000 ਕਰੋੜ ਰੁਪਇਆ ਇਸ ਫੰਡ ਦੇ ਵਿੱਚ ਪਾਊਗੀ, ਅਲਟਰਨੇਟਿਵ ਇਨਵੈਸਟਮੈਂਟ ਫੰਡ ਦੇ ਵਿੱਚ, ਜੋ ਫਰਦਰ AIF ਤੋਂ ਪੈਸਾ ਜੋ ਹੈ ਫਰਦਰ ਸਟਾਰਟਅਪ ਨੂੰ ਜਾਊਗਾ, ਠੀਕ ਹੈ। ਸੋ ਇਹ 2.0 ਹੈ। 1.0 ਕਦੋਂ ਲਾਂਚ ਹੋਈ ਸੀਗੀ, 2016 ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਿਓ, ਠੀਕ ਹੈ। ਨੈਕਸਟ ਇਜ਼ ਇੰਡੀਆਜ਼ ਫਸਟ ਅੰਡਰ ਵਾਟਰ ਟਵਿਨ ਟਿਊਬ ਰੋਡ ਕਮ ਰੇਲ ਟਨਲ ਜੋ ਹੈ ਅਸਾਮ ਦੇ ਵਿੱਚ ਇਨੈਗੂਰੇਟ ਕੀਤੀ ਗਈ ਹੈ, ਠੀਕ ਹੈ। ਇਹੋ ਜਿਹੀ ਤੁਸੀਂ ਵੇਖ ਸਕਦੇ ਹੋ, ਦਿਖਦੀ ਹੈ। ਸੋ ਇੱਕ ਸਾਈਡ ਜੋ ਹੈ ਉਹ ਆਪਣਾ ਹਾਈਵੇ ਹੈਗਾ, ਇੱਕ ਸਾਈਡ ਜੋ ਆਪਣਾ ਰੇਲਵੇ ਟਰੈਕ ਹੈਗਾ। ਸੋ ਇਹਨੂੰ ਅੰਡਰ ਵਾਟਰ ਟਵਿਨ ਟਿਊਬ ਰੋਡ ਕਮ ਰੇਲ ਟਨਲ ਜੋ ਹੈ ਕਿਹਾ ਗਿਆ।
and it is a 33.7 kilometer 4 lane access controlled greenfield connectivity project ਜਿਹਦੇ ਵਿੱਚ 15.79 ਕਿਲੋਮੀਟਰ ਦੇ ਟਵਿਨ ਟਿਊਬ ਅੰਡਰ ਵਾਟਰ ਟਨਲ ਹੈਗੀ ਹੈ, ਠੀਕ ਹੈ। ਸੋ ਇਹਦੀ ਟੋਟਲ ਲੈਂਥ ਕਿੰਨੀ ਹੈਗੀ ਹੈ 15.79 ਕਿਲੋਮੀਟਰ ਐਂਡ ਇਹ ਅੰਡਰ ਵਾਟਰ ਹੈ ਤਾਂ ਕਿਹੜੀ ਰਿਵਰ ਦੇ ਅੰਡਰ ਹੈ, ਇਹ ਪ੍ਰੋਜੈਕਟ ਆਪਣਾ ਹੈਗਾ ਬ੍ਰਹਮਪੁੱਤਰ ਰਿਵਰ ਦੇ ਅੰਡਰ ਹੈਗਾ। ਨੈਕਸਟ ਇਜ਼ ਕਿਹੜੇ ਦੋ ਪਲੇਸਿਸ ਨੂੰ ਇਹ ਜੋੜਦਾ ਹੈ, ਗੋਪੁਰ ਜੋ ਕਿ ਨੈਸ਼ਨਲ ਹਾਈਵੇ 15 ਤੇ ਹੈਗਾ, ਉਹਨੂੰ ਜੋੜਦਾ ਹੈ ਨੁਮਾਲੀਗੜ੍ਹ ਜੋ ਕਿ ਨੈਸ਼ਨਲ ਹਾਈਵੇ 715 ਤੇ ਹੈ, ਦੋ ਪਲੇਸਿਸ ਨੂੰ ਜੋੜਦਾ ਗਾ। ਐਂਡ ਇਹਦੇ ਕਰਕੇ ਇਸ ਪ੍ਰੋਜੈਕਟ ਕਰਕੇ ਜੋ ਡਿਸਟੈਂਸ ਸੀਗਾ ਉਹ 240 ਕਿਲੋਮੀਟਰ ਤੋਂ ਰਿਡਿਊਸ ਹੋ ਕੇ ਹੁਣ 34 ਕਿਲੋਮੀਟਰ ਰਹਿ ਗਿਆ। ਨੈਕਸਟ ਇਜ਼ 16 ਫੈਬਰਰੀ ਦਾਦਾ ਸਾਹਿਬ ਫਾਲਕੇ ਡੈਥ ਐਨਵਰਸਰੀ ਜੋ ਹੈ ਉਹ ਹੁੰਦੀ ਹੈ। ਐਂਡ ਦਾਦਾ ਸਾਹਿਬ ਫਾਲਕੇ ਬਾਰੇ ਆਪਾਂ ਥੋੜ੍ਹਾ ਦੇਖ ਲੈਂਦੇ ਹਾਂ। ਇੰਡੀਆ ਦੀ ਜੋ ਫਸਟ ਫੁੱਲ ਲੈਂਥ ਫੀਚਰ ਫਿਲਮ ਸੀਗੀ ਰਾਜਾ ਹਰਿਸ਼ਚੰਦਰ ਜੋ ਕਿ 1913 ਦੇ ਵਿੱਚ ਆਈ ਸੀਗੀ, ਉਹ ਡਾਇਰੈਕਟ ਕੀਤੇ ਸੀਗੇ ਦਾਦਾ ਸਾਹਿਬ ਫਾਲਕੇ ਨੇ, ਠੀਕ ਹੈ ਜੀ। ਐਂਡ ਇਸੇ ਕਰਕੇ ਇਹਨਾਂ ਨੂੰ ਫਾਦਰ ਆਫ ਇੰਡੀਅਨ ਸਿਨੇਮਾ ਵੀ ਕਿਹਾ ਜਾਂਦਾ। ਸੋ ਇਹ ਦੋ ਫੈਕਟ ਬਹੁਤ ਇੰਪੋਰਟੈਂਟ ਹੈ ਦਾਦਾ ਫਾਲਕੇ ਨੂੰ ਲੈ ਕੇ, ਠੀਕ ਹੈ। ਨੈਕਸਟ ਇਜ਼ 17 ਫੈਬਰਰੀ ਨੂੰ ਗਲੋਬਲ ਟੂਰਿਜ਼ਮ ਰੈਜ਼ੀਲੀਅੰਸ ਡੇ ਆਪਾਂ ਮਨਾਉਂਦੇ ਹਾਂ। ਐਂਡ ਜੋ ਆਪਣੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਹੈ ਉਹਨੇ 2027 ਯਾਨੀ ਕਿ ਜੋ ਆਉਣ ਵਾਲਾ ਸਾਲ ਹੋਊਗਾ ਉਹਨੂੰ ਡਿਕਲੇਅਰ ਕੀਤਾ ਐਜ਼ ਅ ਇੰਟਰਨੈਸ਼ਨਲ ਈਅਰ ਆਫ ਸਸਟੇਨੇਬਲ ਐਂਡ ਰੈਜ਼ੀਲੀਐਂਟ ਟੂਰਿਜ਼ਮ, ਰਾਈਟ। ਐਂਡ 2026 ਦਾ ਜੋ ਆਪਣਾ ਪ੍ਰੈਜ਼ੈਂਟ ਚੱਲ ਰਿਹਾ ਗਾ ਈਅਰ, ਇਹਨੂੰ ਡੈਜ਼ਿਗਨੇਟ ਕੀਤਾ ਗਿਆ ਐਜ਼ ਅ ਇੰਟਰਨੈਸ਼ਨਲ ਈਅਰ ਆਫ ਵੂਮਨ ਫਾਰਮਰ। ਇਹ ਵੀ ਆਪਣੇ ਲਈ ਕਾਫੀ ਇੰਪੋਰਟੈਂਟ ਹੈ, ਸੋ ਇਹ ਤੁਸੀਂ ਯਾਦ ਰੱਖਿਓ। ਨੈਕਸਟ ਇਜ਼ ਅਗੇਨ ਬਹੁਤ ਇੰਪੋਰਟੈਂਟ ਨਿਊਜ਼ ਆਪਣੀ, ਸੈਂਟਰ ਮੈਂਡੇਟ 6 ਸਟੈਂਜਰਸ ਆਫ ਵੰਦੇ ਮਾਤਰਮ, ਠੀਕ ਹੈ। ਸੋ ਬੇਸਿਕਲੀ ਨਿਊਜ਼ ਕੀ ਹੈਗੀ ਆ, ਪਹਿਲਾਂ ਕੀ ਹੁੰਦਾ ਸੀਗਾ ਵੰਦੇ ਮਾਤਰਮ ਆਪਣਾ ਨੈਸ਼ਨਲ ਜੋ ਹੈ ਉਹ ਸੌਂਗ ਹੈਗਾ। ਸੋ ਇਹਦੇ ਵਿੱਚ ਪਹਿਲਾਂ 2 ਸਟੈਂਜਰਸ ਹੀ ਗਾਏ ਜਾਂਦੇ ਸੀਗੇ, ਠੀਕ ਹੈ। ਬਟ ਸੈਂਟਰ ਨੇ ਹੁਣ ਮੈਂਡੇਟ ਕੀਤਾ ਗਾ ਕਿ ਵੰਦੇ ਮਾਤਰਮ ਦੇ 6 ਸਟੈਂਜਰਸ ਜੋ ਹੈ ਉਹ ਗਾਏ ਜਾਣਗੇ। ਐਂਡ ਜਿੱਥੇ ਵੀ ਵੰਦੇ ਮਾਤਰਮ ਅਤੇ ਜਨਗਣ ਮਨ ਜੋ ਆਪਣਾ ਨੈਸ਼ਨਲ ਐਂਥਮ ਹੈਗਾ, ਜੇ ਉਹ ਦੋਨੋਂ ਗਾਣੇ ਪੈ ਰਹੇ ਹੈ ਤਾਂ ਜੋ ਆਪਣਾ ਵੰਦੇ ਮਾਤਰਮ ਹੈ ਉਹ ਪਹਿਲਾਂ ਗਾਇਆ ਜਾਊਗਾ, ਇਹਦੇ ਪੂਰੇ 6 ਸਟੈਂਜਰਸ ਹੋਣਗੇ, ਉਸ ਤੋਂ ਬਾਅਦ ਜੋ ਹੈ ਉਹ ਜਨਗਣ ਮਨ ਗਾਇਆ ਜਾਊਗਾ, ਠੀਕ ਹੈ। ਸੋ ਇਹ ਜੋ ਹੈ ਸੈਂਟਰ ਦੀ ਗਾਈਡਲਾਈਨਸ ਇਸ਼ੂ ਹੋਈਆਂ ਨੇ ਹੁਣ। ਉਸ ਤੋਂ ਬਾਅਦ ਜੋ ਟੋਟਲ ਟਾਈਮ ਡਿਊਰੇਸ਼ਨ ਪ੍ਰਿਸਕ੍ਰਾਈਬ ਕੀਤੀ ਹੈ ਵੰਦੇ ਮਾਤਰਮ ਦੀ, ਦੈਟ ਇਜ਼ 3 ਮਿੰਟ ਐਂਡ 10 ਸੈਕਿੰਡਸ, ਠੀਕ ਹੈ। ਉਸ ਤੋਂ ਬਾਅਦ ਕਿੱਥੇ ਮੈਂਡੇਟਰੀ ਹੋਊਗਾ ਵੰਦੇ ਮਾਤਰਮ ਗਾਣਾ, ਸੋ ਉਹ ਦੇਖ ਲੈਂਦੇ ਆਪਾਂ। ਟੂ ਬੀ ਪਲੇਡ ਐਟ ਸਿਵਲ ਇਨਵੈਸਟੀਚਰ ਸੈਰੇਮਨੀਜ਼ ਐਂਡ ਓਫੀਸ਼ੀਅਲ ਸਟੇਟ ਫੰਕਸ਼ਨਸ, ਸੋ ਜੋ ਵੀ ਆਪਣੇ ਓਫੀਸ਼ੀਅਲ ਸਟੇਟ ਫੰਕਸ਼ਨਸ ਹੋਣਗੇ ਉੱਥੇ ਮੈਂਡੇਟਰੀ ਹੈ ਕਿ ਗਾਣਾ ਹੀ ਪਊਗਾ ਵੰਦੇ ਮਾਤਰਮ। ਨੈਕਸਟ ਇਜ਼ ਅਪੋਨ ਅਰਾਈਵਲ ਐਂਡ ਡਿਪਾਰਚਰ ਆਫ ਪ੍ਰੈਜ਼ੀਡੈਂਟ ਆਫ ਇੰਡੀਆ, ਜਦੋਂ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਆਪਣਾ ਆਊਗਾ ਫਿਰ ਜਦੋਂ ਡਿਪਾਰਚਰ ਹੋਊਗਾ ਉਦੋਂ ਗਾਣਾ ਜ਼ਰੂਰੀ ਹੈ। ਬਿਫੋਰ ਐਂਡ ਆਫਟਰ ਦਾ ਪ੍ਰੈਜ਼ੀਡੈਂਟ ਐਡਰੈਸ ਬ੍ਰੋਡਕਾਸਟ ਔਨ ਆਕਾਸ਼ਵਾਣੀ ਐਂਡ ਦੂਰਦਰਸ਼ਨ, ਸੋ ਜਦੋਂ ਵੀ ਪ੍ਰੈਜ਼ੀਡੈਂਟ ਐਡਰੈਸ ਕਰਨਗੇ ਆਕਾਸ਼ਵਾਣੀ ਅਤੇ ਦੂਰਦਰਸ਼ਨ 'ਤੇ ਉਸ ਟਾਈਮ 'ਤੇ ਗਾਣਾ ਜ਼ਰੂਰੀ ਹੈਗਾ। ਟੂ ਬੀ ਪਲੇਡ ਡਿਊਰਿੰਗ ਅਰਾਈਵਲ ਐਂਡ ਡਿਪਾਰਚਰ ਆਫ ਗਵਰਨਰ, ਠੀਕ ਹੈ। ਆਪਣੇ ਜੋ ਗਵਰਨਰ ਜਾਂ ਫਿਰ ਲੈਫਟੀਨੈਂਟ ਗਵਰਨਰ ਜਦੋਂ ਆਉਣਗੇ ਜਾਂ ਫਿਰ ਜਦੋਂ ਉਹ ਜਾਣਗੇ ਉਸ ਟਾਈਮ 'ਤੇ ਇਹਨੂੰ ਪਲੇ ਕਰਨਾ ਜ਼ਰੂਰੀ ਹੈਗਾ। ਕੋਈ ਵੀ ਓਫੀਸ਼ੀਅਲ ਸਟੇਟ ਫੰਕਸ਼ਨ ਹੋ ਗਿਆ ਉਸ ਟਾਈਮ 'ਤੇ ਪਲੇ ਕਰਨਾ ਜ਼ਰੂਰੀ ਹੈਗਾ, ਠੀਕ ਹੈ ਜੀ। ਗਰੁੱਪ ਸਿੰਗਿੰਗ ਐਂਡ ਕਲਚਰਲ ਇਵੈਂਟਸ ਐਂਡ ਓਕੇਜ਼ਨ, ਜੋ ਵੀ ਆਪਣੇ ਕਲਚਰਲ ਇਵੈਂਟਸ ਹੋਣਗੇ ਉਸ 'ਤੇ ਪਲੇ ਕਰਨਾ ਜ਼ਰੂਰੀ ਹੋਊਗਾ। ਜਦੋਂ ਫਲੈਗ ਹੋਸਟਿੰਗ ਹੋਊਗੀ ਉਸ ਟਾਈਮ 'ਤੇ ਜ਼ਰੂਰੀ ਹੈ। ਐਂਡ ਮੋਰਨਿੰਗ ਅਸੈਂਬਲੀਜ਼ ਆਫ ਆਲ ਸਕੂਲ, ਠੀਕ ਹੈ। ਪਹਿਲਾਂ ਆਪਾਂ ਨੈਸ਼ਨਲ ਐਂਥਮ ਗਾਉਂਦੇ ਹੁੰਦੇ ਸੀਗੇ ਜੋ ਅਟੈਂਸ਼ਨ ਪੋਜੀਸ਼ਨ ਦੇ ਵਿੱਚ ਹੁੰਦੇ ਸੀਗੇ, ਨੈਸ਼ਨਲ ਐਂਥਮ ਜਨਗਣ ਮਨ ਆਪਾਂ ਗਾਉਂਦੇ ਸੀਗੇ ਮੋਰਨਿੰਗ ਅਸੈਂਬਲੀ ਦੇ ਵਿੱਚ। ਹੁਣ ਜੋ ਵੰਦੇ ਮਾਤਰਮ ਨੂੰ ਮੈਂਡੇਟਰੀ ਕਰਤਾ, ਠੀਕ ਹੈ ਜੀ। ਮੈਂਡੇਟਰੀ ਕਿੱਥੇ ਨਹੀਂ ਹੈਗਾ, ਉਹ ਹੈਗਾ ਸਿਨੇਮਾ ਹਾਲਸ ਦੇ ਵਿੱਚ। ਜਦੋਂ ਪਿਕਚਰ ਸਟਾਰਟ ਹੁੰਦੀ ਹੈ ਉਸ ਟਾਈਮ 'ਤੇ ਵੰਦੇ ਮਾਤਰਮ ਮੈਂਡੇਟਰੀ ਨਹੀਂ ਹੈਗਾ, ਠੀਕ ਹੈ। ਸੋ ਇਹ ਨਿਊਜ਼ ਹੈ, ਕਾਫੀ ਇੰਪੋਰਟੈਂਟ ਨਿਊਜ਼ ਹੈ। 6 ਸਟੈਂਜਰਸ ਹੈਗੇ ਆ ਐਂਡ ਟੋਟਲ ਟਾਈਮ ਇਜ਼ 3 ਮਿੰਟ 10 ਸੈਕਿੰਡ, ਤੁਸੀਂ ਜ਼ਰੂਰ ਯਾਦ ਰੱਖਿਓ। ਕਿੱਥੇ ਮੈਂਡੇਟਰੀ ਹੈਗਾ ਕਿੱਥੇ ਨਹੀਂ ਹੈਗਾ ਉਹ ਵੀ ਯਾਦ ਰੱਖਿਓ। ਐਂਡ ਜੋ ਵੰਦੇ ਮਾਤਰਮ ਐਂਡ ਜਨਗਣ ਮਨ, ਜਿੱਥੇ ਦੋਵੇਂ ਗਾਣੇ ਜ਼ਰੂਰੀ ਹੈ ਉੱਥੇ ਪਹਿਲਾਂ ਵੰਦੇ ਮਾਤਰਮ ਗਾਇਆ ਜਾਊਗਾ, ਬਾਅਦ ਦੇ ਵਿੱਚ ਜਨਗਣ ਮਨ ਗਾਇਆ ਜਾਊਗਾ। ਨੈਕਸਟ ਇਜ਼ ਰਾਸ਼ਟਰੀ ਕਰਮ ਯੋਗੀ ਲਾਰਜ ਸਕੇਲ ਜਨ ਸੇਵਾ ਪ੍ਰੋਗਰਾਮ। ਸੋ ਰਾਸ਼ਟਰੀ ਕਰਮ ਯੋਗੀ ਜੋ ਪ੍ਰੋਗਰਾਮ ਹੈ ਉਹ ਕਿਹਦੇ ਲਈ ਹੈ ਬੇਸਿਕਲੀ, ਸਭ ਤੋਂ ਪਹਿਲਾਂ ਲਾਂਚ ਕਿਹਨੇ ਕੀਤਾ ਸੀਗਾ, ਕੈਪੈਸਿਟੀ ਬਿਲਡਿੰਗ ਕਮਿਸ਼ਨ CBC ਨੇ ਇਹਨੂੰ ਲਾਂਚ ਕੀਤਾ ਸੀਗਾ ਟੂ ਐਮਫੇਸਾਈਜ਼ ਅਪੋਨ ਦਾ ਡੀਪ ਸੈਂਸ ਆਫ ਸੇਵਾ ਭਾਵ ਐਂਡ ਸਵਧਰਮ ਅਮੰਗ ਗੌਰਮੈਂਟ ਸਰਵੈਂਟਸ। ਸੋ ਬੇਸਿਕਲੀ ਗੌਰਮੈਂਟ ਸਰਵੈਂਟਸ ਦੇ ਵਿੱਚ ਸੇਵਾ ਭਾਵ ਆਵੇ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਤਾਂ ਪੇਪਰ ਕਰੈਕ ਕਰ ਲਿਆ, ਇੱਕ ਵਾਰ ਸਪੋਜ਼ ਕੋਈ ਸਿਵਲ ਸਰਵੈਂਟ ਹੈ UPSC ਕਰੈਕ ਕਰ ਲਿਆ ਤਾਂ ਉਹਦੇ ਵਿੱਚ ਇਹ ਚੀਜ਼ ਨਾ ਹੋਵੇ ਕਿ ਮੈਂ ਤਾਂ ਮੈਂ ਪੇਪਰ ਕਰੈਕ ਕਰ ਰਿਹਾ ਤਾਂ ਮੇਰੇ ਕੋਲ ਹੁਣ ਪਾਵਰ ਅਤੇ ਅਥੋਰਿਟੀ ਆ ਗਈ ਹੈ, ਠੀਕ ਹੈ। ਉਹਨਾਂ ਦੇ ਵਿੱਚ ਸੇਵਾ ਭਾਵ ਆਵੇ, ਸਵਧਰਮ ਦੀ ਜੋ ਫੀਲਿੰਗਸ ਹੈ ਉਹ ਆਵੇ, ਉਹਦੇ ਲਈ ਜੋ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ ਸੀਗਾ ਰਾਸ਼ਟਰੀ ਕਰਮ ਯੋਗੀ, ਠੀਕ ਹੈ। ਸੋ ਉਹਨਾਂ ਦੀ ਟ੍ਰੇਨਿੰਗ ਹੋਊਗੀ ਵੀ ਤੁਸੀਂ ਕਿਵੇਂ ਸੇਵਾ ਭਾਵ ਨਾਲ ਆਪਣੀ ਡਿਊਟੀਜ਼ ਪਰਫੋਰਮ ਕਰਨੀਆਂ ਨੇ।
ਆਪਣੀ ਨੈਕਸਟ ਨਿਊਜ਼ ਹੈਗੀ ਆ ਪੀਐਮ ਸੂਰਜ ਪੋਰਟਲ ਤੋਂ ਰਿਲੇਟਡ। ਸਭ ਤੋਂ ਪਹਿਲਾਂ ਇਹਦੀ ਫੁੱਲ ਫਾਰਮ ਵੇਖ ਲੈਂਦੇ ਹਾਂ ਆਪਾਂ। ਪ੍ਰਧਾਨ ਮੰਤਰੀ ਸਮਾਜਿਕ ਉਤਥਾਨ ਐਵਮ ਰੋਜ਼ਗਾਰ ਆਧਾਰਿਤ ਜਨ ਕਲਿਆਣ ਲਾਂਚ ਕਿਹਨੇ ਕੀਤੀ ਹੈ? ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਨੇ 2024 ਦੇ ਵਿੱਚ। ਇਹਦਾ ਪਰਪਸ ਕੀ ਸੀਗਾ? ਬੇਸਿਕਲੀ ਜੋ ਡਿਸਐਡਵਾਂਟੇਜ ਗਰੁੱਪ ਆਪਣਾ ਹੈਗਾ, ਜਿਵੇਂ ਐਸਸੀ ਹੋ ਗਏ, ਐਸਟੀਜ਼ ਹੋ ਗਏ, ਜੋ ਕੋਈ ਨਿਊ ਬਿਜ਼ਨਸ ਸਟਾਰਟ ਕਰ ਰਹੇ ਆ ਐਂਡ ਉਹਦੇ ਲਈ ਫੰਡਸ ਦੀ ਲੋੜ ਹੈ, ਲੋਨ ਦੀ ਲੋੜ ਹੈ, ਤਾਂ ਬੈਂਕ ਦੇ ਵਿੱਚ ਉਹਨਾਂ ਨੂੰ ਨਾ ਜਾਣਾ ਪਵੇ, ਉਹਨਾਂ ਨੂੰ ਡਾਇਰੈਕਟ ਉਹਨਾਂ ਦੇ ਬੈਂਕ ਅਕਾਊਂਟ 'ਚ ਪੈਸੇ ਮਿਲ ਜਾਣ। ਇਹ ਇਸਦਾ ਪਰਪਸ ਸੀਗਾ। ਠੀਕ ਹੈ, ਕਿੰਨਾ ਲੋਨ ਇਹਦੇ ਵਿੱਚ ਦਿੱਤਾ ਜਾਂਦਾ ਗਾ? 15 ਲੱਖ ਦਾ ਲੋਨ ਜੋ ਹੈ ਉਹ ਦਿੱਤਾ ਜਾਂਦਾ ਗਾ ਲੋ ਇੰਟਰਸਟ ਰੇਟ 'ਤੇ, ਡਾਇਰੈਕਟਲੀ ਜੋ ਬੈਨੀਫਿਸ਼ਰੀ ਉਹਦੇ ਬੈਂਕ ਅਕਾਊਂਟ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਐਂਡ ਲੋਨ ਦੇਣ ਦੇ ਵਿੱਚ ਕਿਹੜੀ ਕਿਹੜੀ ਏਜੰਸੀ ਸ਼ਾਮਿਲ ਹੈਗੀਆਂ? ਨੈਸ਼ਨਲ ਸ਼ੈਡਿਊਲਡ ਕਾਸਟ ਫਾਈਨੈਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ, ਨੈਸ਼ਨਲ ਸਫਾਈ ਕਰਮਚਾਰੀ ਕਾਰਪੋਰੇਸ਼ਨ ਐਂਡ ਅਦਰਸ ਥਰੂ ਦਾ ਪੋਰਟਲ, ਰਾਈਟ। ਉਸ ਤੋਂ ਬਾਅਦ ਨੈਕਸਟ ਨਿਊਜ਼ ਰਿਲੇਟਡ ਟੂ ਨਾਟੋ ਲਾਂਚਸ ਨਿਊ ਆਰਟਿਕ ਸੈਂਟਰ ਮਿਸ਼ਨ। ਸਭ ਤੋਂ ਪਹਿਲਾਂ ਯਾਦ ਰੱਖਣਾ, ਆਰਟਿਕ ਸੈਂਟਰ ਮਿਸ਼ਨ ਕਿਹਨੇ ਲਾਂਚ ਕੀਤਾ ਗਾ? ਨਾਟੋ ਨੇ ਲਾਂਚ ਕੀਤਾ ਗਾ। ਸੋ ਲਾਂਚ ਕਿਉਂ ਕੀਤਾ ਗਿਆ? ਇਹਦਾ ਪਰਪਸ ਕੀ ਸੀਗਾ? ਵੇਖੋ, ਥੋੜ੍ਹੇ ਟਾਈਮ ਪਹਿਲਾਂ ਜੋ ਯੂਐਸ ਪ੍ਰੈਜ਼ੀਡੈਂਟ ਹੈਗੇ ਡੋਨਾਲਡ ਟਰੰਪ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਕਿ ਅਸੀਂ ਗ੍ਰੀਨਲੈਂਡ ਨੂੰ ਕੈਪਚਰ ਕਰਨਾ ਚਾਹੁੰਦੇ, ਇੱਕ ਇੱਛਾ ਜ਼ਾਹਿਰ ਕੀਤੀ ਸੀਗੀ। ਐਂਡ ਹਾਲਾਂਕਿ ਉਹਨਾਂ ਨੇ ਉਹ ਸਟੇਟਮੈਂਟ ਆਪਣੀ ਵਾਪਸ ਲੈ ਲਈ ਹੈ, ਬਟ ਇਹ ਜੋ ਲੋਕੇਸ਼ਨ ਹੈਗੀ ਆ ਆਰਟਿਕ ਦੇ ਨੀਅਰ ਅਬਾਊਟ ਜੋ ਕੰਟਰੀਜ਼ ਹੈ, ਨੋਰਵੇ ਹੋ ਗਿਆ, ਸਵੀਡਨ ਹੋ ਗਿਆ, ਇਹ ਕਾਫੀ ਸਟ੍ਰੈਟੇਜਿਕ ਲੋਕੇਸ਼ਨ ਮੰਨੀ ਜਾਂਦੀ ਹੈ। ਸੋ ਇਸ ਏਰੀਆ ਦੀ ਸੇਫਟੀ ਲਈ ਜੋ ਇਹ ਮਿਸ਼ਨ ਲਾਂਚ ਕਿਹਨੇ ਕੀਤਾ? ਨਾਟੋ ਨੇ ਲਾਂਚ ਕੀਤਾ ਗਾ, ਰਾਈਟ। ਸੋ ਨਾਟੋ ਬਾਰੇ ਆਪਾਂ ਦੇਖ ਲੈਂਦੇ। ਸਭ ਤੋਂ ਪਹਿਲਾਂ ਫੁੱਲ ਫਾਰਮ ਕੀ ਹੈਗੀ ਹੈ? ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਇੱਕ ਮਿਲਟਰੀ ਅਲਾਇੰਸ ਹੈਗਾ। ਮਿਲਟਰੀ ਅਲਾਇੰਸ ਮਤਲਬ ਕਿ ਇਹਦੇ ਜੋ ਮੈਂਬਰ ਕੰਟਰੀਜ਼ ਹੈ, ਜੇ ਕਿਸੇ ਇੱਕ 'ਤੇ ਵੀ ਅਟੈਕ ਹੁੰਦਾ ਦੈਨ ਸਾਰੀ ਜੋ ਕੰਟਰੀਜ਼ ਇਹਦੀ ਮੈਂਬਰ ਹੈ ਉਹ ਮਿਲ ਕੇ ਉਹਦਾ ਸਾਥ ਦੇਣਗੇ। ਤੋ ਇਸ ਟਾਈਪ ਦਾ ਇੱਕ ਮਿਲਟਰੀ ਅਲਾਇੰਸ ਹੈਗਾ ਜੋ ਕਿ 4 ਅਪ੍ਰੈਲ 1949 ਨੂੰ ਇਸਟੈਬਲਿਸ਼ ਕੀਤਾ ਗਿਆ ਸੀਗਾ। ਐਂਡ ਇਹਦਾ ਹੈੱਡਕੁਆਰਟਰ ਕਿੱਥੇ ਹੈਗਾ? ਬਰੂਸੈਲਸ, ਬੈਲਜੀਅਮ ਦੇ ਵਿੱਚ। ਕਰੰਟਲੀ ਇਹਦੇ 32 ਮੈਂਬਰ ਕੰਟਰੀਜ਼ ਹੈਗੀਆਂ। ਐਂਡ ਜੋ ਰੀਸੈਂਟ ਕੰਟਰੀ ਐਡਿਡ ਹੋਈ ਸੀਗੀ ਉਹ ਸੀਗੀ ਸਵੀਡਨ। ਕਾਫੀ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਇਜ਼ ਇੰਡੀਆ UK ਸਾਈਨ ਸੋਸ਼ਲ ਸਿਕਿਉਰਿਟੀ ਐਗਰੀਮੈਂਟ ਫॉर ਟੈਂਪਰੇਰੀ ਇੰਪਲੋਇਜ਼। ਸੋ ਇਹ ਨਿਊਜ਼ ਦੇ ਵਿੱਚ ਕੀ ਦੱਸਿਆ ਗਿਆ ਕਿ ਜੋ ਮੰਨ ਲਓ ਕੋਈ ਇੰਡੀਆ ਦਾ ਕੋਈ ਵਰਕਰ ਹੈ, UK ਦੇ ਵਿੱਚ ਕੰਮ ਕਰ ਰਿਹਾ, UK ਦਾ ਵਰਕਰ ਇੰਡੀਆ ਦੇ ਵਿੱਚ ਕੰਮ ਕਰ ਰਿਹਾ ਟੈਂਪਰੇਰੀ ਟਾਈਮ ਲਈ, ਮਤਲਬ ਕਿ 3 ਸਾਲ ਤੋਂ ਘੱਟ ਦਾ ਜੇ ਟਾਈਮ ਦਾ ਅਸਾਈਨਮੈਂਟ ਉਹਨਾਂ ਦਾ ਹੈਗਾ, ਦੈਨ ਉਸ ਕੇਸ ਦੇ ਵਿੱਚ ਉਹ ਜੋ ਪਰਸਨ, ਜੋ ਵਰਕਰ ਹੋਊਗਾ, ਉਹ ਸੋਸ਼ਲ ਸਿਕਿਉਰਿਟੀ ਦੇ ਜੋ ਕੰਟਰੀਬਿਊਸ਼ਨ ਕਰੂਗਾ ਆਪਣੀ ਪੇਰੈਂਟ ਕੰਟਰੀ ਦੇ ਵਿੱਚ ਕਰੂਗਾ। ਯਾਨੀ ਕਿ ਜੋ ਇੰਡੀਆ ਦਾ ਵਰਕਰ UK ਦੇ ਵਿੱਚ ਜਾ ਕੇ ਕੰਮ ਕਰ ਰਿਹਾ, ਜੇ 3 ਸਾਲ ਤੋਂ ਘੱਟ ਦਾ ਉਹਦਾ ਅਸਾਈਨਮੈਂਟ ਹੈਗਾ, ਦੈਨ ਜੋ ਸੋਸ਼ਲ ਸਿਕਿਉਰਿਟੀ ਉਹ ਪੇ ਕਰੂਗਾ ਇੰਡੀਆ ਦੇ ਵਿੱਚ ਪੇ ਕਰੂਗਾ, ਨਾ ਕਿ UK ਦੇ ਵਿੱਚ। ਇੱਦਾਂ ਹੀ ਜੇ UK ਦਾ ਵਰਕਰ ਇੰਡੀਆ ਦੇ ਵਿੱਚ ਹੈਗਾ, ਕੰਮ ਕਰ ਰਿਹਾ, ਤਾਂ UK ਦੀ ਸੋਸ਼ਲ ਸਿਕਿਉਰਿਟੀ ਸਕੀਮ ਦੇ ਵਿੱਚ ਆਪਣੀ ਸੋਸ਼ਲ ਸਿਕਿਉਰਿਟੀ ਪੇ ਕਰੂਗਾ, ਇੰਡੀਆ ਦੇ ਵਿੱਚ ਨਹੀਂ ਕਰੂਗਾ। ਸੋ ਇਹ ਐਗਰੀਮੈਂਟ ਜੋ ਸਾਈਨ ਕੀਤਾ ਇੰਡੀਆ ਤੇ UK ਨੇ। ਨੈਕਸਟ ਇਜ਼ NGT ਕਲੀਅਰਸ ਗ੍ਰੇਟ ਨਿਕੋਬਾਰ ਆਈਲੈਂਡ ਮੈਗਾ ਇਨਫਰਾਸਟ੍ਰਕਚਰ ਪ੍ਰੋਜੈਕਟ। ਇਹ ਵੀ ਕਾਫੀ ਇੰਪੋਰਟੈਂਟ ਹੈ। ਸੋ ਗ੍ਰੇਟ ਨਿਕੋਬਾਰ ਤੁਸੀਂ ਇੱਥੇ ਵੇਖ ਸਕਦੇ ਹੋ ਕਿੱਥੇ ਲਾਈ ਕਰਦਾ ਗਾ। ਇਹ ਛੋਟਾ ਜਿਹਾ ਆਈਲੈਂਡ ਹੈਗਾ ਗ੍ਰੇਟ ਨਿਕੋਬਾਰ, ਇੱਥੇ ਲਾਈ ਕਰਦਾ। ਐਂਡ ਇਹਦੇ ਕੋਲੋਂ ਦੇਖੋ ਪਾਸ ਕਰਦੀ ਹੈ ਮਲੱਕਾ ਸਟ੍ਰੇਟ। ਐਂਡ ਮਲੱਕਾ ਸਟ੍ਰੇਟ ਤੋਂ 1/3 ਜੋ ਓਸ਼ਨ ਟ੍ਰੇਡ ਆ ਉਹ ਹੁੰਦਾ। ਕਾਫੀ ਇੰਪੋਰਟੈਂਟ ਹੈ ਮਲੱਕਾ ਸਟ੍ਰੇਟ ਇਨ ਟਰਮਸ ਆਫ ਟ੍ਰੇਡ। ਸੋ ਇੱਥੇ ਇੰਡੀਆ ਚਾਹੁੰਦਾ ਹੈਗਾ ਆਪਣਾ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ। ਇਨਫਰਾਸਟ੍ਰਕਚਰ ਦੇ ਵਿੱਚ ਕੀ ਕੁਝ ਹੋਊਗਾ? ਟਰਾਂਸਸ਼ਿਪਮੈਂਟ ਪੋਰਟ, ਇੱਕ ਪੋਰਟ ਬਣਾਉਣਾ ਚਾਹੁੰਦਾ, ਇੱਕ ਪਾਵਰ ਪਲਾਂਟ ਲਗਾਉਣਾ ਚਾਹੁੰਦਾ, ਇੱਕ ਟਾਊਨਸ਼ਿਪ ਹੋਊਗੀ ਅਤੇ ਇੱਕ ਏਅਰਪੋਰਟ ਬਣਾਇਆ ਜਾਊਗਾ। ਪਹਿਲਾਂ ਇਹਦੀ ਅਪਰੂਵਲ ਨਹੀਂ ਮਿਲ ਰਹੀ ਸੀਗੀ ਐਨਵਾਇਰਨਮੈਂਟ ਕੰਸਰਨ ਕਰਕੇ, ਬਟ ਹੁਣ ਜੋ ਹੈ NGT ਜੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆਪਣਾ ਹੈਗਾ, ਇਹਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਠੀਕ ਹੈ ਜੀ। ਸੋ ਤੁਸੀਂ ਇਹਦੀ ਲੋਕੇਸ਼ਨ ਜ਼ਰੂਰ ਯਾਦ ਰੱਖਿਓ। ਐਂਡ ਕਾਫੀ ਇੰਪੋਰਟੈਂਟ ਆਪਣੇ ਲਈ ਜੋ ਅੰਡੇਮਾਨ ਨਿਕੋਬਾਰ ਆਈਲੈਂਡ ਹੈਗਾ ਉਹ ਕਾਫੀ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ। ਉਸ ਤੋਂ ਬਾਅਦ ਨੈਕਸਟ ਇਜ਼ PM ਦਕਸ਼ ਸਕੀਮ। ਸਭ ਤੋਂ ਪਹਿਲਾਂ ਫੁੱਲ ਫਾਰਮ ਦੇਖ ਲੈਂਦੇ ਹਾਂ। ਦਕਸ਼ ਦੀ ਫੁੱਲ ਫਾਰਮ ਕੀ ਹੈਗੀ ਹੈ? ਪ੍ਰਧਾਨ ਮੰਤਰੀ ਦਕਸ਼ਤਾ ਔਰ ਕੁਸ਼ਲਤਾ ਸੰਪੰਨ ਹਿਤਗ੍ਰਹੀ ਯੋਜਨਾ। ਇੱਕ ਸੈਂਟਰਲ ਸੈਕਟਰ ਸਕੀਮ ਹੈ। ਸੈਂਟਰਲ ਸੈਕਟਰ ਦਾ ਮਤਲਬ ਕੀ ਹੁੰਦਾ ਹੈ? ਜੋ ਫੰਡਿੰਗ ਹੋਊਗੀ ਉਹ ਸੈਂਟਰ ਕਰੂਗਾ 100%। ਸੈਂਟਰ ਸਪੋਂਸਰਡ ਸਕੀਮ ਵੀ ਹੁੰਦੀ ਆ, ਉਹਦੇ ਵਿੱਚ ਸੈਂਟਰ ਤੇ ਸਟੇਟ ਸ਼ੇਅਰ ਕਰ ਲੈਂਦੇ ਆ 70-30 ਜਾਂ ਫਿਰ 60-40, ਬਟ ਸੈਂਟਰਲ ਸੈਕਟਰ ਸਕੀਮ ਦੇ ਵਿੱਚ 100% ਜੋ ਹੈ ਸੈਂਟਰ ਸਪੋਂਸਰ ਕਰਦੀ ਹੈ। ਦੈਟ ਵਾਜ਼ ਲਾਂਚ ਡਿਊਰਿੰਗ 2021 2021 ਦੇ ਵਿੱਚ ਲਾਂਚ ਕੀਤੀ ਸੀ ਸਕੀਮ। ਮਕਸਦ ਕੀ ਸੀਗਾ? ਟੂ ਪ੍ਰੋਵਾਈਡ ਸਕਿੱਲਸ ਥਰੂ ਗੁੱਡ ਕੁਆਲਿਟੀ ਇੰਸਟੀਟਿਊਸ਼ਨ ਸੋ ਦੈਟ ਕੈਂਡੀਡੇਟ ਫਰੋਮ ਇਟਸ ਟਾਰਗੇਟ ਗਰੁੱਪ ਕੈਨ ਫਾਈਂਡ ਇੰਪਲੋਇਮੈਂਟ। ਠੀਕ ਹੈ ਜੀ। ਸੋ ਜੋ ਟਾਰਗੇਟ ਗਰੁੱਪਸ ਇਹਦੇ ਵਿੱਚ ਰੱਖੇ ਗਏ ਉਹ ਸ਼ੈਡਿਊਲਡ ਕਾਸਟ, OBC, ਇਕਨੋਮਿਕਲੀ ਵੀਕਰ ਸੈਕਸ਼ਨ ਹੋ ਗਿਆ, ਡੀਨੋਟੀਫਾਈਡ ਟਰਾਈਬਸ ਹੋ ਗਏ, ਸਫਾਈ ਕਰਮਚਾਰੀਜ਼ ਹੋ ਗਏ। ਇਹ ਟਾਰਗੇਟ ਗਰੁੱਪਸ ਇਹਦੇ ਵਿੱਚ ਰੱਖੇ ਗਏ ਸੀਗੇ। ਇਹਨਾਂ ਨੂੰ ਸਕਿੱਲਸ ਪ੍ਰੋਵਾਈਡ ਕਰਨਾ ਮਕਸਦ ਸੀਗਾ ਤਾਂ ਕਿ ਇਹਨਾਂ ਨੂੰ ਬਾਅਦ ਦੇ ਵਿੱਚ ਇੰਪਲੋਇਮੈਂਟ ਮਿਲ ਸਕੇ। ਐਲੀਜੀਬਿਲਿਟੀ ਦੇ ਵਿੱਚ ਏਜ 18 to 45 ਈਅਰਸ ਹੋਣੀ ਚਾਹੀਦੀ ਹੈ। ਫੈਮਿਲੀ ਇਨਕਮ ਜੋ 3 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ OBC ਤੇ EWS ਕੈਂਡੀਡੇਟ ਲਈ। ਐਂਡ SC, ਡੀਨੋਟੀਫਾਈਡ ਟਰਾਈਬਸ ਐਂਡ ਸਫਾਈ ਮਿਤਰਾਜ਼ ਲਈ ਕੋਈ ਜੋ ਬੈਰੀਅਰ ਹੈ ਇਨਕਮ ਤੇ ਨਹੀਂ ਹੈਗਾ। ਉਸ ਤੋਂ ਬਾਅਦ
1000 ਤੋਂ ਲੈ ਕੇ 1500 ਪਰ ਮੰਥ ਦਾ ਸਟਾਈਪੈਂਡ ਇਹਦੇ ਵਿੱਚ ਮਿਲਦਾ ਸੀਗਾ ਐਂਡ ਵੇਜ ਕੰਪਨਸੇਸ਼ਨ ਵੀ ਇਹਦੇ ਵਿੱਚ 3000 ਦਾ ਮਿਲਦਾ ਸੀਗਾ ਪਰ ਟ੍ਰੇਨੀ ਨੂੰ, ਜੋ ਟ੍ਰੇਨੀ ਇਹਦੇ ਵਿੱਚ ਸ਼ਾਮਿਲ ਹੁੰਦਾ ਸੀਗਾ। ਬਟ ਇਹ ਜੋ ਸਕੀਮ ਸੀਗੀ PM ਦਕਸ਼ ਸਕੀਮ, ਇਹਨੂੰ ਮਰਜ ਕਰ ਦਿੱਤਾ ਗਿਆ ਹੁਣ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਆਫ ਦਾ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ। ਸੋ ਇਹ ਜੋ ਸਕੀਮ ਹੈ ਵੈਸੇ ਹੁਣ ਮਰਜ ਹੋ ਚੁੱਕੀ ਆ, ਬਟ ਫਿਰ ਵੀ ਜੇ ਕੋਈ ਕੁਐਸਚਨ ਆ ਜਾਵੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦੇ ਵਿੱਚ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਅਰਬਨ ਚੈਲੰਜ ਫੰਡ UCF। ਸੋ ਨਿਊਜ਼ ਦੇ ਵਿੱਚ ਕਿਉਂ ਸੀਗਾ, ਦ ਯੂਨੀਅਨ ਕੈਬਨਿਟ has approved the launch of Urban Challenge Fund with 1 lakh crore central assistance to drive market-led urban transformation। ਸੋ ਇਸ ਨਿਊਜ਼ ਦੇ ਵਿੱਚ ਕੀ ਹੈਗਾ ਕਿ ਜੋ Tier 2 Tier 3 ਸਿਟੀਜ਼ ਹੈਗੀਆਂ ਉਹਦੇ ਵਿੱਚ ਕਿਸੇ ਸਿਟੀ ਦੀ ਡਿਵੈਲਪਮੈਂਟ ਅਗਰ ਕਰਨੀ ਹੈ ਤਾਂ ਉਹਦੀ ਜੋ ਫੰਡਿੰਗ ਹੋਊਗੀ ਉਹ ਕਿਸ ਬੇਸ 'ਤੇ ਹੋਊਗੀ, ਉਹ ਸਾਰਾ ਐਕਸਪਲੇਨ ਕੀਤਾ ਗਿਆ। ਠੀਕ ਹੈ, ਸੋ ਇਹਦੇ ਵਿੱਚ ਕੀ ਰੱਖਿਆ ਗਿਆ ਕਿ ਜੋ 25% ਸਪੋਜ਼ ਕਰੋ ਕਿਸੇ ਸਿਟੀ ਦੀ ਡਿਵੈਲਪਮੈਂਟ 'ਤੇ ਉਹਦੇ ਵਿੱਚ ਪੂਰਾ ਮੈਟਰੋਪੋਲੀਟਨ ਵਾਲਾ ਆਪਾਂ ਇਨਫਰਾਸਟਰਕਚਰ ਚਾਹੁੰਦੇ ਆ ਤਾਂ ਮੰਨ ਲਓ 100 ਕਰੋੜ ਰੁਪਇਆ ਖਰਚ ਹੋਣਾ, ਤਾਂ ਉਹਦੇ ਵਿੱਚੋਂ ਜੋ 25% ਯਾਨੀ ਕਿ 25 ਕਰੋੜ ਆ ਉਹ ਸੈਂਟਰਲ ਦਊਗੀ। ਠੀਕ ਹੈ, 50% ਜੋ ਹੈ ਉਹ ਪ੍ਰਾਈਵੇਟ ਪਲੇਅਰਸ ਦੇਣਗੇ ਐਂਡ ਰਿਮੇਨਿੰਗ ਜੋ 25% ਹੋਗਾ ਸਟੇਟ ਗਵਰਨਮੈਂਟ ਪੇ ਕਰੂਗੀ। ਠੀਕ ਹੈ, ਇਸ ਅਰਬਨ ਚੈਲੰਜ ਫੰਡ ਦੇ ਵਿੱਚ ਇਹੀ ਸਾਰਾ ਐਕਸਪਲੇਨ ਕੀਤਾ ਗਿਆ। ਨੈਕਸਟ ਇਜ਼ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ, ਇਹਦੀ ਨੋਡਲ ਮਿਨਿਸਟਰੀ ਹੋਗੀ। ਠੀਕ ਹੈ, ਐਂਡ ਇਹਦਾ ਜੋ ਓਪਰੇਸ਼ਨਲ ਟਾਈਮ ਪੀਰੀਅਡ ਹੈ ਉਹ ਹੈਗਾ ਫਾਈਨੈਂਸ਼ੀਅਲ ਈਅਰ 2025-26 ਤੋਂ ਲੈ ਕੇ 2030-31 ਤੱਕ, ਜਿਹਨੂੰ ਬਾਅਦ ਦੇ ਵਿੱਚ 33-34 ਤੱਕ ਵੀ ਐਕਸਟੈਂਡ ਕੀਤਾ ਜਾ ਸਕਦਾ ਗਾ। ਠੀਕ ਹੈ ਜੀ, ਸੋ ਸਕੀਮ ਦੇ ਵਿੱਚ ਕੀ ਹੈਗਾ, ਫੰਡਿੰਗ ਕਿਸ ਤਰੀਕੇ ਤੋਂ ਹੋਊਗੀ ਪਤਾ ਹੋਣਾ ਚਾਹੀਦਾ, ਨੋਡਲ ਮਿਨਿਸਟਰੀ ਕਿਹੜੀ ਹੈਗੀ ਹੈ ਐਂਡ ਓਪਰੇਸ਼ਨਲ ਪੀਰੀਅਡ ਤੁਹਾਨੂੰ ਪਤਾ ਹੋਣਾ ਚਾਹੀਦਾ। ਨੈਕਸਟ ਇਜ਼ ਵਨ ਲਾਈਨਰ ਨਿਊਜ਼ ਹੈਗੀ ਆ, ਸਿਪਰਾ ਮੁਖਰਜੀ ਐਂਡ ਮ੍ਰਿਨਮੋਏ ਪ੍ਰਮਾਣਿਕ win A.K. Ramanujan Prize for translating into English Dalit woman poet ਕਲਿਆਣੀ ਠਾਕੁਰ ਚਰਾਲਸ ਵਰਕ ਆਈ ਬਿਲੋਂਗ ਟੂ ਨੋਵੇਅਰ। ਸੋ ਕਲਿਆਣੀ ਠਾਕੁਰ ਚਰਾਲ ਦਲਿਤ ਵੂਮਨ ਸੀਗੀ, ਇਹਨਾਂ ਦਾ ਕੰਮ ਸੀਗਾ ਆਈ ਬਿਲੋਂਗ ਟੂ ਨੋਵੇਅਰ। ਇਹ ਬੰਗਾਲੀ ਦੇ ਵਿੱਚ ਸੀਗਾ, ਇਹਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਸੀਗਾ ਸਿਪਰਾ ਮੁਖਰਜੀ ਐਂਡ ਮ੍ਰਿਨਮੋਏ ਪ੍ਰਮਾਣਿਕ ਨੇ, ਜਿਹਦੇ ਲਈ ਇਹਨਾਂ ਨੂੰ A.K. ਰਾਮਨੋਜਨ ਪ੍ਰਾਈਜ਼ ਦਿੱਤਾ ਗਿਆ। ਇਹ ਨਿਊਜ਼ ਆਪਣੀ ਹੈਗੀ ਆ। ਨੈਕਸਟ ਇਜ਼ ਤਾਂਖੁਲ ਹੋਈ ਐਂਡ ਕੋਂਬਾਈ ਬਰੀਡਸ ਆਫ ਡੋਗਸ ਐਡਿਡ ਟੂ ਡੋਗ ਸਕੁਆਡ ਆਫ ਅਸਾਮ ਰਾਈਫਲਸ। ਸੋ ਅਸਾਮ ਰਾਈਫਲ ਦੀ ਜੋ ਡੋਗ ਸਕੁਆਡ ਹੈਗੇ ਉਹਦੇ ਵਿੱਚ ਜੋ ਇੰਡੀਆ ਜੋ ਦੇਸੀ ਬਰੀਡਸ ਦੇ ਡੋਗਸ ਹੈ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ। 2 ਬਰੀਡਸ ਦੇ ਨਾਮ ਤੁਸੀਂ ਯਾਦ ਰੱਖਣੇ ਹਨ, ਕਿਹੜੀ ਸਟੇਟ ਤੋਂ ਬਿਲੋਂਗ ਕਰਦੇ ਇਹ ਵੀ ਤੁਸੀਂ ਯਾਦ ਰੱਖਣੇ ਆ। ਨੈਕਸਟ ਇਜ਼ ਨਾਗਾ ਕਮਿਊਨਿਟੀ ਦੀ ਪਰਟੀਕੂਲਰ ਸੰਗਮ ਟਰਾਈਬ ਬੈਨਸ ਪੈਂਗੋਲਿਨ ਹੰਟਿੰਗ ਇਨ ਨਾਗਾਲੈਂਡ। ਠੀਕ ਹੈ ਜੀ, ਸੋ ਨਾਗਾਲੈਂਡ ਦੇ ਵਿੱਚ ਜੋ ਹੈ ਉਹ ਪੈਂਗੋਲਿਨ ਹੰਟਿੰਗ ਤੇ ਬੈਨ ਕਰਤਾ ਗਿਆ ਐਂਡ ਪੈਂਗੋਲਿਨ ਜੋ ਹੈ ਇਹੋ ਜਿਹੇ ਦਿਖਦੇ ਆ, ਪੈਂਗੋਲਿਨ ਤੇ ਜੋ ਹੈ ਸਕੇਲਸ ਬਣੇ ਹੁੰਦੇ ਆ ਇਹਦੀ ਬੋਡੀ ਤੇ ਐਂਡ ਇਹਦੇ ਜੋ ਸਕੇਲਸ ਹੈ ਉਹ ਚਾਈਨਾ ਮੈਡੀਸਨ ਦੇ ਵਿੱਚ ਬਹੁਤ ਯੂਜ਼ ਕਰਦਾ ਹੈ ਐਂਡ ਚਾਈਨਾ ਦੇ ਵਿੱਚ ਜੋ ਚਾਈਨੀਜ਼ ਪੈਂਗੋਲਿਨ ਹੈ ਐਕਚੁਅਲੀ ਉਹ ਕ੍ਰਿਟੀਕਲੀ ਐਂਡੇਂਜਰਡ ਸਟੇਟਸ ਹੈ ਉਹਨਾਂ ਦਾ IUCN ਦੇ ਵਿੱਚ, ਜਦੋਂ ਕਿ ਜੋ ਇੰਡੀਅਨ ਪੈਂਗੋਲਿਨ ਹੈ ਉਹ ਐਂਡੇਂਜਰਡ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ। ਨੈਕਸਟ ਇਜ਼ ਓਫੀਸ਼ੀਅਲ ਸੀਕ੍ਰੇਟਸ ਐਕਟ 1923। ਠੀਕ ਹੈ ਜੀ, ਮੈਂਸ਼ਨ ਸੀਗਾ ਨਿਊਜ਼ ਦੇ ਵਿੱਚ, ਪਹਿਲਾਂ ਵੀ ਆਪਾਂ ਕਵਰ ਕੀਤਾ ਸੀਗਾ ਕਿ ਜੋ ਕੰਟਰੋਵਰਸੀ ਹੋਈ ਸੀਗੀ ਜੋ ਜਨਰਲ ਨਰਵਾਣੇ ਦੀ ਬੁੱਕ ਜੋ ਅਨਪਬਲਿਸ਼ਡ ਬੁੱਕ ਹੈ ਉਹਦੇ 'ਤੇ ਜੋ ਕੰਟਰੋਵਰਸੀ ਹੋਈ ਸੀਗੀ ਐਂਡ ਉਸ ਤੋਂ ਬਾਅਦ ਫਿਰ VK ਸਿੰਘ ਦਾ ਜੋ ਕੇਸ ਸਾਹਮਣੇ ਆਇਆ ਸੀਗਾ ਤਾਂ ਉਹਨਾਂ 'ਤੇ FIR ਵੀ ਦਰਜ ਹੋਈ ਸੀਗੀ ਅੰਡਰ ਓਫੀਸ਼ੀਅਲ ਸੀਕ੍ਰੇਟਸ ਐਕਟ 1923। ਸੋ ਇਸ ਐਕਟ ਬਾਰੇ ਆਪਾਂ ਪੜ੍ਹ ਲੈਂਦੇ ਥੋੜ੍ਹਾ ਜਿਹਾ। ਸਭ ਤੋਂ ਪਹਿਲਾਂ ਤਾਂ ਕਿਹੜੇ ਈਅਰ ਦੇ ਵਿੱਚ ਐਕਟ ਆਇਆ ਸੀਗਾ, 1923 ਦੇ ਵਿੱਚ। It is a colonial era law enacted to consolidate and amend laws relating to protection of official information, particularly concerning national security and state interest. So basically ਇਹ ਜੋ ਐਕਟ ਹੈਗਾ ਉਹ ਪ੍ਰੋਹਿਬਿਟ ਕਰਦਾ ਕਿਸੇ ਵੀ ਪਰਸਨ ਨੂੰ ਕਿ ਕੋਈ ਵੀ ਇੰਡੀਆ ਦੀ ਸੀਕ੍ਰੇਟ ਇਨਫੋਰਮੇਸ਼ਨ ਨੂੰ ਸ਼ੇਅਰ ਨਹੀਂ ਕਰੂਗਾ। ਠੀਕ ਹੈ, ਜਿਹਦੇ ਕਰਕੇ ਇੰਡੀਆ ਦੀ ਸਿਕਿਉਰਿਟੀ ਨੂੰ ਨੁਕਸਾਨ ਹੋ ਸਕਦਾ ਹੈਗਾ, ਇਸ ਕਰਕੇ ਇਹ ਐਕਟ ਆਇਆ ਸੀਗਾ। ਐਂਡ ਕਿਹੜੇ ਪਰਸਨ 'ਤੇ ਅਪਲਾਈ ਹੁੰਦਾ ਗਾ, ਸਾਰੇ ਗਵਰਨਮੈਂਟ ਸਰਵੈਂਟ, ਕਿਉਂਕਿ ਉਹਨਾਂ ਕੋਲ ਬਹੁਤ ਸਾਰੀ ਕ੍ਰਿਟੀਕਲ ਇਨਫੋਰਮੇਸ਼ਨ ਹੁੰਦੀ ਹੈ, ਡਿਫੈਂਸ ਪਰਸਨਲ ਜੋ ਹੁੰਦੇ ਆ, ਪ੍ਰਾਈਵੇਟ ਇੰਡੀਵਿਜੂਅਲ ਵੀ ਆ ਸਕਦੇ ਆ, ਕੰਪਨੀ ਵੀ ਆ ਸਕਦੇ ਆ ਐਂਡ ਈਵਨ ਇੰਡੀਅਨ ਸਿਟੀਜ਼ਨ ਜੋ ਇੰਡੀਆ ਤੋਂ ਬਾਹਰ ਰਹਿ ਰਿਹਾ ਗਾ। ਠੀਕ ਹੈ, ਸਾਰੇ ਪਰਸਨਸ 'ਤੇ ਇਹ ਐਕਟ ਜਿਹੜਾ ਅਪਲਾਈ ਹੁੰਦਾ ਗਾ। ਨੈਕਸਟ ਇਜ਼ ਆਰਟੇਮਿਸ 2 ਮਿਸ਼ਨ। ਜਸਟ ਤੁਸੀਂ ਇੰਨਾ ਯਾਦ ਰੱਖਣਾ ਕਿ ਇਹ ਕਿਹੜੀ ਯੂਰੋਪੀਅਨ ਸਪੇਸ ਏਜੰਸੀ ਨੇ ਲਾਂਚ ਕੀਤਾ ਸੀਗਾ, ਕਿਹੜੀ ਸਪੇਸ ਏਜੰਸੀ ਨੇ ਲਾਂਚ ਕੀਤਾ ਸੀਗਾ, ਦੈਟ ਇਜ਼ ਨਾਸਾ। ਨੈਕਸਟ ਇਜ਼ ਮੁੰਬਈ ਕੋਸਟਲ road to get country's first melody road where motorists will hear the song Jai Ho upon crossing a speed of 60 km/h। ਸੋ ਇਸ ਨਿਊਜ਼ ਦੇ ਵਿੱਚ ਦੱਸਿਆ ਗਿਆ ਕਿ ਮੁੰਬਈ ਦੇ ਵਿੱਚ ਇੱਕ ਰੋਡ ਬਣਾਈ ਗਈ ਹੈ ਜਿਹਦੇ 'ਤੇ ਜੇ ਤੁਸੀਂ ਚੱਲਦੇ ਹੋ 60 km/h ਦੀ ਸਪੀਡ ਤੋਂ ਵੱਧ ਤੁਸੀਂ ਜੇ ਚੱਲਦੇ ਹੋ ਦੈਨ ਤੁਹਾਨੂੰ ਇੱਕ ਸੌਂਗ ਸੁਣਨ ਨੂੰ ਮਿਲੂਗਾ ਜੈ ਹੋ,
ਠੀਕ ਹੈ ਜੀ। ਐਂਡ ਇਹ ਟੈਕਨੋਲੋਜੀ ਇੰਡੀਆ ਦੀ ਕੋਈ ਇੰਡੀਜਨਸ ਟੈਕਨੋਲੋਜੀ ਨਹੀਂ ਹੈਗੀ। ਪਹਿਲਾਂ ਵੀ ਹੰਗਰੀ, ਜਾਪਾਨ, ਸਾਊਥ ਕੋਰੀਆ, ਯੂਏ ਦੇ ਵਿੱਚ ਇਹੋ ਜਿਹੀ ਰੋਡਸ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਜਿੱਥੇ ਜੇ ਤੁਸੀਂ ਚੱਲਦੇ ਹੋ, ਡਰਾਈਵ ਕਰਦੇ ਤਾਂ ਉੱਥੇ ਸੌਂਗਸ ਚੱਲਦੇ ਨੇ। ਨੈਕਸਟ ਇਜ਼ PM inaugurated the Kumar Bhaskar Verma Setu, a 2.86 ਕਿਲੋਮੀਟਰ ਲੌਂਗ 6-lane bridge on Brahmaputra river in Assam। ਸੋ ਬ੍ਰਿਜ ਦਾ ਨਾਮ ਯਾਦ ਰੱਖਿਓ, ਕਿਹੜੀ ਸਟੇਟ ਦੇ ਵਿੱਚ ਹੈਗਾ, ਕਿਹੜੀ ਰਿਵਰ ਤੇ ਹੈਗਾ, ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਇਜ਼ Delhi CM approves ਮੁੱਖ ਮੰਤਰੀ ਕੌਸ਼ਲ ਵਿਕਾਸ ਯੋਜਨਾ ਫॉर ਖਾਦੀ ਐਂਡ ਹੈਂਡਲੂਮ ਆਰਟੀਸਨ। ਸੋ ਸਟੇਟ ਬੇਸਡ ਨਿਊਜ਼ ਹੈ, ਯਾਦ ਰੱਖਿਓ। ਨੈਕਸਟ ਇਜ਼ ਡੋਲਫਿਨ ਸੈਂਸਸ ਇਨ ਉੜੀਸਾ। ਉੜੀਸਾ ਦੇ ਵਿੱਚ ਡੋਲਫਿਨ ਸੈਂਸਸ ਕਰਾਇਆ ਗਿਆ, ਜਿਹਦੇ ਵਿੱਚ ਇਹ ਪਾਇਆ ਗਿਆ ਕਿ ਲਾਸਟ 5 ਈਅਰ ਦੇ ਵਿੱਚ ਡੋਲਫਿਨਸ ਦੀ ਜੋ ਪੋਪੂਲੇਸ਼ਨ ਹੈ ਉਹ ਵੱਧ ਕੇ 765 ਹੋ ਗਈ ਹੈ। ਐਂਡ ਜੋ ਮੇਜਰ ਸਪੀਸ਼ੀ ਹੈ ਡੋਲਫਿਨ ਦੇ, ਉਹਦੇ ਵਿੱਚ ਹੰਬੈਕ ਡੋਲਫਿਨ ਤੇ ਇਰਾਵਡੀ ਡੋਲਫਿਨ। ਵੈਸੇ ਤਾਂ 6 ਕੈਟਾਗਰੀ ਡੋਲਫਿਨਸ ਆਉਂਦੀਆਂ ਨੇ, ਬਟ ਹੰਬੈਕ ਐਂਡ ਇਰਾਵਡੀ ਡੋਲਫਿਨ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ। ਠੀਕ ਹੈ ਜੀ। ਐਂਡ ਚਿਲਿਕਾ ਲੇਕ ਐਂਡ ਗਹਿਰਮਠ ਮਰੀਨ ਸੈਂਚੁਰੀ ਯਾਦ ਰੱਖਿਓ, ਉੜੀਸਾ ਦੇ ਵਿੱਚ ਲਾਈ ਕਰਦੀਆਂ ਨੇ। ਡੋਲਫਿਨਸ ਐਕੁਐਟਿਕ ਮੈਰੀਨ ਮੈਮਲਸ। ਠੀਕ ਹੈ ਜੀ। ਸੋ ਡੋਲਫਿਨਸ ਜੋ ਹੈ ਉਹ ਫਿਸ਼ ਕੈਟਾਗਰੀ ਦੇ ਵਿੱਚ ਨਹੀਂ ਆਉਂਦੀ, ਇਹ ਮੈਮਲਸ ਹੁੰਦੀਆਂ ਨੇ। ਐਂਡ ਦੇ ਆਰ ਨੋਨ ਫॉर देयर ਇੰਟੈਲੀਜੈਂਸ, ਸੋਸ਼ਲ ਬਿਹੇਵੀਅਰ। ਤੁਸੀਂ ਦੇਖਦੇ ਹੋਗੇ ਵੀਡੀਓਜ਼ ਦੇ ਵਿੱਚ ਵੀ ਕਾਫੀ ਜ਼ਿਆਦਾ ਸੋਸ਼ਲ ਹੁੰਦੀਆਂ ਨੇ। ਐਂਡ ਜੇ ਇਹਨਾਂ ਦੇ ਆਪਾਂ ਆਈਯੂਸੀਐਨ ਸਟੇਟਸ ਦੀ ਗੱਲ ਕਰੀਏ ਤਾਂ ਜੋ ਇਰਾਵਡੀ ਡੋਲਫਿਨ ਹੈ ਉਹ ਐਂਡੇਂਜਰਡ ਕੈਟਾਗਰੀ ਦੇ ਵਿੱਚ ਆਉਂਦੀ ਹੈ। ਐਂਡ ਜੋ ਆਪਣਾ ਇੰਡੀਆ ਦਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਹੈਗਾ ਉਹਦੇ ਵਿੱਚ ਸ਼ੈਡਿਊਲ 1 ਦੇ ਵਿੱਚ ਆਉਂਦੀ ਹੈ, ਮਤਲਬ ਕਿ ਇਹਨਾਂ ਦੀ ਹੰਟਿੰਗ ਨਹੀਂ ਹੋ ਸਕਦੀ। ਨੈਕਸਟ ਨਿਊਜ਼ ਇਜ਼ BBC ਇੰਡੀਅਨ ਸਪੋਰਟਸ ਵੂਮਨ ਆਫ ਦਾ ਈਅਰ ਅਵਾਰਡਸ 2025। ਇਹ ਫਿਲਹਾਲ ਜੋ ਹੈ ਅਵਾਰਡ ਕੀਤੇ ਗਏ ਨੇ। ਤੋ ਇਹਦੇ ਵਿੱਚ ਸਪੋਰਟਸ ਵੂਮਨ ਆਫ ਦਾ ਈਅਰ ਦਿੱਤਾ ਗਿਆ ਸਮ੍ਰਿਤੀ ਮੰਦਾਨਾ ਨੂੰ। ਨੈਕਸਟ ਇਜ਼ ਇਹ ਕ੍ਰਿਕਟ ਤੋਂ ਬਿਲੋਂਗ ਕਰਦੇ, ਤੁਹਾਨੂੰ ਪਤਾ ਹੀ ਹੋਊਗਾ। ਨੈਕਸਟ ਇਜ਼ BBC ਐਮਰਜਿੰਗ ਪਲੇਅਰ ਆਫ ਦਾ ਈਅਰ ਦਾ ਅਵਾਰਡ ਦਿੱਤਾ ਗਿਆ ਦਿਵਿਆ ਦੇਸ਼ਮੁਖ ਨੂੰ, ਇਹ ਚੈਸ ਤੋਂ ਰਿਲੇਟਡ ਨੇ। BBC ਪੈਰਾ ਸਪੋਰਟਸ ਵੂਮਨ ਆਫ ਦਾ ਈਅਰ ਪ੍ਰੀਤੀ ਪਾਲ ਨੂੰ ਦਿੱਤਾ ਗਿਆ, ਇਹ ਐਥਲੀਟ ਨੇ, 100 ਮੀਟਰ 200 ਮੀਟਰ ਕਰਦੇ ਨੇ। ਉਸ ਤੋਂ ਬਾਅਦ BBC ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ ਅੰਜਲੀ ਭਾਗਵਤ ਨੂੰ, ਇਹ ਸ਼ੂਟਿੰਗ ਤੋਂ ਰਿਲੇਟਡ ਹੈ। ਨੈਕਸਟ ਇਜ਼ ਰਸ਼ੀਦ ਖਾਨ ਬਿਕਮਸ ਫਸਟ ਕ੍ਰਿਕਟਰ ਟੂ ਟੇਕ 700 ਵਿਕਟਸ ਇਨ T20। ਠੀਕ ਹੈ ਜੀ। ਰਸ਼ੀਦ ਖਾਨ ਜੋ ਹੈ T20 ਦੇ ਵਿੱਚ 700 ਵਿਕਟ ਲੈਣ ਵਾਲੇ ਪਹਿਲਾ ਕ੍ਰਿਕਟਰ ਬਣ ਗਿਆ। ਇਸ ਤੋਂ ਪਹਿਲਾਂ ਬ੍ਰੈਵੋ ਦੇ ਨਾਮ ਇਹ ਰਿਕਾਰਡ ਸੀਗਾ। ਨੈਕਸਟ ਇਜ਼ ਮੰਥਨ ਬੈਠਕ। ਇਹ ਜੋ ਹੈ ਸਟੇਟ ਐਂਡ ਯੂਟੀ ਮਿਨਿਸਟਰਸ ਦੀ ਇੱਕ ਬੇਸਿਕਲੀ ਬੈਠਕ ਹੋਈ ਸੀਗੀ। ਕਿੱਥੇ ਹੋਈ ਸੀ? ਗਾਂਧੀਨਗਰ ਗੁਜਰਾਤ ਦੇ ਵਿੱਚ ਹੋਈ ਸੀਗੀ। ਜੋ ਯੂਨੀਅਨ ਮਿਨਿਸਟਰ ਆਪਣੇ ਹੈਗੇ ਅਮਿਤ ਸ਼ਾਹ, ਉਹਨਾਂ ਨੇ ਇਹ ਚੇਅਰ ਕੀਤੀ ਸੀਗੀ ਬੈਠਕ। ਨੈਕਸਟ ਇਜ਼ ਇੰਡੀਆਜ਼ ਫਸਟ ਕਾਓ ਕਲਚਰ ਮਿਊਜ਼ੀਅਮ ਕਿੱਥੇ ਓਪਨ ਕੀਤਾ ਗਿਆ? ਮਥੁਰਾ ਯੂਪੀ ਦੇ ਵਿੱਚ। ਟੋਰੈਂਟ ਪਾਵਰ ਟੂ ਬਾਈ L&T's ਆਮ ਨਾਭਾ ਪਾਵਰ ਫॉर ₹3660 ਕਰੋੜ। ਸੋ ਪੰਜਾਬ ਤੋਂ ਰਿਲੇਟਡ ਨਿਊਜ਼ ਹੈਗੀ ਆ। ਟੋਰੈਂਟ ਪਾਵਰ ਕੰਪਨੀ ਜੋ ਹੈਗੀ ਹੈ ਉਹਨੇ L&T ਦੀ ਜੋ ਸਬਸਿਡਰੀ ਹੈ ਨਾਭਾ ਪਾਵਰ, ਜੋ ਬੇਸਿਕਲੀ ਪੰਜਾਬ ਦੇ ਵਿੱਚ ਜੋ ਥਰਮਲ ਪਾਵਰ ਪਲਾਂਟ ਰਨ ਕਰਦੀ ਹੈ ਨਾਭਾ ਪਾਵਰ, ਉਹਨੂੰ ਐਕਵਾਇਰ ਕਰ ਲਿਆ। ਨੈਕਸਟ ਇਜ਼ AI ਇੰਪੈਕਟ ਸਮਿਟ। ਬਹੁਤ ਇੰਪੋਰਟੈਂਟ ਹੈ ਬਿਕੋਜ਼ ਬਹੁਤ ਜ਼ਿਆਦਾ ਜ਼ਿਕਰ ਇਹਦਾ ਅੱਜ ਕੱਲ੍ਹ ਚੱਲ ਰਿਹਾ ਹੈਗਾ। ਠੀਕ ਹੈ ਜੀ। ਕਿੱਥੇ ਹੋ ਰਹੀ? ਸਭ ਤੋਂ ਪਹਿਲਾਂ ਤਾਂ ਨਿਊ ਦਿੱਲੀ ਦੇ ਵਿੱਚ ਹੋ ਰਹੀ ਹੈ। ਠੀਕ ਹੈ। ਇਹਦਾ ਤੁਸੀਂ ਇਹ ਲੋਗੋ ਵੇਖ ਸਕਦੇ ਹੋ ਅਤੇ ਇੱਥੇ ਲਿਖਿਆ ਹੋਇਆ ਵੈਲਫੇਅਰ ਫॉर ਆਲ ਐਂਡ ਹੈਪੀਨੈਸ ਫॉर ਆਲ, ਇਹ ਤੁਸੀਂ ਯਾਦ ਰੱਖਣਾ। ਇਸ ਤੋਂ ਬਾਅਦ ਇਹਦੇ ਵਿੱਚ ਕੁਝ ਫੇਮਸ ਪਰਸਨੈਲਿਟੀਜ਼ ਨੇ ਮਸ਼ੱਕਤ ਕੀਤੀ ਹੈ, ਉਹਨਾਂ ਦੇ ਨਾਮ ਤੁਸੀਂ ਯਾਦ ਰੱਖਿਓ। ਇੱਕ ਤਾਂ UN ਚੀਫ ਸੀਗੇ, ਉਹਨਾਂ ਦਾ ਨਾਮ ਹੈਗਾ ਐਂਟੋਨੀਓ ਗੁਟੇਰਸ। ਫਾਊਂਡਰ ਆਫ ਓਪਨ AI ਸੈਮ ਆਲਟਮੈਨ। ਫਾਊਂਡਰ ਆਫ ਐਂਥਰੋਪਿਕ ਲਾਸਟ ਆਪਾਂ ਨਿਊਜ਼ ਦੇ ਵਿੱਚ ਕਵਰ ਕੀਤਾ ਸੀਗਾ। ਇਹਦੇ ਜੋ ਫਾਊਂਡਰ ਹੈਗੇ ਉਹ ਡਾਰੀਓ ਐਮੋਡੀ ਐਂਡ ਡੈਨੀਲਾ ਐਮੋਡੀ ਹੈਗੇ ਨੇ। ਸੋ ਇਹ ਕੁਝ ਫੇਮਸ ਪਰਸਨੈਲਿਟੀਜ਼ ਨੇ ਜੋ ਹੈ ਉਹਨਾਂ ਨੇ ਪਾਰਟ ਲਿਆ ਸੀਗਾ ਇਸ ਸਮਿਟ ਦੇ ਵਿੱਚ। ਐਂਡ ਫਰਾਂਸ ਦੇ ਜੋ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਵੀ ਇਹਦੇ ਵਿੱਚ ਆਏ ਸੀਗੇ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਬੋਰਡਨ AI ਜੋ ਹੈ ਕੰਪਨੀ ਹੈ, ਇੱਕ ਨੋਟ ਫॉर ਪ੍ਰੋਫਿਟ ਕੰਪਨੀ ਹੈ ਜੋ ਕਿ IIT ਮਦਰਾਸ ਨੇ ਲਾਂਚ ਕੀਤੀ ਹੈ। ਐਂਡ ਇਹਦਾ ਪਰਪਸ ਕੀ ਹੋਗਾ? ਬੇਸਿਕਲੀ ਐਜੂਕੇਸ਼ਨ ਸੈਕਟਰ ਦੇ ਵਿੱਚ ਇੱਕ DPI ਕ੍ਰੀਏਟ ਕਰਨਾ। DPI ਯਾਨੀ ਕਿ ਡਿਜੀਟਲ ਪਬਲਿਕ ਇਨਫਰਾਸਟਰਕਚਰ। ਜਿਵੇਂ ਆਪਾਂ ਗੱਲ ਕਰਦੇ ਨਾ UPI ਦੀ, UPI ਤੋਂ ਆਪਾਂ ਕਿੰਨੀ ਸਰਵਿਸਿਜ਼ ਲੈ ਰਹੇ ਹਾਂ, ਫਾਈਨੈਂਸ਼ੀਅਲ ਸਰਵਿਸਿਜ਼ UPI ਦੇ ਥਰੂ ਹੋ ਜਾਂਦੀ ਆ, ਉਵੇਂ ਹੀ ਜੋ ਐਜੂਕੇਸ਼ਨ ਸਰਵਿਸ ਹੈ ਉਹ DPI ਦੇ ਥਰੂ ਹੋ ਜਾਣ, ਉਹ ਇਹਦਾ ਮਕਸਦ ਹੈਗਾ ਬੋਰਡਨ AI ਕੰਪਨੀ ਦਾ। ਠੀਕ ਹੈ ਜੀ। ਨੈਕਸਟ ਇਜ਼ ਸਾਈਕਲੋਨ ਗੇਜ਼ਾਨੀ। ਠੀਕ ਹੈ ਜੀ। ਕਿੱਥੇ ਆਇਆ? ਮੈਡਾਗਾਸਕਰ ਦੇ ਵਿੱਚ ਆਇਆ। ਨੈਕਸਟ ਇਜ਼ ਪ੍ਰੋਗਰੈਸਿਵ ਪੰਜਾਬ ਇਨਵੈਸਟਮੈਂਟ ਸਮਿਟ ਜੋ ਮੋਹਾਲੀ ਦੇ ਵਿੱਚ ਹੋਊਗੀ, ਵਨ ਲਾਈਨਰ ਨਿਊਜ਼ ਹੈ, ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ ਪ੍ਰੋਬਲਮੈਟਿਕ ਕੰਟੈਂਟ ਬਲੋਕਿੰਗ ਟਾਈਮ ਫॉर ਸੋਸ਼ਲ ਮੀਡੀਆ ਫਰਮਸ ਨਾਓ ਕੱਟ ਟੂ ਜਸਟ 3 ਆਵਰਸ ਫਰੋਮ ਅਰਲੀਅਰ 36 ਆਵਰਸ। ਸੋ ਇਹਦੇ ਵਿੱਚ ਜੋ ਆਪਣੀ IT ਮਿਨਿਸਟਰੀ ਹੈਗੀ ਹੈ, ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕੱਢੀ ਹੈ। ਐਂਡ ਇੱਕ ਆਪਣਾ ਰੂਲ ਸੀਗਾ ਇਨਫੋਰਮੇਸ਼ਨ ਟੈਕਨੋਲੋਜੀ ਇੰਟਰਮੀਡੀਏਟ ਗਾਈਡਲਾਈਨਸ ਐਂਡ ਡਿਜੀਟਲ ਮੀਡੀਆ ਐਥਿਕਸ ਕੋਡ ਰੂਲਸ 2021 ਦੇ ਰੂਲਸ ਹੈਗੇ ਆ। ਇਹਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ। ਐਂਡ ਉਸ ਅਮੈਂਡਮੈਂਟ ਦੇ ਵਿੱਚ ਕਿਹਾ ਗਿਆ ਕਿ ਜੋ ਪ੍ਰੋਬਲਮੈਟਿਕ ਕੰਟੈਂਟ ਹੈ,
ਸਪੈਸ਼ਲੀ ਜੋ ਨਿਊਡਿਟੀ ਤੋਂ ਲੈ ਕੇ ਜਿਵੇਂ ਤੁਸੀਂ ਗਰੋਕ ਦਾ ਕੋਈ ਕੰਟਰੋਵਰਸੀ ਸੁਣੀ ਹੋਣੀ ਹੈ, ਠੀਕ ਹੈ, ਜਿਵੇਂ ਕਿ ਸੈਮੀ ਨਿਊਡ ਪਿਕਚਰਸ ਜੋ ਹੈ ਗਰਲਸ ਦੀ ਉਹਨਾਂ ਨੇ ਪ੍ਰਿੰਟ ਕੀਤੀਆਂ ਸੀਗੀਆਂ, ਠੀਕ ਹੈ, ਸੋ ਬਣਾ ਦਿੰਦੇ ਸੀਗੇ ਗਰੋਕ। ਸੋ ਇਹੋ ਜਿਹਾ ਜੋ ਪ੍ਰੋਬਲਮੈਟਿਕ ਕੰਟੈਂਟ ਹੈਗਾ ਉਹਨੂੰ ਕਿਹਾ ਗਿਆ ਕਿ 2 ਆਵਰਸ ਦੇ ਅੰਦਰ ਅੰਦਰ ਟੇਕ ਡਾਊਨ ਕਰਨਾ ਪਊਗਾ, ਠੀਕ ਹੈ। ਪਹਿਲਾਂ ਇਹ ਜੋ ਹੈ 24 ਆਵਰਸ ਹੁੰਦੀ ਸੀਗੀ, ਐਂਡ ਬਾਕੀ ਜੋ ਅਦਰ ਪ੍ਰੋਬਲਮੈਟਿਕ ਕੰਟੈਂਟ ਹੈ ਜੋ ਕਿ ਆਪਣੀ ਗੌਰਮੈਂਟ ਦੇ ਅਗੇਂਸਟ ਕਿਸੇ ਆਪਣੇ ਨੇਸ਼ਨ ਦੀ ਸਿਕਿਉਰਿਟੀ ਦੇ ਅਗੇਂਸਟ ਹੈਗਾ, ਉਹਨੂੰ ਜੋ ਹੈ 3 ਆਵਰਸ ਦੇ ਅੰਦਰ ਜੋ ਹੈ ਟੇਕ ਡਾਊਨ ਕਰਨਾ ਪਊਗਾ। ਇਹਦੇ ਨਾਲ ਹੀ ਇਸੇ ਰੂਲਸ ਦੇ ਵਿੱਚ ਚੇਂਜਸ ਕਰਕੇ ਪਹਿਲਾਂ ਕੀ ਹੁੰਦਾ ਸੀਗਾ ਕਿ ਕੋਈ ਵੀਡੀਓ ਜੋ AI ਤੋਂ ਬਣਾਈ ਹੈ, ਜੋ AI ਜਨਰੇਟਡ ਵੀਡੀਓ ਹੈ, ਉਸ 'ਤੇ 10% ਆਫ ਸਪੇਸ 'ਤੇ ਮੈਂਸ਼ਨ ਹੋਣਾ ਜ਼ਰੂਰੀ ਸੀਗਾ ਕਿ ਇਹ AI ਜਨਰੇਟਡ ਵੀਡੀਓ ਹੈ। ਉਸ ਚੀਜ਼ ਨੂੰ ਹੁਣ ਟੇਕ ਡਾਊਨ ਕਰਕੇ ਸਿੰਪਲੀ ਮੈਂਸ਼ਨ ਕੀਤਾ ਗਿਆ ਕਿ ਪ੍ਰੋਮੀਨੈਂਟਲੀ ਵਿਜ਼ੀਬਲ ਲੇਬਲਸ ਉਸ 'ਤੇ ਲੱਗਣਗੇ। ਉਹ ਜੋ 10% ਸਪੇਸ ਦਾ ਪਹਿਲਾ ਲੇਬਲ ਹੁੰਦਾ ਸੀਗਾ ਉਹਨੂੰ ਖਤਮ ਕਰਤਾ। ਨੈਕਸਟ ਇਜ਼ ਓਪਰੇਸ਼ਨ ਕਲੋਇੰਗ ਬੈਕ। ਓਪਰੇਸ਼ਨ ਕਲੋਇੰਗ ਬੈਕ ਹਿਮਾਚਲ ਪ੍ਰਦੇਸ਼ ਨੇ ਓਪਰੇਸ਼ਨ ਚਲਾਇਆ ਸੀਗਾ, ਠੀਕ ਹੈ ਜੀ। ਇਹਦਾ ਪਰਪਸ ਸੀਗਾ ਜੋ ਟ੍ਰੇਡ ਹੁੰਦਾ ਗਾ ਇਲੀਗਲ ਬੋਡੀ ਪਾਰਟਸ ਆਫ ਪ੍ਰੋਟੈਕਟਡ ਵਾਈਲਡ ਐਨੀਮਲਸ, ਉਹਨਾਂ ਨੂੰ ਰੋਕਣਾ, ਠੀਕ ਹੈ। ਜੋ ਪੋਚਿੰਗ ਹੁੰਦੀ ਹੈ, ਫਿਰ ਉਹਨਾਂ ਦਾ ਜੋ ਟ੍ਰੇਡ ਹੁੰਦਾ ਗਾ ਉਸ ਚੀਜ਼ ਨੂੰ ਰੋਕਣ ਲਈ ਜੋ ਓਪਰੇਸ਼ਨ ਕਲੋਇੰਗ ਬੈਕ ਹਿਮਾਚਲ ਪ੍ਰਦੇਸ਼ ਗੌਰਮੈਂਟ ਨੇ ਚਲਾਇਆ ਸੀ। ਨੈਕਸਟ ਇਜ਼ ਇੰਡੀਆਜ਼ ਫਸਟ ਪ੍ਰਾਈਵੇਟ ਸੈਕਟਰ ਹੈਲੀਕਾਪਟਰ ਫਾਈਨਲ ਅਸੈਂਬਲੀ ਲਾਈਨ ਟੂ ਮੈਨੂਫੈਕਚਰ ਏਅਰਬਸ ਬੈਸਟ ਸੈਲਿੰਗ H125 ਹੈਲੀਕਾਪਟਰਸ ਵਾਜ਼ ਇਨੈਗੋਰੇਟਡ ਇਨ ਕਰਨਾਟਕਾ। ਸੋ ਬੇਸਿਕਲੀ ਨਿਊਜ਼ ਦੇ ਵਿੱਚ ਕੀ ਹੈਗਾ ਕਿ ਕਰਨਾਟਕ ਦੇ ਵਿੱਚ ਇੰਡੀਆ ਦਾ ਪਹਿਲਾ ਪ੍ਰਾਈਵੇਟ ਸੈਕਟਰ ਹੈਲੀਕਾਪਟਰ ਫਾਈਨਲ ਅਸੈਂਬਲੀ ਲਾਈਨ ਜਿਹਦੇ ਵਿੱਚ ਹੈਲੀਕਾਪਟਰਸ ਬਣਨਗੇ, ਮੈਨੂਫੈਕਚਰ ਹੋਣਗੇ, ਉਹ ਇਨੈਗੋਰੇਟ ਕੀਤਾ ਗਿਆ। ਐਂਡ ਇਹ 2 ਕੰਪਨੀਜ਼ ਨੇ ਮਿਲ ਕੇ ਇਹਦੇ 'ਤੇ ਕੰਮ ਕਰ ਰਹੀਆਂ ਨੇ। ਇੱਕ ਤਾਂ ਟਾਟਾ ਹੈਗੀ ਆ ਐਂਡ ਇੱਕ ਯੂਰਪ ਦੀ ਏਅਰਬਸ ਹੈਗੀ ਆ, ਜੋ ਮਿਲ ਕੇ ਇੰਡੀਆ ਦੇ ਵਿੱਚ ਕਰਨਾਟਕ ਦੇ ਵਿੱਚ ਜੋ ਹੈ ਹੈਲੀਕਾਪਟਰਸ ਦੀ ਮੈਨੂਫੈਕਚਰਿੰਗ ਕਰਨਗੇ, ਠੀਕ ਹੈ। ਕਿਹੜੇ ਹੈਲੀਕਾਪਟਰ ਦੀ? H125M ਦੀ, ਠੀਕ ਹੈ ਜੀ। ਐਂਡ ਜੀ ਜੋ H125M ਹੈਗਾ ਉਹ ਰਿਪਲੇਸ ਕਰੂਗਾ ਚੇਤਕ ਐਂਡ ਚੀਤਾ ਜੋ ਆਪਣੇ ਹੈਲੀਕਾਪਟਰ ਜੋ ਮਿਲਟਰੀ ਹੈਲੀਕਾਪਟਰਸ ਆਪਾਂ ਵੇਖਦੇ ਉਹਨਾਂ ਨੂੰ ਰਿਪਲੇਸ ਕਰੂਗਾ, ਰਾਈਟ। ਐਂਡ ਦਾ ਪ੍ਰੋਜੈਕਟ ਸੀਮ ਹੈਜ਼ ਬਿਗ ਬੂਸਟ ਟੂ ਏਅਰਕ੍ਰਾਫਟ ਮੈਨੂਫੈਕਚਰਿੰਗ ਇਨ ਇੰਡੀਆ। ਸੋ ਇਹਦੇ 'ਤੇ ਜੋ ਮੇਕ ਇਨ ਇੰਡੀਆ ਵਾਲਾ ਕੰਸੈਪਟ ਆ ਉਹਨੂੰ ਥੋੜ੍ਹਾ ਬੂਸਟ ਮਿਲੂਗਾ। ਨੈਕਸਟ ਇਜ਼ ਅਗੇਨ ਟਾਟਾ ਨਿਊਜ਼ ਦੇ ਵਿੱਚ ਸੀਗਾ ਟਾਟਾ ਐਂਡ 2 ਕੰਸੋਰਟੀਆ ਲੈਡ ਬਾਈ L&T ਭਾਰਤ ਫੋਰਜ, ਠੀਕ ਹੈ। ਟਾਟਾ L&T ਐਂਡ ਭਾਰਤ ਫੋਰਜ ਨੇ ਨੂੰ ਸ਼ੋਰਟਲਿਸਟ ਕੀਤਾ ਗਿਆ ਫॉर ਮੇਕਿੰਗ ਫਾਈਟਰ ਜੈਟਸ, ਠੀਕ ਹੈ ਜੀ। ਸੋ ਪਹਿਲਾਂ ਆਪਾਂ ਦੇਖਿਆ ਸੀਗਾ ਕਿ H125M ਹੈਲੀਕਾਪਟਰ ਵੀ ਇਹ ਬਣਾਉਣਗੇ ਐਂਡ ਫਾਈਟਰ ਜੈਟਸ ਲਈ ਵੀ ਇਹਨਾਂ ਨੂੰ ਸ਼ੋਰਟਲਿਸਟ ਕੀਤਾ ਗਿਆ ਬਾਈ DRDO ਟੂ ਡਿਜ਼ਾਈਨ ਐਂਡ ਡਿਵੈਲਪ ਪ੍ਰੋਟੋਟਾਈਪਸ ਆਫ ਦੀ ਪ੍ਰਪੋਜ਼ਡ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ, ਠੀਕ ਹੈ ਜੀ। ਇਹ ਨਿਊਜ਼ ਦੇ ਵਿੱਚ ਐਂਡ ਇਸ ਦੇ ਵਿੱਚ ਐਕਸਪੈਕਟ ਕੀਤਾ ਜਾ ਰਿਹਾ ਹੈਗਾ ਕਿ 125 ਫਾਈਟਰ ਜੈਟ ਜੋ ਹੈ 2035 ਤੱਕ ਡਿਲੀਵਰ ਕਰਨਗੇ ਇੰਡੀਅਨ ਮਿਲਿਟਰੀ ਨੂੰ, ਰਾਈਟ। ਐਂਡ ਜੇ ਇੱਦਾਂ ਹੋ ਜਾਂਦਾ ਹੈ ਦੈਨ ਇੰਡੀਆ ਵੁੱਡ ਜੋਇਨ ਅ ਸਮੋਲ ਲਿਸਟ ਆਫ US ਚਾਈਨਾ ਐਂਡ ਰਸ਼ੀਆ ਜਿਹਦੇ ਵਿੱਚ 5th ਜਨਰੇਸ਼ਨ ਦੇ ਫਾਈਟਰਸ ਹੈਗੇ ਨੇ, ਠੀਕ ਹੈ ਜੀ। ਨੈਕਸਟ ਇਜ਼ ਡਿਫੈਂਸ ਐਕੁਜ਼ੀਸ਼ਨ ਕਾਊਂਸਲ ਜਿਹਨੂੰ ਚੇਅਰ ਕਰਦੇ ਆਪਣੇ ਡਿਫੈਂਸ ਮਿਨਿਸਟਰ। ਇਹਨਾਂ ਨੇ ਪ੍ਰਪੋਜ਼ਲ ਕਲੀਅਰ ਕੀਤਾ ਗਾ ਟੂ ਪਰਚੇਜ਼ 114 ਰਾਫੇਲ ਮਲਟੀ ਰੋਲ ਫਾਈਟਰ ਏਅਰਕ੍ਰਾਫਟ ਫਰੋਮ ਫਰਾਂਸ, ਠੀਕ ਹੈ ਜੀ। ਸੋ 114 ਰਾਫੇਲ ਆਣਗੇ ਫਰਾਂਸ ਤੋਂ। ਸੋ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਰਾਫੇਲ ਕਿਹੜੀ ਕੰਟਰੀ ਤੋਂ ਆਪਾਂ ਪਰਚੇਜ਼ ਕਰਦੇ ਆ, ਫਰਾਂਸ ਤੋਂ ਆਣਗੇ, ਠੀਕ ਹੈ ਜੀ। ਇਹਨਾਂ ਨੇ ਪ੍ਰਪੋਜ਼ਲ ਨੂੰ ਕਲੀਅਰ ਕਰਤਾ ਗਾ ਐਂਡ ਇਹ 114 ਵਿੱਚੋਂ ਜੋ 90 ਏਅਰਕ੍ਰਾਫਟਸ ਹੋਣਗੇ ਉਹ ਇੰਡੀਆ ਦੇ ਵਿੱਚ ਬਣਨਗੇ। ਅਗੇਨ ਉਹ ਮੇਕ ਇਨ ਇੰਡੀਆ ਵਾਲਾ ਜੋ ਕੰਸੈਪਟ ਅਪਣਾਏਗਾ ਉਹਨੂੰ ਬੂਸਟ ਮਿਲੂਗਾ। ਐਂਡ ਇੰਡੀਆ ਐਂਡ ਫਰਾਂਸ ਨੇ ਈਅਰ ਆਫ ਇਨੋਵੇਸ਼ਨ ਵੀ ਆਪਣਾ ਲਾਂਚ ਕੀਤਾ ਗਾ, ਠੀਕ ਹੈ, ਕਿਉਂਕਿ ਫਰਾਂਸ ਦੇ ਜੋ ਪ੍ਰੈਜ਼ੀਡੈਂਟ ਹੈਗੇ ਇਮੈਨੂਅਲ ਮੈਕਰੋਨ ਉਹ ਇੰਡੀਆ ਦੇ 3 ਡੇ ਵਿਜ਼ਿਟ 'ਤੇ ਨੇ। ਸੋ ਕਾਫੀ ਕੁਛ ਜੋ ਟਾਈਜ਼ ਹੋ ਰਹੇ ਨੇ ਇੰਡੀਆ ਅਤੇ ਫਰਾਂਸ ਦੇ ਵਿੱਚ। ਨੈਕਸਟ ਇਜ਼ ਜੈਸੀ ਜੈਕਸਨ ਹੂ ਲੈਡ ਸਿਵਲ ਰਾਈਟਸ ਮੂਵਮੈਂਟ ਆਫਟਰ ਮਾਰਟਿਨ ਲੂਥਰ ਕਿੰਗ ਡਾਈਜ਼ ਐਟ 84। ਸੋ ਮਾਰਟਿਨ ਲੂਥਰ ਕਿੰਗ ਦੀ ਅਸੈਸੀਨੇਸ਼ਨ ਤੋਂ ਬਾਅਦ ਜੋ ਸਿਵਲ ਰਾਈਟ ਮੂਵਮੈਂਟਸ ਉੱਥੇ ਚੱਲ ਰਹੀ ਸੀਗੀ ਉਹਨਾਂ ਦੇ ਲੀਡਰ ਸੀਗੇ ਜੈਸੀ ਜੈਕਸਨ, US ਤੋਂ ਬਿਲੋਂਗ ਕਰਦੇ ਇਹਨਾਂ ਦੀ ਹਾਲ ਦੇ ਵਿੱਚ ਮ੍ਰਿਤਿੂ ਹੋਈ ਹੈ, ਸੋ ਇਸ ਕਰਕੇ ਨਿਊਜ਼ ਦੇ ਵਿੱਚ ਸੀਗੇ। ਨੈਕਸਟ ਅਗੇਨ ਪਰਸਨੈਲਿਟੀ ਤੋਂ ਰਿਲੇਟਡ ਨੇ ਰੋਬਰਟ ਡੂਵਾਲ, ਇਹ ਅਮਰੀਕਨ ਐਕਟਰ ਸੀਗੇ, ਫਿਲਮ ਮੇਕਰ ਜਿਨ੍ਹਾਂ ਦੀ ਰੀਸੈਂਟਲੀ ਡੈਥ ਹੋਈ ਹੈ। ਸੋ ਡਾਇਰੈਕਟ ਕਈ ਵਾਰ ਜੇ ਕੁਐਸਚਨ ਆ ਜਾਵੇ ਕਿ ਪਰਸਨ ਦਾ ਨਾਮ ਦੇ ਕੇ ਪੁੱਛ ਸਕਦੇ ਆ ਵੀ ਕਿਹੜੇ ਫੀਲਡ ਤੋਂ ਬਿਲੋਂਗ ਕਰਦੇ ਸੀਗੇ, ਪਹਿਲਾਂ ਇਹੋ ਜਿਹੇ ਕੁਐਸਚਨ ਕਾਫੀ ਆਉਂਦੇ ਹੁੰਦੇ ਸੀਗੇ। ਸੋ ਸਿਨੇਮਾ ਵਰਲਡ ਤੋਂ ਬਿਲੋਂਗ ਕਰਦੇ ਸੀਗੇ ਐਂਡ ਦਾ ਗੋਡ ਫਾਦਰ ਐਂਡ ਟੂ ਕਿਲ ਅ ਮੋਕਿੰਗ ਬਰਡ ਇਹੋ ਜਿਹੀ ਸੀਰੀਜ਼ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੋਇਆ। ਨੈਕਸਟ ਇਜ਼ Penpa Tsering took oath as president of Central Tibetan Administration for second time in a row, ਠੀਕ ਹੈ ਜੀ। ਸੈਕਿੰਡ ਟਾਈਮ ਇਹਨਾਂ ਪ੍ਰੈਜ਼ੀਡੈਂਟ ਬਣਾਇਆ ਗਿਆ ਸੈਂਟਰਲ ਤਿੱਬਤਨ ਐਡਮਿਨਿਸਟ੍ਰੇਸ਼ਨ ਦਾ। ਨੈਕਸਟ ਇਜ਼ ਕਮਲਾ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਨਿਊਜ਼ ਦੇ ਵਿੱਚ ਹੀ ਹੈਗਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੋ ਹੈ ਲੈ ਕੇ ਆਇਆ ਜਾਊਗਾ, ਕਮਲਾ ਰਿਵਰ 'ਤੇ ਹੋਊਗਾ। ਕਮਲਾ ਰਿਵਰ ਜੋ ਇੱਕ ਰਾਈਟ ਬੈਂਕ ਟ੍ਰਿਬਿਊਟਰੀ ਹੈਗੀ ਸੁਬਨਸਿਰੀ ਰਿਵਰ ਦੀ। ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਤੁਸੀਂ ਦੱਸੋ ਕਿ ਸੁਬਨਸਿਰੀ ਰਿਵਰ ਕਿਹੜੀ ਰਿਵਰ ਦੀ ਟ੍ਰਿਬਿਊਟਰੀ ਹੈਗੀ ਆ, ਠੀਕ ਹੈ ਜੀ। ਨੈਕਸਟ ਇਜ਼ ਉਦੈ ਕੋਟਕ ਨੂੰ ਗਿਫਟ ਸਿਟੀ ਦਾ ਨਿਊ ਚੇਅਰਮੈਨ ਬਣਾਇਆ ਗਿਆ। ਗਿਫਟ ਸਿਟੀ
ਕਮੈਂਟ ਦੇ ਵਿੱਚ ਦੱਸੋ ਲਾਸਟ ਟਾਈਮ ਆਪਾਂ ਕਵਰ ਕੀਤੀ ਸੀਗੀ ਗਿਫਟ ਸਿਟੀ ਕਿਹੜੀ ਸਟੇਟ ਦੇ ਵਿੱਚ ਹੈਗੀ ਹੈ ਤੇ ਇਹਦੀ ਫੁੱਲ ਫਾਰਮ ਕੀ ਹੈਗੀ ਹੈ। ਨੈਕਸਟ ਇਜ਼ ਅਨਿਲ, ਇਹ ਵੀ ਇੰਪੋਰਟੈਂਟ ਆਪਣੇ ਲਈ, ਸਾਇੰਸ ਰਿਲੇਟਡ ਨਿਊਜ਼ ਹੈਗੀ ਆ। ਸਭ ਤੋਂ ਪਹਿਲਾਂ ਇਹਦੀ ਫੁੱਲ ਫਾਰਮ ਦੇਖ ਲੈਂਦੇ ਹਾਂ। ਇਟ ਸਟੈਂਡਸ ਫॉर ਐਡਵਾਂਸਡ ਨਿਊਕਲੀਅਰ ਐਨਰਜੀ ਫॉर ਐਨਰਿਚਡ ਲਾਈਫ। It is a combination of thorium and a small amount of enriched uranium that can potentially be deployed in the country's pressurized heavy water reactor. So basically ਕੀ ਹੈਗਾ, ਇੰਡੀਆ ਦੇ ਵਿੱਚ ਥੋਰੀਅਮ ਪਾਇਆ ਜਾਂਦਾ ਹੈਗਾ, ਜੋ ਆਪਣਾ ਕੇਰਲ ਵਾਲੀ ਸਟੇਟ ਹੈਗੀ ਹੈ, ਥੱਲੇ ਜੋ ਸਾਊਥ ਇੰਡੀਆ ਦੇ ਵਿੱਚ ਜੋ ਥੋਰੀਅਮ ਪਾਇਆ ਜਾਂਦਾ ਹੈਗਾ, ਬਟ ਇੰਡੀਆ ਕੋਲ ਅਜੇ ਉਹੋ ਜਿਹੀ ਟੈਕਨੋਲੋਜੀ ਨਹੀਂ ਹੈਗੀ ਕਿ ਉਹ ਥੋਰੀਅਮ ਨੂੰ ਯੂਜ਼ ਕਰ ਸਕੇ ਐਜ਼ ਅ ਨਿਊਕਲੀਅਰ ਫਿਊਲ। ਜ਼ਿਆਦਾਤਰ ਆਪਣੇ ਜੋ ਹੈ ਯੂਰੇਨੀਅਮ ਹੀ ਯੂਜ਼ ਹੁੰਦਾ ਹੈਗਾ। ਸੋ ਉਹਦੇ ਲਈ ਇਹ ਨਿਊਜ਼ ਆਪਣੇ ਲਈ ਇੰਪੋਰਟੈਂਟ ਹੋ ਜਾਂਦੀ ਹੈ ਕਿ ਅਨੀਲ ਆ ਰਿਹਾ ਹੈਗਾ। ਅਨੀਲ ਮਤਲਬ ਕਿ ਇੱਕ ਫਿਊਲ ਹੈ, ਨਿਊਕਲੀਅਰ ਫਿਊਲ ਹੈ, ਜੋ ਕਿ ਮਿਕਸ ਹੈਗਾ ਥੋਰੀਅਮ ਅਤੇ ਐਨਰਿਚਡ ਯੂਰੇਨੀਅਮ ਦਾ, ਜਿਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਆਪਣੀ ਨਿਊਕਲੀਅਰ ਐਨਰਜੀ ਕੈਪੈਸਿਟੀ ਬਿਲਡਿੰਗ ਦੇ ਵਿੱਚ। ਨੈਕਸਟ ਇਜ਼ ਉਜਾਲਾ ਪੰਜਾਬ ਪ੍ਰਿਜ਼ਨ ਓਲੰਪਿਕਸ ਹੋਏ ਸੀਗੇ 2026 ਦੇ, ਕਿਹੜੀ ਜੇਲ੍ਹ ਦੇ ਵਿੱਚ? ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਇਹ ਰੀਸੈਂਟਲੀ ਕਨਕਲੂਡ ਹੋਏ ਨੇ। ਨੈਕਸਟ ਕਿਹੜੇ ਹੋਣਗੇ? ਨੈਕਸਟ ਇਹ ਕਪੂਰਥਲਾ ਸੈਂਟਰਲ ਜੇਲ੍ਹ ਦੇ ਵਿੱਚ ਹੋਣਗੇ। ਨੈਕਸਟ ਨਿਊਜ਼ ਰਿਲੇਟਡ ਟੂ ਜਿਮੀ ਲਾਏ, ਇੱਕ ਪਰਸਨ ਸੀਗੇ ਹਾਂਗਕਾਂਗ ਦੇ ਮੀਡੀਆ ਟਾਈਕੂਨ ਸੀਗੇ, ਐਂਡ ਇਹਨਾਂ ਦਾ ਵੀਕਲੀ ਸੀਗਾ ਐਪਲ ਡੈਲੀ। ਇਹਨਾਂ ਨੂੰ ਅਰੈਸਟ ਕੀਤਾ ਗਿਆ ਐਂਡ 20 ਸਾਲ ਦੀ ਇਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਬਾਏ ਚਾਈਨੀਜ਼ ਗੌਰਮੈਂਟ। ਨੈਕਸਟ ਇਜ਼ ਡੇਵਿਡ ਜੇ ਫਾਰਬਰ, ਇਹਨਾਂ ਨੂੰ ਗ੍ਰੈਂਡ ਫਾਦਰ ਆਫ ਇੰਟਰਨੈਟ ਕਿਹਾ ਜਾਂਦਾ ਸੀਗਾ। ਇਹਨਾਂ ਦੀ ਰੀਸੈਂਟਲੀ ਡੈਥ ਹੋਈ ਹੈ, ਪਰਸਨ ਦਾ ਨਾਮ ਯਾਦ ਰੱਖਿਓ। ਐਂਡ ਨੈਕਸਟ ਨਿਊਜ਼ ਇਜ਼ ਪਿਟੋਨ ਡੀ ਲਾ ਫੁਰਨੇਸ ਵੋਲਕੈਨੋ, ਇਹ ਇਰਪਟ ਹੋਇਆ ਰੀਯੂਨੀਅਨ ਆਈਲੈਂਡ, ਤੁਸੀਂ ਲੋਕੇਸ਼ਨ ਵੇਖ ਸਕਦੇ ਹੋ ਰੀਯੂਨੀਅਨ ਆਈਲੈਂਡ ਦੀ। ਇਹ ਫਰਾਂਸ ਦੇ ਅੰਡਰ ਹੈਗਾ, ਠੀਕ ਹੈ ਜੀ, ਇੰਡੀਅਨ ਓਸ਼ੀਅਨ ਦੇ ਵਿੱਚ ਲਾਈ ਕਰਦਾ। ਇਹ ਮੈਡਾਗਾਸਕਰ ਆਪਣਾ ਹੈਗਾ। ਨੈਕਸਟ ਇਜ਼ ਕਰਪਸ਼ਨ ਪਰਸੈਪਸ਼ਨ ਇੰਡੈਕਸ, ਕਾਫੀ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਪਬਲਿਸ਼ ਕੌਣ ਕਰਦਾ? ਟਰਾਂਸਪੇਰੈਂਸੀ ਇੰਟਰਨੈਸ਼ਨਲ। ਡੈਨਮਾਰਕ ਨੇ ਟੋਪ ਕੀਤਾ ਗਾ, ਮਤਲਬ ਕਿ ਡੈਨਮਾਰਕ ਦੇ ਲੋਕ ਇਹ ਸਮਝਦੇ ਆ ਕਿ ਉਹਨਾਂ ਦੀ ਕੰਟਰੀ ਦੇ ਵਿੱਚ ਸਭ ਤੋਂ ਘੱਟ ਕਰਪਸ਼ਨ ਹੈਗਾ। ਪਰਸੈਪਸ਼ਨ ਹੈ, ਕਰਪਸ਼ਨ ਐਕਚੁਅਲ ਦੇ ਵਿੱਚ ਕਰਪਸ਼ਨ ਨੂੰ ਨਹੀਂ ਦਰਸਾਉਂਦਾ ਗਾ ਇੰਡੈਕਸ। ਇਹ ਦਿਖਾਉਂਦਾ ਕਿ ਲੋਕਾਂ ਦਾ ਕੀ ਪਰਸੈਪਸ਼ਨ ਹੈਗਾ, ਕਿ ਲੋਕਾਂ ਨੂੰ ਕੀ ਲੱਗਦਾ ਕਿ ਉਹਨਾਂ ਦੇ ਜੋ ਲੀਡਰਸ ਨੇ, ਉਹਨਾਂ ਦੀ ਜੋ ਬਿਊਰੋਕ੍ਰੇਸੀ ਆ, ਉਹ ਕਿੰਨੀ ਜ਼ਿਆਦਾ ਕਰਪਟ ਹੈ, ਫਿਰ ਕਿੰਨੀ ਜ਼ਿਆਦਾ ਕਰਪਟ ਨਹੀਂ ਹੈਗੀ। ਅਤੇ ਇਸ ਡੈਨਮਾਰਕ ਨੇ ਟੋਪ ਕੀਤਾ ਗਾ। ਉਸ ਤੋਂ ਬਾਅਦ ਫਿਨਲੈਂਡ ਐਂਡ ਸਿੰਗਾਪੁਰ ਆਉਂਦੇ ਆ। ਐਂਡ ਇੰਡੀਆ ਦੀ ਪੋਜੀਸ਼ਨ 91st ਪੋਜੀਸ਼ਨ ਹੈਗੀ ਆ। ਸਾਊਥ ਸੁਡਾਨ ਐਂਡ ਸੋਮਾਲੀਆ ਜੋ ਹੈ ਲਾਸਟ ਦੇ ਵਿੱਚ ਇਸ ਇੰਡੈਕਸ ਦੇ ਵਿੱਚ ਆਉਂਦੇ ਨੇ। ਐਂਡ ਆਪਣੀ ਅੱਜ ਦੀ ਕਾਫੀ ਇੰਪੋਰਟੈਂਟ ਨਿਊਜ਼ ਹੈਗੀ ਹੈ ਨਿਊ CPI ਇੰਡੈਕਸ। CPI ਦੀ ਫੁੱਲ ਫੋਰਮ ਹੈਗੀ ਹੈ ਕੰਜ਼ਿਊਮਰ ਪ੍ਰਾਈਸ ਇੰਡੈਕਸ, ਠੀਕ ਹੈ ਜੀ। ਸੋ ਇਹਦਾ ਬੇਸ ਈਅਰ ਚੇਂਜ ਕੀਤਾ ਸੀਗਾ 2024, ਪਹਿਲਾਂ 2012 ਜੋ ਬੇਸ ਈਅਰ ਹੁੰਦਾ ਸੀਗਾ ਉਹਨੂੰ ਚੇਂਜ ਕਰਕੇ 2024 ਕੀਤਾ ਗਿਆ, ਕਾਫੀ ਇੰਪੋਰਟੈਂਟ ਹੈ, ਠੀਕ ਹੈ ਜੀ। ਐਂਡ ਜੋ ਬਾਸਕਟ ਸੀਗੀ, ਜੋ ਇਹਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਆਉਂਦੀਆਂ ਸੀਗੀ, ਉਹਨਾਂ ਨੂੰ ਵੀ ਹੁਣ ਇਨਕਰੀਜ਼ ਕੀਤਾ ਗਿਆ। ਪਹਿਲਾਂ 259 ਆਈਟਮ ਹੁੰਦੇ ਸੀਗੇ, ਹੁਣ 308 ਕੀਤੇ ਗਏ ਨੇ, ਠੀਕ ਹੈ ਜੀ। ਇਹ ਗੁੱਡਸ ਨੇ ਐਂਡ ਸਰਵਿਸਿਜ਼ ਵੀ ਐਕਸਪੈਂਡ ਕੀਤੀਆਂ ਗਈਆਂ ਨੇ 40 to 50 ਆਈਟਮਸ, ਮਤਲਬ ਕਿ ਪਹਿਲਾਂ 40 ਸਰਵਿਸਿਜ਼ ਦੇ ਵਿੱਚ ਆਉਂਦੀ ਸੀਗੀ, ਹੁਣ 50 ਸਰਵਿਸਿਜ਼ ਦੇ ਵਿੱਚ ਆਉਂਦੀ ਹੈ। ਹੁਣ ਜੋ ਟੋਟਲ ਬਾਸਕਟ ਹੈ ਉਹਦੇ ਵਿੱਚ 358 ਆਈਟਮਸ ਨੇ, ਪਹਿਲਾਂ 299 ਹੁੰਦੇ ਸੀਗੇ। ਸਾਰੇ ਡਾਟਾ ਆਪਣੇ ਲਈ ਇੰਪੋਰਟੈਂਟ ਹੈਗੇ ਨੇ। ਉਸ ਤੋਂ ਬਾਅਦ ਜੋ ਵੇਟਸ ਹੈ ਇਹਨਾਂ ਨੂੰ ਵੀ ਰੀਬੈਲੈਂਸ ਕੀਤਾ ਗਿਆ, ਠੀਕ ਹੈ ਜੀ। ਤੁਸੀਂ ਵੇਖ ਸਕਦੇ ਹੋ ਪਹਿਲਾਂ ਫੂਡ ਐਂਡ ਬੈਵਰੇਜ ਦਾ ਜੋ ਸ਼ੇਅਰ ਹੁੰਦਾ ਸੀਗਾ ਉਹ 42% ਹੁੰਦਾ ਸੀਗਾ, ਹੁਣ ਇਹਨੂੰ ਘਟਾ ਕੇ 36% ਕਰਤਾ। ਬਿਕੋਜ਼ ਇਨਫਲੇਸ਼ਨ ਸਿਰਫ ਉਹ ਨਹੀਂ ਹੈ ਕਿ ਜੋ ਆਪਾਂ ਫੂਡ 'ਤੇ ਖਰਚਾ ਕਰ ਰਹੇ ਹਾਂ। ਅੱਜ ਦੇ ਟਾਈਮ 'ਤੇ ਜੋ ਈਵਨ ਜੋ ਮਿਡਲ ਕਲਾਸ ਹੈ ਉਹ ਵੇਖ ਰਹੀ ਹੈ ਕਿ ਐਜੂਕੇਸ਼ਨ ਵਧੀਆ ਹੋਣੀ ਚਾਹੀਦੀ ਹੈ, ਹੈਲਥ ਕੇਅਰ ਵਧੀਆ ਹੋਣੀ ਚਾਹੀਦੀ ਹੈ, ਸੈਨੀਟੇਸ਼ਨ 'ਤੇ ਆਪਾਂ ਖਰਚਾ ਕਰਦੇ ਹਾਂ। ਸੋ ਇਹ ਸਾਰੀ ਚੀਜ਼ਾਂ ਨੂੰ ਹੁਣ ਜੋ ਵੇਟ ਹੈ, ਇਸ ਚੀਜ਼ਾਂ ਨੂੰ ਵੇਖ ਕੇ ਵੇਟ ਨੂੰ ਰੀਬੈਲੈਂਸ ਕੀਤਾ ਗਿਆ, ਫੂਡ ਨੂੰ ਘਟਾਇਆ ਗਿਆ, ਠੀਕ ਹੈ ਜੀ। ਬਾਕੀ ਤੁਸੀਂ ਦੇਖਦੇ ਹਾਊਸਿੰਗ ਦਾ ਜੋ ਸ਼ੇਅਰ ਆ ਉਹ ਇਨਕਰੀਜ਼ ਹੋਇਆ, ਹਾਊਸਿੰਗ ਵਾਟਰ ਇਲੈਕਟ੍ਰਿਸਿਟੀ ਦਾ। ਸੋ ਇੱਕ ਵਾਰ ਥੋੜ੍ਹੀ ਰੀਡ ਜ਼ਰੂਰ ਕਰ ਲਿਓ ਇਸ ਡਾਟਾ ਨੂੰ। ਐਂਡ ਉਸ ਤੋਂ ਬਾਅਦ ਜੋ ਨਿਊ GDP ਸੀਰੀਜ਼ ਦਾ ਜੋ ਬੇਸ ਈਅਰ ਹੈ ਉਹ ਵੀ ਆਪਣਾ 2022 'ਤੇ ਹੀ ਕੀਤਾ ਗਿਆ। ਐਂਡ IIP ਜੋ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਹੈ ਉਹਦਾ ਵੀ ਬੇਸ ਈਅਰ ਹੁਣ 2022 'ਤੇ ਹੀ ਕੀਤਾ ਗਿਆ, ਕਾਫੀ ਇੰਪੋਰਟੈਂਟ ਹੈ, ਯਾਦ ਰੱਖਿਓ। ਸੋ ਇਹ ਆਪਣੀ ਅੱਜ ਦੀ ਕਰੰਟ ਅਫੇਅਰ ਕਲਾਸ ਸੀਗੀ। ਆਪਣੀ ਵੈਬਸਾਈਟ ਹੈਗੀ www.ਸੰਘਰਸ਼.com, ਐਪ ਅਵੇਲੇਬਲ ਹੈਗੀ ਪਲੇ ਸਟੋਰ 'ਤੇ। ਐਂਡ ਇਹ PDF ਤੁਸੀਂ ਜੇ ਲੈਣਾ ਹੈ ਤਾਂ ਟੈਲੀਗ੍ਰਾਮ 'ਤੇ ਆਪਣਾ ਚੈਨਲ ਬਣਿਆ ਹੋਇਆ ਸੰਘਰਸ਼ ਅਕੈਡਮੀ PDFs ਐਂਡ ਜੋਬ ਅਪਡੇਟਸ। ਸੋ ਆਈ ਹੋਪ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਗੀ ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ।